विद्या विचारी तां पर उपकारी, तां पर उपकारी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਕੱਤਰਤਾ ਦੇ ਵਿੱਚ 121ਵੇਂ ਦਿਨ ਸਭ ਦਾ ਸਵਾਗਤ ਹੈ ਜੀ। ਜਿੰਨੇ ਵੀ ਜੁੜੇ ਆ ਭਾਗਾਂ ਵਾਲੇ ਹਾਂ। ਸੋ ਅੱਜ ਤੇ ਬਹੁਤ ਭਾਗਾਂ ਵਾਲਾ ਦਿਨ ਹੈ ਕਿ ਅਸੀਂ ਸਾਰਿਆਂ ਨੇ ਉਹਨਾਂ ਦੇ ਦਰਸ਼ਨ ਕਰਨੇ ਆ ਕਿ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕੁਝ ਰੋਲ ਮਾਡਲ ਬਣ ਕੇ ਅੱਗੇ ਆਏ ਹੈ। ਸੋ ਆਓ ਪਹਿਲਾਂ ਜਾਪ ਦੇ ਨਾਲ ਸ਼ੁਰੂ ਕਰਨ ਲੱਗੇ ਆ। ਅੱਜ ਦੀ ਜਾਪ ਦੀ ਸੇਵਾ ਲੈ ਰਹੇ ਜਸ਼ਨਜੋਤ ਕੌਰ ਜੀ, EPP ਨੰਬਰ 13444। ਵਾਹਿਗੁਰੂ ਜੀ ਕਾ ਖਾਲਸਾ, ਗੁਰੂ ਜੀ ਕੀ ਫਤਿਹ ਜੀ। ਸੰਗਰੂਰ ਜੀ। ਇੱਕ ਓੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ ਜਸ਼ਨਜੋਤ ਕੌਰ ਜੀ। ਪੂਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜੀ। ਹੁਣ ਕੀਰਤਨ ਦੇ ਨਾਲ ਜੁੜਦੇ ਆ ਜੀ। ਅੱਜ ਦੀ ਕੀਰਤਨ ਦੀ ਸੇਵਾ ਲੈ ਰਹੀ ਹੈ ਮਨਦੀਪ ਕੌਰ ਜੀ, 10160 EPP ਨੰਬਰ, ਜ਼ੋਨ ਪਟਿਆਲਾ ਤੋਂ। ਮਨਦੀਪ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ। ਤੂੰ ਵਡਦਾਤਾ ਅੰਤਰ ਜਾਮੀ, ਤੂੰ ਵਡਦਾਤਾ ਅੰਤਰ ਜਾਮੀ, ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ, ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ। ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ,
कार कृपा तेरे गुण गावा। सब मैं रविया पूरन प्रभ स्वामी, तू वड दाता अंतर जामी। मेरे प्रभ प्रीतम नाम आधारा, मेरे प्रभ प्रीतम नाम आधारा। हो सुन सुन जीवा नाम तुम्हारा, नाम तुम्हारा। मेरे प्रभु प्रीतम नाम आधारा, हो सुन सुन जीवा नाम तुम्हारा, नाम तुम्हारा। कर कृपा तेरे गुण गावा, कर कृपा तेरे गुण गावा। तेरी शरण सतगुर मेरे पूरे, मन निर्मल होए संता तूरे। तेरी शरण सतगुर मेरे पूरे, मन निर्मल होए संता तूरे। संता तूरे, संता तूरे। कर कृपा तेरे गुण गावा, कर कृपा तेरे गुण गावा। चरण कमल हृदय उरतारे, चरण कमल हृदय उरतारे। तेरे दर्शन को जाई बलिहारे, तेरे दर्शन को जाई बलिहारे। जाई बलिहारे, जाई बलिहारे। कर कृपा तेरे गुण गावा, कर कृपा तेरे गुण गावा। कर कृपा तेरे गुण गावा, कर कृपा तेरे गुण गावा। नानक नाम जपत सुख पावा, नानक नाम जपत सुख पावा, जपत सुख पावा। कर कृपा तेरे गुण गावा, कर कृपा तेरे गुण गावा। कर कृपा तेरे गुण गावा, कर कृपा तेरे गुण गावा। तू वड दाता अंतर जामी, सब महरविया पूरन प्रभ स्वामी। सब महरविया पूरन प्रभ स्वामी, तू वड दाता अंतर जामी। सब महरविया पूरन प्रभ स्वामी, पूरन प्रभ स्वामी। कर कृपा तेरे गुण गावा, कर कृपा तेरे गुण गावा। नानक नाम जपत सुख पावा, नानक नाम जपत सुख पावा। कर कृपा तेरे गुण गावा, कर कृपा तेरे गुण गावा। वाहिगुरु 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 जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਮਨਦੀਪ ਕੌਰ ਜੀ। ਸ਼ਬਦ ਸਰਵਣ ਕਰਵਾਇਆ, ਹੋਂ ਸੁਣ ਸੁਣ ਜੀਵਾ ਨਾਮ ਤੁਮਾਰਾ, ਕਰ ਕਿਰਪਾ ਤੇਰੇ ਗੁਣ ਗਾਵਾਂ। ਵਾਹਿਗੁਰੂ ਜੀ ਦੀ ਕਿਰਪਾ ਸਦਕਾ ਹੀ ਉਸ ਦੀ ਸਿਫਤ ਸਲਾਹ ਵਿੱਚ ਜੁੜਦੇ ਆ, ਗੁਣ ਗਾਉਂਦੇ ਆ। ਸੋ ਅੱਜ ਜਿਵੇਂ ਸਾਰਿਆਂ ਨੂੰ ਕੱਲ ਵੀ ਦੱਸਿਆ ਗਿਆ, ਸਾਰੇ ਬੱਚਿਆਂ ਨੂੰ, ਤੇ ਅੱਜ ਸਾਡੇ ਨਾਲ ਜੁੜ ਚੁੱਕੇ ਹਨ ਇੰਗਲੈਂਡ ਤੋਂ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਖਾਲਸਾ, ਇੰਗਲੈਂਡ ਤੋਂ, ਜਿਨ੍ਹਾਂ ਦਾ ਵਿਸ਼ਾ ਹੈ ਹੋ ਮੂਰਖ ਕਾਰੈ ਲਾਈਆ, ਨਾਨਕ ਹਰ ਕੰਮੇ। ਸੋ ਵੀਰ ਜੀਆਂ ਨੂੰ ਬੇਨਤੀ ਹੈ ਕਿ ਆਪਣੇ ਵਿਚਾਰ ਬੱਚਿਆਂ ਦੇ ਨਾਲ ਰੱਖਣਗੇ ਜੀ। ਵਾਹ ਜੀ ਵਾਹ। ਨਾਨਕ ਨਾਮ ਜਪਤ ਸੁਖ ਪਾਇਆ। ਬੱਚੀ ਮਨਜੀਤ ਕੌਰ, ਮੇਰਾ ਖਿਆਲ ਇੱਕੋ ਹੀ ਪੰਕਤੀ ਬਹੁਤ ਹੈ, ਸੁੱਖ ਚਾਹੀਦੀ ਹੈ, ਤੇ ਫਿਰ ਬੱਚੀ ਨੇ ਦੱਸਿਆ ਹੁਣੇ ਸਾਰਿਆਂ ਨੂੰ। ਤੇ ਇਹਦੀ ਉਮਰ ਦਾ ਮੈਂ ਹੁੰਦਾ ਸੀਗਾ ਤੇ ਅਸੀਂ ਵੀ ਨਾਮ ਹੀ ਜਪਿਆ ਸੀਗਾ ਤੇ ਦੁਨੀਆ ਦਾ ਸਾਰਾ ਸੁੱਖ ਪਾਇਆ। ਮੇਰੇ ਪਿਆਰੇ ਬੱਚਿਓ, ਪਹਿਲੇ ਆਓ ਫਤਿਹ ਦੀ ਸਾਂਝ ਕਰੀਏ। ਸਾਰਿਆਂ ਨੂੰ ਮੈਂ ਦੋ ਹੱਥ ਜੋੜ ਕੇ ਬੇਨਤੀ ਕਰਦਾ, ਮੇਰੇ ਬੱਚਿਓ, ਮੂਰਖ ਨੂੰ ਆਉਂਦਾ ਜਾਂਦਾ ਕੁਛ ਨਹੀਂ ਜੇ, ਪਰ ਗੁਰੂ ਸਾਹਿਬ ਦੀ ਫਤਿਹ ਸਾਂਝ ਕਰਕੇ ਤੇ ਮੈਂ ਕੋਸ਼ਿਸ਼ ਕਰਾਂਗਾ ਤੁਹਾਡੇ ਨਾਲ
ਆਪਣੇ ਵਿਚਾਰ ਸਾਂਝੇ ਕਰਾਂ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਕੀ ਜੀ ਕੀ ਫਤਿਹ। ਫਤਿਹ। ਸਭ ਤੋਂ ਪਹਿਲੇ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ 2.5 ਮਹੀਨੇ ਤਕਰੀਬਨ ਹੋ ਗਏ ਮੈਂ ਦੇਖ ਰਿਹਾ ਬੱਚਿਆਂ ਨੇ ਇਸ ਕੈਂਪ ਦਾ ਇੰਨਾ ਫਾਇਦਾ ਉਠਾਇਆ ਹੈ ਕਿ ਮੈਨੂੰ ਬਲਕਿ ਥੋੜਾ ਜਿਹਾ ਫੀਲ ਹੋ ਰਿਹਾ ਕਿ ਪਤਾ ਨਹੀਂ, ਕਿਉਂਕਿ ਜਿੰਨੇ ਬੱਚੇ ਮੈਂ ਬੋਲਦੇ ਦੇਖਦਾ ਸੀਗਾ ਇਸ ਕੈਂਪ ਦੇ ਵਿਚਕਾਰ, ਕਿਉਂਕਿ ਮੈਂ ਇੱਕ ਦਿਨ ਵੀ ਕੈਂਪ ਮਿਸ ਨਹੀਂ ਕੀਤਾ। ਔਰ ਇਹ ਜਿਹੜੇ ਬੱਚੇ ਇੰਨਾ ਵਧੀਆ ਸਿੱਖ ਗਏ ਆ, ਇੰਨਾ ਗਿਆਨ ਇਹਨਾਂ ਕੋਲ ਆ ਗਿਆ, ਗਿਆਨ ਦੀ ਗੋਲਕ ਇਹਨਾਂ ਦੀ ਪੂਰੀ ਭਰ ਗਈ ਹੈ। ਤੇ ਮੈਂ ਉਸੀ ਖੁਸ਼ੀ ਚ ਗਦ ਕਿਉਂਕਿ ਮੇਰੀ ਜ਼ਿੰਦਗੀ ਦੀ ਅਖੀਰਲੀ ਇੱਛਾ ਹੀ ਹੈ ਕਿ ਅੱਜ ਇਹਨਾਂ ਬੱਚਿਆਂ ਨੂੰ ਰਸਤਾ ਪਾਉਣ ਵਾਲਾ ਕੋਈ ਨਹੀਂ ਨਜ਼ਰ ਆਇਆ। ਪਿਛਲੇ 50-52 ਸਾਲਾਂ ਚ ਮੈਂ ਇੰਗਲੈਂਡ ਚ ਰਿਹਾ ਵਾਂ ਤੇ ਅਸੀਂ ਛੋਟੇ ਹੁੰਦੇ ਸੀ 6 ਭੈਣ ਭਰਾ। ਸਾਡੇ ਮਾਤਾ ਪਿਤਾ ਸਾਨੂੰ ਰਸਤਾ ਪਾਉਂਦੇ ਸੀਗੇ, ਕੁੱਟ ਪੈਂਦੀ ਸੀ ਜਪਜੀ ਸਾਹਿਬ ਦਾ ਪਾਠ ਕੀਤੇ ਬਗੈਰ ਸਕੂਲ ਜਾਈਏ ਤੇ ਕੋਈ ਨਹੀਂ, ਇਨਸਾਨ ਭੁੱਲ ਜਾਂਦਾ ਹੈ। ਕਿਸੇ ਦੇ ਮਾਤਾ ਪਿਤਾ ਨੂੰ ਮਾੜਾ ਨਹੀਂ ਮੈਂ ਕਹਿੰਦਾ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰ ਕਰਤਾਰ ਤੋਂ। ਬੱਚਿਓ, ਮੈਂ ਕੋਈ ਸੰਤ ਬਾਬਾ ਨਹੀਂ ਜੇ, ਮੈਂ ਕੋਈ ਪ੍ਰਚਾਰਕ ਨਹੀਂ ਜੇ। ਬਸ ਅੱਜ ਦਾ ਟੌਪਿਕ ਦੇ ਵਿਚਕਾਰ ਇੱਕ ਸਭ ਤੋਂ ਵੱਡੀ ਜ਼ਰੂਰੀ ਗੱਲ ਹੈ ਕਿ ਦੇਖੋ ਬੱਚਿਓ, ਮੇਰੇ ਮਨ 'ਚ ਇੱਕ ਬਹੁਤ ਜ਼ਿਆਦਾ ਤਾਂਘ ਹੈ ਕਿ ਮੇਰੇ ਬੱਚੇ, ਕਿਉਂਕਿ ਆਪਾਂ ਸਾਰੇ ਇੱਕ ਪਰਿਵਾਰ ਹਾਂ। ਜਿੰਨੇ ਬੱਚੇ ਕੈਂਪ ਜਾਂਦੇ ਆ, ਮੇਰੇ ਦੋਤੇ ਪੋਤੇ ਦੋਤੀਆਂ ਪੋਤੀਆਂ, ਮੈਂ ਨਾ ਦਾਦੂ ਨਾਨੂ, ਠੀਕ ਹੈ। ਇਹਨਾਂ ਦੇ ਮਾਤਾ ਅਗਰ ਭੁੱਲ ਗਿਆ ਤੇ ਮੈਂ ਪੰਜਾਬ ਜਾ ਕੇ ਬੱਚਿਆਂ ਨੂੰ ਦੱਸਣਾ ਸ਼ੁਰੂ ਕਰਤਾ, ਔਰ ਮੈਂ ਵੀ ਗੁਰੂ ਦਾ ਹੁਕਮ ਮੰਨ ਕੇ। ਹੁਣ ਦੇਖੋ, ਨੋਟ ਕਰ ਲੈਣਾ ਬੱਚਿਓ, ਬੜੇ ਕੰਮ ਦੀ ਗੱਲ ਜੇ, ਸਾਰੀ ਜ਼ਿੰਦਗੀ ਕੰਮ ਆਏਗੀ। ਕਿਉਂਕਿ ਜਦੋਂ ਤੁਹਾਡੀ ਕੋਈ ਇੱਛਾ ਪੂਰੀ ਨਹੀਂ ਹੋਏਗੀ ਨਾ, ਉਹ ਫਿਰ ਆਪਣੇ ਅੰਦਰ ਝਾਤੀ ਮਾਰਨਾ, ਆਪਣੀ ਹੀ ਪਿਛਲੇ 24 ਘੰਟਿਆਂ ਦੀ ਜਾਂ ਪਿਛਲੇ 7 ਦਿਨਾਂ ਦੀ ਟੇਪ ਰਿਵਾਈਂਡ ਕਰ ਲੈਣਾ ਕਿ ਮੈਂ ਪਿਛਲੇ 24 ਘੰਟਿਆਂ 7 ਦਿਨਾਂ 'ਚ ਕਿੰਨਾ ਕੁ ਪਰਮਾਤਮਾ ਦਾ ਕਹਿਣਾ ਮੰਨਿਆ। ਅਸੀਂ ਪਰਮਾਤਮਾ ਦਾ ਕਹਿਣਾ ਮੰਨਦੇ ਨਹੀਂ ਆ, ਅਸੀਂ ਪਰਮਾਤਮਾ ਨੂੰ ਮੰਨਦੇ ਹਾਂ। ਹੁਣ ਦੇਖੋ ਜੀ, ਪਰਮਾਤਮਾ ਨੂੰ ਕੀ ਮੰਨਣਾ ਹੋਇਆ ਜੇ ਪਰਮਾਤਮਾ ਦਾ ਕਹਿਣੇ ਨਾ ਮੰਨਿਆ। ਸੋ ਇਹ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ 4 ਪੁੱਤਰ ਵਾਰ ਕੇ, ਸਰਬੰਸ ਵਾਰ ਕੇ ਸਾਨੂੰ ਹੁਕਮ ਦੇ ਕੇ ਗਏ ਸੀਗੇ ਕਿ ਬਈ ਆਉਣ ਵਾਲੀ ਜਿਹੜੀ ਇਹ ਜਿੰਨੇ ਵੀ ਬੰਦਿਆਂ ਨੂੰ ਸਾਨੂੰ ਹੁਕਮ ਮਿਲਿਆ ਸੀਗਾ, ਮਤਲਬ ਕਿ ਮੰਨ ਲਿਆ ਇਹਨਾਂ 'ਚ ਮੈਂ ਵੀ ਆ ਜਾਣਾ ਵਾਂ, ਜਿੰਨੇ ਵੀ ਅਸੀਂ ਹੈਗੇ ਆ ਸੰਸਾਰ 'ਚ, ਕੋਈ ਵੀ ਵਿਅਕਤੀ ਆ, ਕਿਉਂਕਿ ਹੁਕਮ ਸਾਰਿਆਂ ਨੂੰ ਸਾਂਝਾ ਸੀਗਾ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਇਹ ਖਾਲੀ ਸਿੱਖਾਂ ਵਾਸਤੇ ਨਹੀਂ ਸੀਗਾ, ਇਹ ਸਿੱਖਣ ਵਾਲੇ ਵਾਸਤੇ ਸੀਗਾ। ਤੇ ਜਿਹੜਾ ਵੀ ਦੁਨੀਆ 'ਚ ਆਉਂਦਾ, ਜਨਮ ਲੈਂਦਾ, ਉਹ ਸਿੱਖਣ ਹੀ ਆਉਂਦਾ, ਔਰ ਸਿੱਖਦਾ ਹੀ ਰਹਿੰਦਾ ਅਖੀਰਲੇ ਸਵਾਸ ਤੱਕ। ਔਰ ਮੈਂ ਵੀ ਅਜੇ ਸਿੱਖਦਾ ਪਿਆ ਵਾਂ। ਸੋ ਇਹਨਾਂ ਬੱਚਿਆਂ ਕੋਲ ਬਹੁਤ ਗਿਆਨ ਆ ਚੁੱਕਾ ਹੈ। ਸ਼ਾਇਦ ਉਸਦਾ ਮੇਰੇ ਕੋਲ ਅਜੇ ਇੰਨਾ ਨਹੀਂ ਗਿਆਨ ਹੈਗਾ, ਪਰ ਮੇਰੇ ਕੋਲ ਬੱਚਿਓ ਆਪਣੀ ਜ਼ਿੰਦਗੀ ਦਾ ਤਜਰਬਾ ਹੈਗਾ ਕਿ ਗੁਰੂ ਦਾ ਹੁਕਮ ਮੰਨਿਆ ਤੇ ਥੋੜਾ ਮੰਗਿਆ, ਪਰਮਾਤਮਾ ਨੇ ਮੈਨੂੰ ਬਹੁਤਾ ਦਿੱਤਾ। ਤੇ ਮੈਂ ਇਹੀ ਚਾਹੁੰਦਾ ਕਿ ਇਹਨਾਂ ਬੱਚਿਆਂ ਦੇ ਮਾਤਾ ਪਿਤਾ ਭੁੱਲ ਗਏ ਆ ਤੇ ਕੋਈ ਗੱਲ, ਇਨਸਾਨ ਭੁੱਲ ਜਾਂਦਾ। ਤੇ ਮੈਂ ਬੱਚਿਆਂ ਦਾ ਇਹਨਾਂ ਨੇ ਬਣ ਕੇ ਸਕੂਲਾਂ 'ਚ ਜਾ ਕੇ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ, ਕਿਉਂਕਿ ਸਾਨੂੰ ਜਪਜੀ ਸਾਹਿਬ ਦਾ ਪਾਠ ਕੀਤੇ ਬਗੈਰ ਸਕੂਲ ਨਹੀਂ ਸੀ ਜਾਣ ਦਿੰਦੇ। ਸਾਡੇ ਡੈਡੀ ਸਾਨੂੰ ਕੁੱਟਦੇ ਸੀਗੇ। ਅਸੀਂ 6 ਭੈਣ ਭਰਾ, 6 ਅੱਜ ਹੈਗੀਆਂ ਬੱਚਿਓ। ਸੋ ਟਾਪਿਕ ਵੀ ਹਾਂ ਮੂਰਖ ਕਰ ਲਾਇਆ, ਬਿਲਕੁਲ ਹੈ ਹੀ ਮੂਰਖ ਆ, ਮੈਨੂੰ ਅਜੇ ਵੀ ਕੁਝ ਨਹੀਂ ਆਉਂਦਾ ਅਜੇ। ਪਰ ਗੱਲ ਹੈ ਕਿ ਮੈਂ ਜੋ ਕੁਝ ਪ੍ਰਾਪਤ ਕੀਤਾ ਹੈ ਇਸ ਮੂਰਖ ਨੇ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਕੇ, ਉਹ ਮੈਂ ਬੱਚਿਆਂ ਵਿੱਚ ਸ਼ੇਅਰ ਕਰਦਾ ਹੁੰਦਾ ਵਾਂ। ਸੋ ਉਹ ਬੱਚਿਓ ਮੈਂ ਅੱਜ ਥੋੜਾ ਤੁਹਾਨੂੰ ਦੱਸੀ ਜਾਵਾਂਗਾ, ਕਿਉਂਕਿ ਅੱਜ ਮੈਂ 73 ਸਾਲ ਦਾ ਹੋ ਗਿਆ ਵਾਂ। 6 ਭੈਣ ਭਰਾ ਵਾਂ, 6 ਅਸੀਂ ਅੱਜ ਹੈਗੇ ਆ। ਔਰ ਬਿਲਕੁਲ ਮੇਰੀ ਕਹਾਣੀ ਹੈ ਬੈਗਰ ਟੂ ਅ ਕਿੰਗ, ਭਿਖਾਰੀ ਤੋਂ ਰਾਜਾ। ਕਿਉਂਕਿ ਬੱਚਿਆਂ ਨੂੰ ਸਿਰਫ ਵਿਸ਼ਵਾਸ ਦਿਵਾਵਾਂਗਾ ਜ਼ਰੂਰ ਕਿ ਬਈ ਬੱਚਿਓ, ਅੱਖਰ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਸੱਚ ਜੇ ਹੈ ਨਾ। ਅਸੀਂ ਤੁਹਾਨੂੰ ਕਿਉਂ ਕਹਿੰਦੇ ਆ ਕਿ ਪਾਠ ਵੀ ਕਰੋ, ਜਿੱਥੇ ਪੜ੍ਹਾਈਆਂ ਕਰਨੀਆਂ ਵਾਧੂ ਪੜ੍ਹਾਈਆਂ ਕਰੋ, 90% ਪੜ੍ਹਾਈਆਂ ਵੱਲ ਟਾਈਮ ਦਿਓ। ਇਹ ਉਮਰ ਤੁਹਾਡੀ ਹੈਗੀ ਹੈ ਬੇਟੇ, ਆਪਣੀ ਜ਼ਿੰਦਗੀ ਜੀਵਨ ਮਤਲਬ ਕਿ ਆਪਣੇ ਆਪ ਨੂੰ ਕੁਝ ਬਣਾਉਣ ਦੀ, ਹੈ ਨਾ। ਫਿਰ ਸਾਰੀ ਜ਼ਿੰਦਗੀ ਮੌਜਾਂ ਕਰਦੇ ਰਹਿਣਾ। 90% ਪੜ੍ਹਾਈਆਂ ਜ਼ੋਰ ਲਾ ਦਿਓ ਤੇ 10% ਮੈਂ ਸ਼ੁਰੂ ਤੋਂ ਕਹਿਣਾ ਬੱਚੇ ਪਾਠ ਕਰਨਾ ਸ਼ੁਰੂ ਕਰ ਦੇਣ। ਕਿ 10% 24 ਘੰਟੇ ਪਰਮਾਤਮਾ ਰੋਜ਼ ਦਿੱਤੇ ਆ ਸਾਨੂੰ, ਤੇ ਫਿਰ ਅਸੀਂ ਨਹੀਂ ਕਰ ਰਹੇ, ਜਿਸ ਕਾਰਨ ਅੱਜ ਮੈਂ ਦੇਖਿਆ ਕਿ ਅੱਜ ਗਰੀਬ ਵੀ ਦੁਖੀ ਤੇ ਅਮੀਰ ਵੀ ਦੁਖੀ। ਪਰ ਬਾਬਾ ਜੀ ਦੀ ਬੜੀ ਕਿਰਪਾ ਜੇ ਬੱਚਿਓ, ਅੱਖਰ ਗੁਰੂ ਗ੍ਰੰਥ ਸਾਹਿਬ ਦਾ ਸੱਚ ਹੈ। ਮੈਂ ਕੁਛ ਅੱਖਰ ਜਾਂ ਸ਼ਬਦ ਬਾਣੀ ਦਾ ਤੁਹਾਨੂੰ ਦੱਸਾਂਗਾ ਵੀ ਬੱਚਿਓ, ਕਿਉਂਕਿ ਹੁਣ ਜਿਹੜਾ ਬੱਚੀ ਨੇ ਸ਼ਬਦ ਪੜ੍ਹਿਆ ਉਹ 'ਚ ਇੱਕ ਪੰਕਤੀ ਬੜੀ ਹੈ ਕਿ ਇਹ ਬੱਚੀ ਨੇ ਬੋਲੀ ਸੀ, ਨਾਨਕ ਨਾਮ ਜਪਤ ਸੁਖ ਪਾਇਆ। ਹੁਣ ਮੈਂ ਵੀ ਸੁਖ ਪਾਇਆ, ਸੁਖ ਸਾਰਿਆਂ ਨੂੰ ਚਾਹੀਦਾ, ਨਾਮ ਜਪਣਾ ਸੁਖ ਮਿਲਦਾ। ਸੋ ਬੱਚਿਓ, ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਸੀਗਾ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਅੱਜ ਤੋਂ ਬਾਅਦ ਵਿਅਕਤੀ ਗੁਰੂ ਨਹੀਂ ਹੋਏਗਾ, ਹੱਥ ਪੈਰ ਨੱਕ ਕੰਨ ਮੂੰਹ ਵਾਲਾ ਪਰਮਾਤਮਾ ਨਹੀਂ ਹੋਏਗਾ। ਪਰਮਾਤਮਾ ਇੱਕ ਸ਼ਕਤੀ ਹੈ, ਸ਼ਬਦ ਗੁਰੂ ਹੈ ਸਾਡਾ।
ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਲੈਣਾ, ਇਹਦੇ ਵਿੱਚੋਂ ਜੀਵਨ ਦੀ ਜਾਂਚ ਲੈ ਲੈਣਾ। ਹੁਣ ਬੱਚਿਆਂ ਨੂੰ ਪਤਾ ਹੀ ਨਹੀਂ ਤੁਹਾਡਾ ਜੀਵਨ ਕਿੰਨਾ ਕੁ ਹੈ। ਮੈਂ ਦੂਜੀ ਕਲਾਸ ਪੜ੍ਹਦਾ ਸੀ, ਮੈਨੂੰ ਪਤਾ ਮੈਂ 12ਵੀਂ ਕਰਕੇ ਇੱਥੇ ਆਇਆ ਸੀ ਤੇ ਮੈਂ 7 ਸਾਲ ਦਾ ਸੀ, ਚੌਥੀ 'ਚ ਮੈਂ 9 ਸਾਲ ਦਾ, 12ਵੀਂ ਕਰਕੇ ਮੈਂ 18-19 ਸਾਲ ਦਾ, ਅੱਜ ਮੈਂ 73 ਸਾਲ ਦਾ। ਤੋ ਬੱਚਿਓ ਤੁਹਾਡਾ ਜੀਵਨ ਤਾਂ 100 ਸਾਲ ਹੈ, ਤੁਸੀਂ 100 ਸਾਲ ਤੱਕ ਜਾਣਾ ਹੈ। ਤੇ ਜੀਵਨ ਦੀ ਜਾਂਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਚੋਂ ਲੈ ਲੈਣਾ। ਤੇ ਆਪਾਂ ਜਿਹੜੀ ਸਕੂਲ ਦੀ ਕਾਲਜ ਦੀ ਪੜ੍ਹਾਈ ਕਰਦੇ ਹਾਂ, ਇਹ ਪੜ੍ਹਾਈ ਕਰਕੇ ਜਦੋਂ ਸਹੀ ਵਿਚਾਰ ਕੇ ਪੜ੍ਹਦੇ ਹਾਂ ਤੇ ਫਿਰ ਸਹੀ ਜਵਾਬ ਦਿੰਦੇ ਹਾਂ ਤੇ ਪਾਸ ਹੋ ਜਾਂਦੇ ਹਾਂ। 15-20 ਸਾਲਾਂ ਦੇ ਅੰਦਰ ਆਪਾਂ ਕੋਈ ਡਾਕਟਰ, ਇੰਜੀਨੀਅਰ ਤੇ ਅਫਸਰ ਬਣ ਜਾਂਦਾ। ਤੇ ਜੇ ਗਲਤ ਜਵਾਬ ਦਿਆਂਗੇ ਤੇ ਨਹੀਂ ਬਣਾਂਗੇ। ਇਸੇ ਤਰ੍ਹਾਂ ਹੀ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਵਿਚਾਰ ਕੇ ਪੜ੍ਹੀਏ, ਵਿਚਾਰ ਕੇ, ਕਿਉਂਕਿ ਦੇਖੋ ਆਪਾਂ ਸੇਵਾ ਵੀ ਕਰਨੀ ਹੈ। ਹੁਣ ਬੜੀਆਂ ਸੇਵਾ ਕਰਦੇ, ਬੱਚੇ ਵੀ ਕਰਦੇ, ਬੱਚੇ ਦੇ ਮਾਤਾ ਪਿਤਾ ਵੀ ਕਰਦੇ, ਪਰ ਗੁਰ ਕੀ ਸੇਵਾ ਸ਼ਬਦ ਵਿਚਾਰ, ਇਹ ਗੁਰੂ ਗ੍ਰੰਥ ਸਾਹਿਬ ਨੇ ਲਿਖਿਆ। ਇਹ ਆਪਾਂ ਸ਼ਬਦ ਦੀ ਵਿਚਾਰ ਵੀ ਕਰਨੀ ਹੈ। ਇਹ ਫਿਰ ਜੇ ਗੁਰੂ ਨੂੰ ਮੰਨਦੇ ਆ ਤੇ ਬੱਚਿਓ ਫਿਰ ਤੁਸੀਂ ਹੁਣ ਮੇਰੀ ਗੱਲ ਨਾਲ ਸਹਿਮਤ ਹੋਵੋਗੇ, ਗੁਰੂ ਦੀ ਗੱਲ ਹੀ ਨਾ ਮੰਨੀ, ਸ਼ਬਦ ਦਾ ਵਿਚਾਰ ਕੀਤਾ ਹੀ ਕੋਈ ਨਹੀਂ। ਕਿੰਨਾ ਚਿਰ ਹੋ ਗਿਆ ਸਾਨੂੰ ਬਾਣੀ ਸੁਣਦਿਆਂ ਪੜ੍ਹਦਿਆਂ, ਸਭ ਵੀ ਉੱਤੋਂ ਲੰਘੀ ਜਾ ਰਿਹਾ। ਨਹੀਂ, ਜਦੋਂ ਵਿਚਾਰਾਂਗੇ ਤੇ ਬਾਬਾ ਜੀ ਕਹਿੰਦੇ ਆ ਜੋ ਕੁਝ ਕਹਿੰਦੇ ਆ ਸੱਚ ਹੈ ਬਿਲਕੁਲ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਇਹ ਬਿਲਕੁਲ ਸੱਚ ਜੇ ਬੱਚਿਓ, ਮੈਂ ਤੁਹਾਡੇ ਲਈ ਇੱਕ ਰੋਲ ਮਾਡਲ ਹਾਂ, ਬਿਲਕੁਲ ਸੱਚ ਹੈ। ਹੁਣ ਮੈਂ ਬੱਚਿਆਂ ਨੂੰ ਬਹੁਤਿਆਂ ਨੂੰ ਆਪਣੀ ਜੀਵਨ ਕਹਾਣੀ ਸੁਣਾਈ ਹੋਈ ਹੈ। ਮੇਰੀ ਕਹਾਣੀ ਬੈਗਰ ਟੂ ਏ ਕਿੰਗ, ਭਿਖਾਰੀ ਤੇ ਰਾਜ। ਇਹ ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਇਹ ਮੈਂ ਦੱਸ ਚੁੱਕਾ ਬੱਚਿਆਂ ਨੂੰ। ਕਿ ਦੂਜੀ ਕਲਾਸ ਮੈਂ ਪੜ੍ਹਦਾ ਸੀ ਤੇ ਲੋਲੀਪੌਪ ਖਾਣ ਜੋਗੇ ਪੈਸੇ ਨਹੀਂ ਸੀ ਹੁੰਦੇ। ਮੇਰਾ ਦੋਸਤ ਲੋਲੀਪੌਪ ਚੂਸਦਾ ਹੁੰਦਾ ਸੀ ਤੇ ਮੈਂ ਉਹਦਾ ਮੂੰਹ ਦੇਖਦਾ ਰਹਿੰਦਾ ਸੀ। ਬੱਚਿਓ ਮੈਂ ਕੋਈ ਕਹਾਣੀਆਂ ਬਣਾ ਕੇ ਨਹੀਂ ਸੁਣਾਉਂਦਾ, ਮੈਂ ਸੱਚ ਬੋਲਦਾ ਜੇ। ਤੇ ਹੁਣ ਉਹ ਅੱਜ ਜੋ ਕੁਝ ਰਾਜਾ ਮਹਾਰਾਜਾ ਕੋਲ ਹੁੰਦਾ ਮੇਰੇ ਕੋਲ ਹੈ, ਔਰ ਇਹੀ ਸਿੱਖਿਆ ਮੈਂ ਆਪਣੇ ਬੱਚਿਆਂ ਨੂੰ ਦਿੱਤੀ। ਅੱਜ ਮੇਰੇ ਬੱਚੇ ਇੱਥੇ ਰਾਜ ਕਰ ਰਹੇ ਆ, ਬਿਲਕੁਲ ਭਿਖਾਰੀ ਤੋਂ ਰਾਜਾ। ਔਰ ਫਿਰ ਦੇਖੋ ਸ਼ਬਦ ਬਿਲਕੁਲ ਸੱਚ ਹੈ। ਹੁਣ ਮੈਂ ਪਾਠ ਕੀਤਾ, ਬਾਣੀ ਪੜ੍ਹੀ, ਵਿਚਾਰ ਕੇ ਪੜ੍ਹੀ, ਭਾਵੇਂ 15 ਕੁ ਮਿੰਟ ਰੋਜ਼ ਤੋਂ ਸ਼ੁਰੂ ਕੀਤਾ ਸੀਗਾ। ਫਿਰ ਹੌਲੀ ਹੌਲੀ ਮੈਂ ਜਦੋਂ 12ਵੀਂ ਕਰ ਗਿਆ ਸੀ, ਮੈਂ ਸਹਿਜ ਪਾਠ ਕਰ ਲੈਂਦਾ ਸੀਗਾ, ਵਿਚਾਰ ਕੇ ਪੜ੍ਹਿਆ, ਅੱਖਰ ਅੱਖਰ ਸੱਚ ਹੀ ਨਿਕਲੀ ਜਾ ਰਿਹਾ ਸੀ। ਹੁਣ ਦੇਖੋ ਨਾ, ਮੈਂ ਘਰ ਮੰਗਿਆ, ਘਰ ਮਿਲ ਗਿਆ, ਕਾਰ ਮੰਗੀ, ਕਾਰ ਮਿਲ ਗਈ। ਆਪਾਂ ਮੰਗਦੇ ਆ ਨਾ, ਬੜਾ ਕੁਝ ਮੰਗਦੇ ਆ, ਦੁਨਿਆਵੀ ਚੀਜ਼ਾਂ ਬਹੁਤ ਮੰਗਦੇ ਆ। ਤੇ ਫਿਰ ਜਦੋਂ ਮੈਂ ਬਾਬਾ ਜੀ ਮੈਨੂੰ ਕਾਰੋਬਾਰ ਦੇ ਦਿਓ, ਮੇਰਾ ਦਿਲ ਕਰਦਾ ਸੀ ਮੈਂ ਬਿਜ਼ਨਸਮੈਨ ਬਣਾ, ਤੇ ਬਾਬਾ ਜੀ ਨੇ ਕਾਰੋਬਾਰ ਵੀ ਦੇ ਦਿੱਤਾ ਹੈ ਜੀ ਬੇਟੇ। ਔਰ ਫਿਰ ਉਸ ਤੋਂ ਬਾਅਦ ਜਦੋਂ ਮੈਂ ਸ਼ਾਦੀ ਹੋ ਗਈ, ਬੇਟਾ ਮੰਗਿਆ, ਬੇਟਾ ਮਿਲ ਗਿਆ, ਬੇਟੀ ਮੰਗੀ, ਬੇਟੀ ਮਿਲ ਗਈ। ਅੱਖਰ ਅੱਖਰ ਸੱਚ ਹੈ। ਇਹ ਗੁਰੂ ਸਾਹਿਬ ਦਿੰਦੇ ਕਿਹਨੂੰ ਦਿੰਦੇ? ਜਿਹੜਾ ਗੁਰੂ ਦਾ ਕਹਿਣਾ ਮੰਨੇ। ਬਸ ਇਹ ਗੱਲ ਬੰਨ ਲੈਣਾ ਅੱਜ ਪੱਲੇ ਬੇਟੇ, ਸਾਈਂ ਦੀ ਕੰਮ ਆਏਗੀ। ਅਸੀਂ ਗੁਰੂ ਦਾ ਕਹਿਣਾ ਨਹੀਂ ਮੰਨ ਰਹੇ ਹਾਂ, ਅਸੀਂ ਝੂਠ ਵੀ ਬੋਲ ਜਾਂਦੇ ਹਾਂ, ਨਿੰਦਾ ਚੁਗਲੀ ਕਰ ਜਾਂਦੇ, ਰਿਸ਼ਵਤ ਹੀ ਦੇ ਜਾਂਦੇ, ਰਿਸ਼ਵਤ ਲੈਣਾ, ਰਿਸ਼ਵਤ ਵੀ ਲੈ ਰਿਹਾ। ਪਰ ਉੱਥੇ ਤੇ ਲਿਖਿਆ ਹੋਇਆ ਗੱਲਾਂ ਸਾਰੀਆਂ, ਇਹ ਕੰਮ ਕਰਨਾ, ਇਹ ਕੰਮ ਨਹੀਂ ਕਰਨਾ। ਇੰਨੀ ਜੀ ਗੱਲ ਹੈ ਬੇਟੇ, ਬੜੀ ਸਿੰਪਲ ਜੀ ਗੱਲ ਹੈ। ਕੁਝ ਗੱਲਾਂ ਲਿਖੀਆਂ ਗੁਰੂ ਗ੍ਰੰਥ ਸਾਹਿਬ ਨਾ ਕਰਨਾ ਬੱਚਿਓ, ਤੇ ਕੁਝ ਗੱਲਾਂ ਲਿਖੀਆਂ ਕਰ ਲਿਆ ਕਰਨਾ। ਤੇ ਫਿਰ ਜਦੋਂ ਤੁਸੀਂ ਮੇਰਾ ਕਹਿਣਾ ਮੰਨੋਗੇ, ਹੁਣ ਗੱਲ ਇੱਥੇ ਆ ਜਾਂਦੀ ਹੈ, ਗੁਰੂ ਕਿੱਥੇ ਹੈ? ਗੁਰੂ ਸਾਡੇ ਨਾਲ ਹੀ ਹੈ। ਹਰ ਵੇਲੇ ਤੁਸੀਂ 2.5 ਮਹੀਨੇ ਕੈਂਪ 'ਚ ਮੈਂ ਦੇਖਦਾ ਰਿਹਾ, ਸਾਰੇ ਬੱਚਿਆਂ ਨੂੰ ਪਤਾ ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਫਿਰ ਗੁਰੂ ਸਾਡੇ ਨਾਲ ਹੀ ਹਰ ਵੇਲੇ ਸਭ ਨੂੰ ਵੇਖਦਾ ਪਿਆ। ਹੁਣ ਮੈਂ ਤਾਂ ਨਹੀਂ ਕਹਿੰਦਾ ਕਿ ਬਈ ਤੁਸੀਂ ਮੰਮੀ ਪਾਪਾ ਕੋਲ ਡਰਦੇ ਹੋ, ਮੇਰੇ ਕੋਲ ਡਰਦੇ ਹੋ। ਮੇਰੇ ਕੋਲ ਨਹੀਂ ਡਰਨ ਦੀ ਲੋੜ, ਮੰਮੀ ਪਾਪਾ ਕੋਲ ਡਰਨ ਦੀ ਲੋੜ ਨਹੀਂ ਹੈ। ਆਪਾਂ ਪਰਮਾਤਮਾ ਕੋਲ ਡਰਨਾ ਬੇਟੇ। ਅਸੀਂ ਪਰਮਾਤਮਾ ਦਾ ਕਹਿਣਾ ਮੰਨਾਂਗੇ। ਤੁਸੀਂ ਛੋਟੇ ਛੋਟੇ ਹੋ, ਤੁਹਾਡਾ ਸੀ ਜੀਵਨ 100 ਸਾਲ ਤੱਕ ਜਾਣਾ ਹੈ ਤੁਸੀਂ, ਤੇ ਅਜੇ ਕੁਝ ਨਹੀਂ ਵਿਗੜਿਆ। ਜੇ ਅੱਜ ਤੱਕ 15 ਮਿੰਟ ਵਾਲਾ ਪਾਠ ਨਹੀਂ ਸੀ ਕੀਤਾ, ਮੈਂ ਬੱਚਿਆਂ ਨੂੰ ਕਹਿਣਾ ਨਾ, ਅੱਜ ਹੀ ਸ਼ੁਰੂ ਕਰੋ, ਵਿਚਾਰ ਕੇ ਕਰੋ ਔਰ ਵਿਸ਼ਵਾਸ ਕਰੋ, ਫਿਰ ਗੁਰੂ ਦਾ ਕਹਿਣਾ ਮੰਨੋਗੇ ਨਾ। ਬਸ ਸਮਾਂ ਜ਼ਰੂਰ ਲੱਗਦਾ, ਮੈਨੂੰ 45 ਸਾਲ ਲੱਗੇ, ਮੈਂ ਭਿਖਾਰੀ ਤੋਂ ਰਾਜਾ ਬਣ ਗਿਆ। ਬੱਚਿਆਂ ਨੂੰ ਦੱਸਿਆ ਮੈਂ ਕਿ ਬੇਟੇ ਮੇਰੇ ਕੋਲ ਆਪਣਾ ਹਵਾਈ ਜਹਾਜ਼ ਰਾਜਾ ਮਹਾਰਾਜਾ ਕੋਲ ਹੁੰਦੇ ਆ। ਹੁਣ ਮੇਰੀ ਅਮੀਰੀ ਵੱਲ ਧਿਆਨ ਨਾ ਦੇਣਾ, ਮੈਂ ਅਮੀਰੀ ਦੱਸਣੀ ਹੁੰਦੀ ਤੇ ਮੈਂ ਫਿਰ ਇਹਦਾ ਨਾ ਕੀ ਇਹ ਪਿੰਡਾਂ 'ਚ ਫਿਰਦਾ ਉੱਥੇ, ਨਹੀਂ। ਜਿੰਨੇ ਸਵਾਸ ਮੇਰੇ ਬਾਕੀ ਹੈ, ਮੈਂ ਇਹ ਸੇਵਾ ਕਰਨਾ ਚਾਹਨਾ। ਮੇਰੇ ਕੋਲ ਦੁਨੀਆ ਸਭ ਤੋਂ ਮਹਿੰਗੀ ਕਾਰ, ਔਰ ਮੇਰੇ ਬੱਚੇ ਵੀ ਚਲਾ ਰਹੇ ਆ, ਔਰ ਮਹਿਲ ਵਰਗਾ ਘਰ। 2-2 ਘੰਟੇ ਮੇਰੇ ਇਹ ਘਰ ਦੇ ਬਾਹਰ ਅੰਗਰੇਜ਼ ਆ ਖੜੇ ਹੋ ਜਾਂਦੇ ਆ। ਉਹਨਾਂ ਨੇ, ਅੰਗਰੇਜ਼ਾਂ ਨੇ ਇਹੋ ਜਿਹਾ ਘਰ ਨਹੀਂ ਵੇਖਿਆ। ਸੋ ਬੱਚਿਓ, ਇਹ ਸਾਰੀ ਬਾਣੀ ਦੀ ਸ਼ਕਤੀ ਮੈਂ ਦੱਸ ਰਿਹਾ ਜੇ, ਤੇ ਇਹ ਮੈਨੂੰ ਪਰਮਾਤਮਾ ਨੇ ਭਿਖਾਰੀ ਤੋਂ ਰਾਜਾ ਬਣਾ ਦਿੱਤਾ। ਪਰ ਮੈਂ ਪਾਠ ਬਾਣੀ ਅਜੇ ਵੀ ਪੜ੍ਹਦਾ ਵਾਂ ਨਾ, ਇਸ ਤੋਂ ਵੱਡਾ ਸੁੱਖ ਮਿਲ ਗਿਆ। ਹੁਣ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਕਿਵੇਂ, ਇਹ ਵੀ ਹੈਰਾਨਗੀ ਦੀ ਗੱਲ ਹੈ। ਉਹ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨ ਲਈਏ। ਕਿਉਂਕਿ ਗੁਰੂ ਜੀ ਦਾ ਹੁਕਮ ਹੈ, ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ। ਹੁਣ ਮੈਂ ਨਾਮ ਵੀ ਜਪਿਆ, ਕਿਰਤ ਵੀ ਕੀਤੀ 45 ਸਾਲ, ਔਰ ਭਿਖਾਰੀ ਤੋਂ ਰਾਜਾ ਵੀ ਬਣ ਗਿਆ। ਤੇ ਹੁਣ ਮੈਂ ਜਦੋਂ 12 ਸਾਲ ਪਹਿਲੇ ਮੈਂ ਬੇਟੇ 2 ਲੱਖ ਰੁਪਈਆ ਰੋਜ਼ ਦਾ ਕਮਾ ਸਕਦਾ ਸੀ, ਕਿਉਂਕਿ ਬਾਬਾ ਜੀ ਨੇ ਮੈਨੂੰ ਕਾਰੋਬਾਰ ਦਿੱਤਾ। ਕਿੱਡਾ ਵੱਡਾ ਮੇਰਾ ਕਾਰੋਬਾਰ ਹੈ। ਕਿਉਂਕਿ ਜਦੋਂ ਮੈਂ ਇੰਗਲੈਂਡ ਆਇਆ ਸੀਗਾ, ਮੈਨੂੰ ਅੰਗਰੇਜ਼ ਨੌਕਰੀ ਦਿੰਦੇ ਸੀ। ਅਸੀਂ ਛੋਟੇ ਛੋਟੇ ਹੁੰਦੇ ਸੀਗੇ, ਮੈਨੂੰ ਯਾਦ ਹੈ ਸਾਡੀ ਦਾਦੀ ਨਾਨੀ ਸਾਡੇ ਬਿਸਤੇ ਤੇ ਆ ਜਾਂਦੇ,
ਆ ਕੇ ਸਾਨੂੰ ਸਾਖੀਆਂ ਸੁਣਾਉਂਦੇ ਸੀ ਦਾਦੀਆਂ ਨਾਨੀਆਂ ਸਾਡੀਆਂ। ਭਾਈ ਤਾਰੂ ਸਿੰਘ ਨੇ ਖੋਪੜੇ ਲਵਾ ਲਏ ਪਰ ਕੇਸ ਨਹੀਂ ਸੀ ਕਟਵਾਏ। ਪਰ ਅੱਜ ਤਾਂ ਮੈਂ ਦੇਖ ਲਿਆ ਪੰਜਾਬ ਵਿਚਕਾਰ ਇਹ ਤਾਂ ਨੌਜਵਾਨ ਬੱਚੇ ਕਹਿੰਦੇ ਦਾੜੀ ਕਿਸੇ ਨੂੰ ਅੰਬ ਲੱਗਣੀ ਹੈ। ਭਾਈ ਮੈਂ ਤਾਂ ਕਦੀ ਦਾੜੀ ਕਿਸ ਨਹੀਂ ਕਟਵਾਇਆ, ਕਿਉਂਕਿ ਮੈਨੂੰ ਪਤਾ ਗੁਰੂ ਮੇਰੇ ਨਾਲ ਹੈ ਤੇ ਮੈਂ ਆਪਣਾ ਕੰਮ ਕਰਾਣਾ। 3 ਮਹੀਨੇ ਮੈਂ ਦਰਦਾਂ ਦੀਆਂ ਠੋਕਰਾਂ ਖਾਈਆਂ ਇੰਗਲੈਂਡ ਚ ਆ ਕੇ। ਇਹ ਅੰਗਰੇਜ਼ ਮੈਨੂੰ ਨੌਕਰੀ ਦਿੰਦੇ ਸੀ, ਦਾੜੀ ਕੱਟ ਕੇ ਆ ਪਗੜੀ ਲਾ ਕੇ ਆ, ਪਰ ਮੈਨੂੰ ਵਿਸ਼ਵਾਸ ਬਣ ਚੁੱਕਾ ਸੀ। ਇਹ ਵਿਸ਼ਵਾਸ ਅੱਜ ਬੱਚਿਆਂ ਦਾ ਬਣਾ ਦੇਣਾ ਮੈਂ ਕਿ ਅਸੀਂ ਗੁਰੂ ਦਾ ਹੁਕਮ ਮੰਨਣਾ, ਗੁਰੂ ਦਾ ਕਹਿਣਾ ਮੰਨਣਾ, ਗੁਰੂ ਸਾਡੇ ਨਾਲ ਹੈ। 3 ਮਹੀਨੇ ਵਿੱਚੋਂ ਮੈਨੂੰ ਨੌਕਰੀ ਨਹੀਂ ਮਿਲੀ ਇੰਗਲੈਂਡ ਚ ਆ ਕੇ, ਤੇ ਮੈਨੂੰ ਇੱਥੇ ਆਪਣੇ ਜਿਹੜੇ ਨਾਲ ਦੇ ਹੋਰ ਦੋਸਤ ਮਿੱਤਰ ਹੁੰਦੇ ਸੀ ਕਹਿੰਦੇ ਯਾਰ ਤੂੰ ਦਾੜੀ ਕਟਾ ਲੈ, ਕੇਸ ਕਟਾ ਲੈ, ਤਾਂ ਨੌਕਰੀ ਸਵੇਰੇ ਮਿਲ ਜਾਏਗੀ। ਮੈਂ ਕਹਿੰਦਾ ਨਹੀਂ, ਮੈਂ ਨਹੀਂ ਕਟਾਵਾਂਗਾ, ਮੈਂ ਹਿੰਦੁਸਤਾਨ ਵਾਪਸ ਚਲ ਜਾਵਾਂਗਾ, ਕੋਈ ਗੱਲ ਨਹੀਂ, ਭਾਵੇਂ ਗਰੀਬੀ ਸੀਗੀ ਰੋਟੀ ਤਾਂ ਖਾਣ ਨੂੰ ਮਿਲ ਜਾਂਦੀ ਸੀ, ਤੇ ਮੈਂ ਦਾੜੀ ਕੇਸ ਨਹੀਂ ਕਟਾਵਾਂਗਾ। ਬੱਚਿਓ 3 ਮਹੀਨੇ ਬਾਅਦ ਫਿਰ ਮੇਰੇ ਮਾਮਾ ਹੀ ਨੇ, ਉਹ ਫੈਕਟਰੀ 'ਚ ਕੰਮ ਕਰਦੇ ਸੀ, ਅੰਗਰੇਜ਼ ਨੂੰ ਕਿਹਾ ਇਹ ਮੇਰਾ ਭਾਂਜਾ ਬੜਾ ਇਮਾਨਦਾਰ ਹੈ, ਬੜਾ ਮਿਹਨਤੀ ਹੈ, ਤੁਹਾਨੂੰ ਕਰਮਚਾਰੀਆਂ ਦੀ ਜ਼ਰੂਰਤ ਹੈ, ਉਹ ਕੰਮ ਕਰਕੇ ਦਿਖਾਏਗਾ। ਉਹ ਮੈਨੂੰ ਬੱਚਿਓ ਅੰਗਰੇਜ਼ ਨੇ ਨੌਕਰੀ ਦੇ ਦਿੱਤੀ। ਬਸ ਬੇਟੇ ਮੈਂ ਇਮਤਿਹਾਨ 'ਚੋਂ ਪਾਸ ਹੋ ਗਿਆ। ਇਹਨੂੰ ਅਸੀਂ ਕਹਿੰਦੇ ਆ ਬਾਬਾ ਜੀ ਵੀ ਇਮਤਿਹਾਨ ਲੈਂਦੇ ਆ, ਬੜਾ ਝੂਮਦੇ ਆ ਸੀ, ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਪਰ ਜਦੋਂ ਬੱਚੇ ਨੌਜਵਾਨ ਕਹਿੰਦੇ ਆ ਦਾੜੀ ਕੇ ਸਾਨੂੰ ਅੰਬ ਲੱਗਣੇ ਆ, ਅੱਜ ਮੇਰੀਆਂ ਭੁੱਲੀਆਂ ਹੋਈਆਂ ਭੈਣਾਂ ਵੀ ਕਹਿ ਰਹੀਆਂ ਨਾ, ਹੈ ਨਾ, ਇਹ ਬੱਚੇ ਨੂੰ ਕੋਈ ਭਾਈ ਬਣਾਉਣਾ ਹੈ, ਬੱਚੇ ਨੂੰ ਕੋਈ ਪਾਠੀ ਬਣਾਉਣਾ ਹੈ। ਨਹੀਂ, ਮੇਰਾ ਬੇਟਾ ਅਖੰਡ ਪਾਠ ਵੀ ਕਰਨ ਦਾ, ਮੇਰੀ ਬੇਟੀ ਅਖੰਡ ਪਾਠ ਵੀ ਕਰਨ ਦੀ ਹੈ। ਦੋਨੋਂ ਬੱਚੇ ਪੜ੍ਹੇ ਲਿਖੇ, ਇੱਥੇ ਲੰਡਨ ਸਕੂਲ ਇਕਨੋਮਿਕਸ ਤੋਂ MBA ਕੀਤੀ ਹੈ ਬੇਟੇ ਮੇਰੇ ਨੇ। ਸੋ ਬੱਚਿਓ ਹੁਣ ਤੁਸੀਂ ਆਪਣੇ ਦਾ ਲਾ ਲਓ, ਅੱਜ ਭੁੱਲ ਗਏ ਅਸੀਂ। ਮੈਂ ਕਿਸੇ ਦੇ ਮੰਮੀ ਪਾਪਾ ਨੂੰ ਮਾੜਾ ਨਹੀਂ ਕਹਿੰਦਾ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰ ਕਰਤਾਰ, ਇੱਕ ਪਰਮਾਤਮਾ ਨਹੀਂ ਭੁੱਲਦਾ, ਅਸੀਂ ਭੁੱਲ ਜਾਂਦੇ ਹਾਂ। ਭੁੱਲੇ ਕੋ ਗੁਰ ਮਾਰਗ ਪਾਇਆ। ਸੋ ਬਾਬਾ ਜੀ ਨੇ ਮੇਰੀ ਡਿਊਟੀ ਲਾ ਛੱਡੀ ਹੈ, ਕਿਉਂਕਿ ਮੈਂ ਬੱਚੇ 2 ਲੱਖ ਰੁਪਇਆ ਰੋਜ਼ ਦਾ 15 ਸਾਲ ਪਹਿਲੇ ਕਮਾ ਸਕਦਾ ਸੀ। ਤੇ ਮੈਂ ਬਾਬਾ ਜੀ ਅੱਗੇ ਗਿਆ, ਅਰਦਾਸ ਕੀਤੀ, ਬਾਬਾ ਜੀ ਮੈਂ ਕੀ ਕਰਾਂਗਾ 2 ਲੱਖ ਰੁਪਇਆ ਰੋਜ਼ ਦਾ ਇਕੱਠਾ ਕਰਕੇ, ਨਾਲ ਤਾਂ ਸੂਈ ਨਹੀਂ ਜਾਂਦੀ, ਮੈਨੂੰ ਪਤਾ ਲੱਗ ਗਿਆ। ਤੇ ਬਾਬਾ ਜੀ ਮੈਂ ਤੁਹਾਡਾ ਧੰਨਵਾਦ ਕੋਈ ਨਹੀਂ ਕੀਤਾ। ਹੁਣ ਧੰਨਵਾਦ ਦੇਖੋ ਬੱਚਿਓ ਕਰਨਾ ਬਣਦਾ, ਬਿਲਕੁਲ ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਚੱਕੋ। ਬਾਬਾ ਜੀ ਦਾ ਹੁਕਮ ਹੈ, ਮੈਂ ਵੀ ਹੁਕਮ ਮੰਨਦਾ, ਅਜੇ ਵੀ ਮੰਨਦਾ ਪਿਆ ਵਾਂ। ਉਹ ਫਿਰ ਮੈਂ ਜਾ ਕੇ ਪੰਜਾਬ ਵਿੱਚ ਪਿੰਡਾਂ ਜਾ ਕੇ ਉਹ ਬੱਚਿਆਂ ਦੇ ਮਾਤਾ ਪਿਤਾ ਭੁੱਲ ਗਏ ਤੇ ਮੈਂ ਸਕੂਲਾਂ ਜਾ ਕੇ ਬੱਚਿਆਂ ਨੂੰ ਦੱਸਦਾ ਆਪਣੀ ਕਹਾਣੀ, ਤੇ ਘੱਟੋ ਘੱਟ ਗੁਟਕਾ ਸਾਹਿਬ ਫ੍ਰੀ ਦੇ ਕੇ, ਸੈਂਚੀਆਂ ਪੋਥੀਆਂ ਫ੍ਰੀ ਦੇ ਕੇ ਬੱਚਿਆਂ ਨੂੰ ਕਹਿੰਦਾ ਆਪਾਂ ਗੁਰੂ ਗ੍ਰੰਥ ਆਪ ਪੜ੍ਹ ਸਕਦੇ ਹਾਂ। ਇਹ ਖਾਲੀ ਇਹ ਭਾਈ ਸਾਹਿਬ ਨੇ ਨਹੀਂ ਪੜ੍ਹਨਾ, ਇਹਨੂੰ ਪੜ੍ਹੀਏ, ਵਿਚਾਰ ਕੇ ਪੜ੍ਹੀਏ। ਭਾਵੇਂ ਇੱਕ ਅੰਗ ਰੋਜ਼ ਦਾ ਪੜ੍ਹ ਲਓ ਬੱਚਿਓ, ਕੁਝ ਮੁਸ਼ਕਲ ਨਹੀਂ, ਕੋਈ ਇਹ ਨਹੀਂ ਕਿ 7-9 ਦਿਨਾਂ 'ਚ ਭੋਗ ਪਾਉਣਾ ਹੈ। ਆਪਾਂ ਵਿਚਾਰ ਕੇ ਪੜ੍ਹੀਏ ਤੇ ਫਿਰ ਗੁਰੂ ਦਾ ਕਹਿਣਾ ਮੰਨੀਏ। ਸੋ ਮੈਨੂੰ ਹੁਣ ਜਿਹੜਾ ਸੁੱਖ ਮਿਲ ਰਿਹਾ ਨਾ, ਮੇਰੇ ਕੋਲ 1,70,000 ਬੱਚਾ ਪੰਜਾਬ ਦਾ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਚੁੱਕਾ ਹੈ, ਤੇ ਐਸੇ ਬੱਚੇ ਤਿਆਰ ਹੋ ਰਹੇ ਆ, ਕਿਉਂਕਿ ਮੈਨੂੰ ਹੁਣ ਬੱਚੇ ਜ਼ਿੰਦਗੀ 'ਚ ਮਿਲੇ ਜਿਹੜੇ, ਕਿ ਫਿਰ ਉਹ ਜਿੱਥੇ ਬੱਚਿਆਂ ਨੂੰ ਮੈਂ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਤੇ ਮੈਂ ਚਾਹੁੰਦਾ ਸੀ, ਕਿਉਂਕਿ ਮੈਨੂੰ ਵੀਰ ਜੀ ਦਾ ਥਾਪੜਾ ਸੀਗਾ ਭਾਈ ਸਾਹਿਬ ਜਸਬੀਰ ਸਿੰਘ ਖਾਲਸਾ ਖੰਨੇ ਵਾਲਿਆਂ ਦਾ, ਕਿਉਂਕਿ ਦਾਸ ਨੂੰ ਸੇਵਾ ਦਾ ਮੌਕਾ ਮਿਲਿਆ ਸੀ। 15 ਸਾਲ ਇੱਥੇ ਤੁਹਾਡੇ ਹਿੰਦੁਸਤਾਨ ਦੇ ਸਾਰੇ ਰਾਗੀ ਪ੍ਰਚਾਰਕ ਬੁਲਾਏ, ਤੇ ਰਾਗੀ ਪ੍ਰਚਾਰਕ ਵਿਚਾਰੇ ਨਹੀਂ ਮੇਰੀ ਤਾਂਘ ਨੂੰ ਸਮਝ ਸਕੇ। ਬਈ ਭਾਈ ਸਾਹਿਬ ਜੀ ਇਹ ਪ੍ਰਚਾਰਕ ਹੋ ਤੁਸੀਂ, ਤੁਹਾਡਾ ਕੰਮ ਹੈ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ, ਮਾਤਾ ਪਿਤਾ ਨੂੰ ਸਮਝਾਉਣਾ ਕਿ ਬਾਣੀ ਅਸੀਂ ਆਪ ਪੜ੍ਹ ਸਕਦੇ ਹਾਂ, ਪਰ ਇਹ ਪ੍ਰਚਾਰਕ ਨਹੀਂ ਸਮਝ ਸਕੇ। ਭਾਈ ਜਸਬੀਰ ਸਿੰਘ ਖਾਲਸਾ ਖੰਨੇ ਵਾਲਿਆਂ ਨੇ ਮੇਰੀ ਤਾਂਘ ਨੂੰ ਸਮਝਿਆ ਸੀ, ਪਰ ਉਹ ਵਿਚਾਰੇ ਮੈਨੂੰ ਇਹ ਸੰਸਥਾ ਆਰੰਭ ਕਰਨ ਤੋਂ 28 ਦਿਨ ਬਾਅਦ ਸੰਸਾਰ ਤੋਂ ਚਲੇ ਗਏ। ਉਹਨਾਂ ਨੇ ਅਰਦਾਸ ਕੀਤੀ ਸੀਗੀ, ਕਲਾ ਵਰਤੇਗੀ, ਸਾਂਭਿਆ ਨਹੀਂ ਜਾਣਾ, ਘਬਰਾਉਣਾ ਨਾ। ਸੋ ਬੱਚਿਓ ਮੈਂ ਅੱਜ 15 ਸਾਲ ਹੋ ਗਏ ਸੇਵਾ ਕਰਦਿਆਂ, ਉਹ ਵੀਰ ਜੀ ਚਲੇ ਗਏ, ਉਹ ਕੋਈ ਐਸੀ ਸ਼ਕਤੀ ਮੈਨੂੰ ਦੇ ਗਏ। ਤੇ ਮੇਰਾ ਤਾਂ ਵੱਡਾ ਸਾਰਾ ਕਾਰੋਬਾਰ ਸੀਗਾ, ਉਹ ਕਾਰੋਬਾਰ ਚੋਂ ਨਿਕਲਣਾ ਕੋਈ ਆਸਾਨ ਜੀ ਗੱਲ ਹੁੰਦੀ ਸੀਗੀ। ਮੈਂ 2 ਹਫ਼ਤੇ ਲਈ ਜਾਂਦਾ ਸੀ, ਫਿਰ ਆ ਜਾਂਦਾ ਸੀ, ਆ ਜਾਂਦਾ ਸੀ, 50,000 ਰੁਪਏ ਟਿਕਟ ਵੀ ਲੱਗਦੀ ਸੀਗੀ, ਪਰ ਬਾਣੀ ਪੜ੍ਹਦਾ ਸੀਗਾ ਉਹ, ਕਿਉਂਕਿ ਮੈਨੂੰ ਡਰ ਲੱਗਦਾ ਸੀ, ਮੈਂ ਵੀ ਤੁਹਾਡੇ ਮੰਮੀ ਪਾਪਾ ਵਰਗਾ ਇਨਸਾਨ ਹੀ ਆ, ਕਿ ਹਾਏ 35 ਸਾਲ ਲੱਗੇ ਮੈਨੂੰ ਕਾਰੋਬਾਰ ਸੈੱਟ ਕਰਦਿਆਂ, ਪਿੱਛੋਂ ਮੇਰਾ ਕਾਰੋਬਾਰ ਨਾ ਵਿਗੜ ਜਾਏ। ਪਰ ਜਦੋਂ 3 ਸਾਲਾਂ ਬਾਅਦ ਦੇਖਿਆ ਮੇਰਾ ਕਾਰੋਬਾਰ ਤਾਂ 1.5 ਗੁਣਾ ਹੋ ਗਿਆ, ਕਿਉਂਕਿ ਬਾਣੀ 'ਚ ਵੀ ਲਿਖਿਆ ਹੋਇਆ, ਸੱਚ ਆ ਗਿਆ ਲਿਖਿਆ, ਮੈਨੂੰ ਵਿਸ਼ਵਾਸ ਹੋ ਗਿਆ। ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੋ ਵਧੋ ਜਾਈ। ਸੋ ਪੰਜਾਬ ਜਾ ਕੇ ਇੱਥੇ ਬੱਚਿਆਂ ਨੂੰ ਗੁਰਮਤਿ ਨਾਲ ਜੋੜਦਾ ਸੀ। ਉੱਥੇ ਮੈਨੂੰ ਭਾਈ ਸਾਹਿਬ ਜਸਬੀਰ ਸਿੰਘ ਖਾਲਸਾ ਖੰਨੇ ਵਾਲੇ ਨੇ ਕਿਹਾ ਸੀ ਇਹਨਾਂ ਬੱਚਿਆਂ ਨੂੰ ਕਿਰਤ ਵੀ ਕਰਨ ਵਾਸਤੇ ਲਾਣਾ ਹੈ, ਤੇ ਉਹਦੇ ਲਈ ਸਮੇਂ ਦੀ ਲੋੜ ਹੈ, ਸਮੇਂ ਦੀ ਲੋੜ ਹੈ ਕਿ ਬੱਚਿਆਂ ਨੂੰ ਪੜ੍ਹਾਈਆਂ ਕਰਾਈਏ, ਵਾਧੂ ਪੜ੍ਹਾਈਆਂ ਕਰਾਈਏ। ਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਬੱਚਿਆਂ ਨੂੰ ਨਾ ਇੱਕ ਨਾਲ ਇਹ ਵੀ ਜ਼ਰੂਰ ਲਫ਼ਜ਼ ਲੱਗਾ ਹੋਵੇ, ਜੇ ਡਾਕਟਰ ਬਣੇ ਤੇ ਗੁਰਸਿੱਖ ਡਾਕਟਰ ਹੋਵੇ, ਜੇ ਜੱਜ ਬਣੇ ਤੇ ਗੁਰਸਿੱਖ ਜੱਜ ਹੋਵੇ, ਤੇ ਜੇ ਕੋਈ IPS ਅਫਸਰ ਬਣੇ ਤੇ ਗੁਰਸਿੱਖ IPS ਅਫਸਰ ਹੋਵੇ। ਇਸ ਤਰ੍ਹਾਂ ਵੱਡੇ ਅਫਸਰ, ਵੱਡੀਆਂ ਪੋਸਟਾਂ ਤੇ ਆਪਾਂ ਗੁਰਸਿੱਖ ਬੱਚੇ ਬਣਾਉਣੇ ਆ, ਕਿਉਂਕਿ ਅੱਜ ਡਾਕਟਰ ਕਿਡਨੀਆਂ ਵੇਚ ਰਿਹਾ ਬੱਚਿਓ, ਅਸੀਂ ਉਹ ਡਾਕਟਰ ਨਹੀਂ ਬਣਨਾ। ਜੇ ਤੁਹਾਡੇ ਕੋਲ ਗੁਰੂ ਦੀ ਮੱਤ ਹੋਏਗੀ, ਤੁਸੀਂ ਡਰਦੇ ਹੋ ਗੁਰੂ ਤੁਹਾਨੂੰ ਵੇਖ ਰਿਹਾ, ਤੁਸੀਂ ਕਿਡਨੀਆਂ ਵੇਚਣ ਵਾਲੇ ਡਾਕਟਰ ਨਹੀਂ ਬਣੋਗੇ। ਔਰ ਬੱਚਿਓ ਜੱਜ ਨਹੀਂ ਬਣੋਗੇ ਜਿਹੜੇ ਕਿ ਰਿਸ਼ਵਤ ਲੈਣ ਵਾਲੇ ਜੱਜ ਹੈ, ਜਦੋਂ ਤੁਹਾਡੇ ਕੋਲ ਗੁਰੂ ਦੀ ਸਿੱਖਿਆ ਨਾਲ ਹੋਏਗੀ। ਸੋ ਇਸ ਤਰੀਕੇ ਬੇਟੇ ਮੈਂ ਹੁਣ ਹਿੰਦੁਸਤਾਨ ਚੋਂ ਕਿਵੇਂ ਨਿਕਲਿਆ ਸੀਗਾ, ਹੁਣ ਕਿਵੇਂ ਪਹੁੰਚਿਆ ਮੈਂ ਇੱਥੇ, ਕਿਉਂਕਿ ਬਿਲਕੁਲ ਬਾਬਾ ਜੀ ਇਮਤਿਹਾਨ ਲੈਂਦੇ ਆ, ਬੜਾ ਗੁਰਦੁਆਰੇ ਜਾਂਦਾ, ਬੜਾ ਪਾਠ ਕਰਦਾ। ਹੁਣ ਮੈਂ ਬੇਟੇ ਜਦੋਂ ਪੜ੍ਹਾਈ ਕਰ ਲਈ ਸੀਗੀ, ਮੇਰੇ ਮਾਤਾ ਪਿਤਾ ਹੋਰ ਪੜ੍ਹਾ ਨਹੀਂ ਸਕਦੇ ਸੀ, ਤੇ ਜਾਂ ਬੇਟਾ ਇੱਕ ਨੌਕਰੀ ਨਿਕਲੀ ਆ 700 ਰੁਪਏ ਮਹੀਨੇ ਦੀ,
ਤੇ ਬੱਚਿਓ ਨੌਕਰੀ ਮੈਂ ਲੈਣ ਵਾਸਤੇ ਗਿਆ ਸੀਗਾ, ਪਰ ਮੈਂ ਰਸਤੇ 'ਚ, ਕਿਉਂਕਿ ਮੈਂ ਦਿੱਲੀ ਦਾ ਜੰਮਪਲ ਬੱਚਿਓ, ਪਰ ਮੈਨੂੰ ਪੰਜਾਬ ਦੀ ਧਰਤੀ ਨਾਲ ਪਿਆਰ ਹੈ, ਮੇਰੇ ਗੁਰੂਆਂ ਦੀ ਧਰਤੀ। ਸੋ ਮੈਂ ਦਿੱਲੀ ਦਾ ਰਹਿਣ ਵਾਲਾ, ਦਿੱਲੀ ਦਾ ਜੰਮਪਲ, ਤੇ ਮੈਂ ਰਸਤੇ 'ਚ ਬੰਗਲਾ ਸਾਹਿਬ ਗੁਰਦੁਆਰੇ ਗਿਆ, ਮੱਥਾ ਟੇਕਿਆ, ਅਰਦਾਸ ਕੀਤੀ, ਬਾਬਾ ਜੀ ਇਹ ਨੌਕਰੀ ਦਵਾ ਦੇਣਾ, ਘਰ 'ਚ ਪੈਸੇ ਆ ਜਾਣਗੇ, ਘਰ ਦਾ ਗੁਜ਼ਾਰਾ ਚੱਲ ਪਏਗਾ। ਹੁਣ ਬਾਬਾ ਜੀ ਕਹਿੰਦੇ ਆ ਬੜਾ ਪਾਠ ਕੀਤਾ ਇਹਨੇ, ਵੇਖਾਂ ਹੁਣ ਮੈਂ ਨੌਕਰੀ ਦੇਣ ਤੋਂ ਪਹਿਲੇ ਇਹ ਮੇਰਾ ਕਹਿਣਾ ਵੀ ਮੰਨਦਾ ਕਿ ਨਹੀਂ ਮੰਨਦਾ। ਹੁਣ ਜਦੋਂ ਮੈਂ ਨੌਕਰੀ ਲੈਣ ਗਿਆ ਸੀਗਾ, ਉਹ ਵੀਰ ਨੇ ਮੇਰੇ ਦੇਖੇ ਕਾਗਜ਼ ਦੇਖੇ, ਸਭ ਦੇਖ ਕੇ ਕਹਿੰਦਾ ਵੀ ਸੌਰੀ, ਤੇਰੇ ਲਈ ਕੋਈ ਨੌਕਰੀ ਨਹੀਂ। ਤੇ ਨਾਲ ਹੀ ਉਂਗਲੀ ਨਾਲ ਇਸ਼ਾਰਾ ਕਰਤਾ ਨਾ, ਜਿਵੇਂ ਆਪਾਂ ਉਂਗਲੀਆਂ ਇਸ਼ਾਰਾ ਕਰਦੇ ਹਾਂ, ਅੰਗੂਠਾ ਤੇ ਛੋਟੀ ਨਾਲ ਵਾਲੀ ਉਂਗਲੀ ਲਾ ਕੇ, ਬਈ ਰਿਸ਼ਵਤ, ਰਿਸ਼ਵਤ ਮੰਗ ਲਈ, ਰਿਸ਼ਵਤ, ਹੈ ਨਾ। ਤੇ ਮੈਨੂੰ ਹੁਣ ਵਿਸ਼ਵਾਸ ਸੀਗਾ ਪਰਮਾਤਮਾ ਤੇ, ਹੈ ਰਿਸ਼ਵਤ ਨਹੀਂ ਦੇਣੀ, ਭਾਵੇਂ ਕੁਛ ਹੋ ਜਾਏ, ਨਾ ਦੇਵੇ ਨੌਕਰੀ, ਕੋਈ ਗੱਲ ਨਹੀਂ, ਮੇਰਾ ਕੰਮ ਗੁਰੂ ਆਪ ਕਰੇਗਾ। ਔਰ ਉਹ ਕਰਦਾ ਜੇ ਬੇਟੇ, ਸੰਤਾਂ ਕੇ ਕਾਰਜ ਆਪ ਖਲੋਆ। ਹੁਣ ਬੱਚਿਆਂ ਨੂੰ ਨਹੀਂ ਪਤਾ ਸੰਤ ਕੌਣ ਹੈ, ਮੰਮਾ ਕਹਿੰਦੀ ਆ ਬਾਬਾ ਜੀ ਆ ਗਏ, ਸੰਤ ਜੀ ਆ ਗਏ। ਨਹੀਂ ਬੱਚਿਓ, ਅਸੀਂ ਸਾਰਿਆਂ ਦਾ ਸਤਿਕਾਰ ਕਰਨਾ ਹੈ, ਵੱਡਿਆਂ ਦਾ, ਪਰ ਕਿਸੇ ਚੋਲੇ ਦਾ ਜਾਂ ਗੋਲ ਪੱਗ ਵਾਲੇ ਦਾ ਅਸੀਂ ਉਹਨੂੰ ਸੰਤ ਨਹੀਂ ਕਹਿ ਸਕਦੇ। ਔਰ ਬੇਟੇ ਸੰਤ ਕੌਣ ਹੈ? ਜਿਹੜਾ ਗੁਰੂ ਦਾ ਕਹਿਣਾ ਮੰਨਦਾ, ਉਹ ਸੰਤ ਜੇ, ਉਹਦੇ ਕੰਮ ਪਰਮਾਤਮਾ ਆਪ ਕਰਦਾ ਜੇ। ਤੁਸੀਂ ਅੱਜ ਬਾਬਾ ਜੀ ਦਾ ਕਹਿਣਾ ਮੰਨਣਾ ਸ਼ੁਰੂ ਕਰੋ, ਵੇਖਣਾ ਤੁਹਾਡੇ ਕੰਮ ਹੋਣੇ ਸ਼ੁਰੂ ਹੋ ਜਾਣੇ ਜੇ। ਤੁਸੀਂ ਸੰਤ ਹੋ ਬੇਟੇ, ਪਰ ਮਾਫ ਕਰਨਾ, ਅੱਜ ਸਾਡੇ ਕੋਲ ਗਲਤੀਆਂ ਹੋਈਆਂ, ਰਿਸ਼ਵਤ ਦੇਣਾ, ਰਿਸ਼ਵਤ ਦੇ ਰਿਹਾ, ਝੂਠ ਬੋਲ ਰਹੇ ਅਸੀਂ ਬੱਚਿਓ। ਬਾਬਾ ਜੀ ਕਹਿੰਦਾ ਝੂਠ ਨਹੀਂ ਬੋਲਣਾ, ਨਿੰਦਾ ਚੁਗਲੀ ਨਹੀਂ ਕਰਨੀ, ਹੋਰ ਕਈ ਤਰ੍ਹਾਂ ਦੀਆਂ ਗਲਤੀਆਂ ਸਾਡੇ ਕੋਲ ਹੋ ਰਹੀਆਂ ਵਿੱਚ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਤੇ ਕਾਬੂ ਕਰਨਾ ਆਪਾਂ ਬੇਟੇ। ਪਰ ਮੇਰੇ ਬੱਚਿਆਂ ਨੇ ਬਹੁਤ ਕੁਝ ਸਿੱਖ ਲਿਆ ਇਹਨਾਂ ਦਿਨਾਂ 'ਚ, ਮੈਂ ਦੇਖ ਲਿਆ। ਇਹ ਸਭ ਕੁਝ ਜਦੋਂ ਕਾਬੂ ਹੋ ਜਾਏਗਾ ਨਾ ਬੇਟੇ ਜੀ, ਇਹ ਵੇਖਣਾ ਫਿਰ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਇਹ ਮੈਨੂੰ ਬਾਬਾ ਜੀ ਨੇ ਦਿੱਤਾ, ਔਰ ਇੱਥੋਂ ਤੱਕ ਪਹੁੰਚ ਜਾਂਦਾ ਬੰਦਾ। ਤੁਸੀਂ ਸੱਚ ਹੈ ਬੱਚਿਓ, ਤੁਸੀਂ ਆਉਣਾ, ਪੰਕਤੀ ਵੀ ਸਾਰੇ ਬੱਚੇ ਬੋਲਦੇ ਆ, ਜਾਣਦੇ ਆ, ਹੈ ਨਾ, ਰੋਜ਼ ਪੜ੍ਹਦੇ ਵੀ ਹੋ ਤੁਸੀਂ, ਅੱਜ ਵੀ ਪੜ੍ਹੀ ਹੋਣੀ ਬੱਚਿਆਂ ਨੇ, ਦੇਂਦਾ ਦੇ ਲੈਂਦੇ ਥੱਕ ਪਾਏ। ਇਹ ਕੌਣ ਹੈ ਦੇਣ ਵਾਲਾ? ਪਰਮਾਤਮਾ। ਉਹ ਨਹੀਂ ਥੱਕਿਆ ਸੀਗਾ, ਮੈਂ ਥੱਕ ਗਿਆ ਸੀ। ਬਾਬਾ ਜੀ ਕੀ ਕਰਾਂਗਾ, 2 ਲੱਖ ਰੁਪਇਆ ਰੋਜ਼ ਦਾ ਕਮਾ ਕੇ, ਨਾਲ ਤਾਂ ਸੂਈ ਨਹੀਂ ਜਾਣੀ। ਸੋ ਬੱਚਿਓ, ਉਸ ਤੋਂ ਬਾਅਦ ਫਿਰ ਮੈਂ ਕਈ ਵਾਰੀ 6-6 ਮਹੀਨੇ ਇੰਡੀਆ ਜਾ ਕੇ ਬੱਚਿਆਂ ਨੂੰ ਜੋੜਦਾ ਰਿਹਾ। ਅੱਜ 1,70,000 ਬੱਚਾ ਜਿਨ੍ਹਾਂ ਨੂੰ ਮੈਂ ਪਰਮਾਤਮਾ ਨਾਲ ਜੋੜਿਆ, ਗੁਰੂ ਸਾਹਿਬ ਦੀ ਕਿਰਪਾ ਨਾਲ। ਔਰ ਬੱਚਿਆਂ ਨੂੰ ਫਿਰ ਮੈਂ ਪੜ੍ਹਾਈਆਂ ਕਰਾਉਣ ਤੇ ਵੀ ਲਾਇਆ। ਇੱਕ ਬੱਚੀ ਜਿਵੇਂ ਜਗਜੋਤ ਕੌਰ, ਬੂਟਰ ਪਿੰਡ ਦੀ, ਸਾਰੇ ਬੱਚਿਆਂ ਨੂੰ ਪਤਾ ਹੈ, ਉਹ ਜ਼ੂਮ ਦੇ ਉੱਤੇ ਆ ਚੁੱਕੀ ਹੈ ਬੱਚੀ, ਕੈਨੇਡਾ ਬੈਠੀ ਹੈ। ਉਹਦਾ ਡੈਡੀ ਨਸ਼ੇੜੀ ਸੀਗਾ, ਔਰ ਮੰਮੀ ਅਨਪੜ੍ਹ, ਵੀਰਾ ਵੀ ਕੇਸ ਕੋਈ ਨਾ, ਔਰ ਬਿਲਕੁਲ ਬੁਰੀ ਹਾਲਤ ਘਰ ਦੀ, ਨਸ਼ੇੜੀ ਪਾਪਾ, ਬੱਚੀ ਪੜਾਕੂ। ਜਗਜੋਤ ਕੌਰ ਸਰਕਾਰੀ ਸਕੂਲ 'ਚ ਪੜ੍ਹੀ, ਮੈਂ ਸਕੂਲਾਂ ਲੈਕਚਰ ਦੇਣ ਗਿਆ। ਉਹ ਬੱਚੀ ਨੇ ਉੱਥੇ ਜਦੋਂ ਮੇਰੇ ਲੈਕਚਰ ਸੁਣਿਆ ਤੇ ਬਾਹਾਂ ਉੱਚੀਆਂ ਕਰਕੇ ਕਹਿੰਦੀ ਹੈ, ਬਾਬਾ ਜੀ ਲਿਆਓ ਗੁਟਕਾ ਸਾਹਿਬ, ਅੱਜ ਤੋਂ ਬਾਅਦ ਸਾਰੇ ਬੱਚੇ ਬਾਹਾਂ ਉੱਚੀਆਂ ਕਰਕੇ, ਹਾਂ ਅਸੀਂ ਪਾਠ ਕਰਾਂਗੇ, ਵਿਚਾਰ ਕੇ ਕਰਾਂਗੇ, ਔਰ ਅਸੀਂ ਗੁਟਕਾ ਸਾਹਿਬ ਫ੍ਰੀ ਦੇ ਦਿੰਦੇ ਹਾਂ, ਸੰਚੀਆਂ ਪੋਥੀਆਂ ਫ੍ਰੀ ਦੇ ਦਿੰਦੇ ਹਾਂ, ਕੋਈ ਗੱਲ ਨਹੀਂ। ਉਹ ਬੱਚੀ ਕਹਿੰਦੀ ਹੈ, ਬਾਬਾ ਜੀ ਮੈਂ ਵੀ ਵੱਡੀ ਹੋ ਕੇ ਤੁਹਾਡੇ ਵਰਗੇ ਕੰਮ ਕਰਾਂਗੀ, ਹੋਰਾਂ ਦੀ ਮਦਦ ਵੀ ਕਰਾਂਗੀ, ਮੇਰੀ ਪੜ੍ਹਾਈ ਦੀ ਫੀਸ ਦੇ ਦਿਓ। ਤੇ ਬੱਚਿਓ, ਮੈਂ 3 ਸਾਲ ਫਿਰ ਉੱਥੇ ਉਹਨੂੰ ਉਹ ਪੜ੍ਹਾਈ ਕਰਾਈ ਸੀਗੀ। ਬੱਚੀ ਨੇ ਬੀਟੈਕ ਕੀਤੀ 4 ਸਾਲ, ਬੀਟੈਕ ਕਰ ਲਈ, 94% ਮਾਰਕ ਲੈ ਕੇ ਆਈ। +2 'ਚ ਉਹਦੇ 84% ਮਾਰਕਸ ਸੀਗੇ। ਉਹਦੀ ਟਿਊਸ਼ਨਾਂ ਲਵਾਤੀਆਂ। ਔਰ ਬੱਚਿਓ, ਮੈਂ ਤੁਹਾਡੇ ਲਈ ਪੈਸਾ ਇੰਨਾ ਇਕੱਠਾ ਕੀਤਾ, ਇੱਥੇ ਮੇਰੇ ਕੋਲ ਸੰਗਤ ਮੇਰੇ ਨਾਲ ਹੈ, ਔਰ ਜਿੰਨਾ ਪੈਸਾ ਤੁਹਾਨੂੰ ਚਾਹੀਦਾ ਬੱਚਿਓ ਤੁਹਾਨੂੰ ਮਿਲੇਗਾ। ਪਰ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਮੰਨਣਾ ਹੈ, ਦੂਜਾ ਪੜ੍ਹਾਈ। ਇਹ 2 ਚੀਜ਼ਾਂ ਤੁਹਾਡੀ ਉਮਰ ਹੈ ਨਾ। ਆਪਾਂ ਜਦੋਂ ਇੱਕ ਵਾਰੀ ਸੈੱਟ ਹੋ ਜਾਵਾਂਗੇ, ਫਿਰ ਮੌਜਾਂ ਕਰਨਾ ਸਾਰੀਆਂ, ਉਮਰ ਪਈ ਹੈ ਮੌਜਾਂ ਕਰਨ ਦੀ। ਇਸ ਵੇਲੇ ਹੋਰ ਤੀਜਾ ਕੰਮ ਨਾ ਕਰੋ। ਅੱਜ ਬਹੁਤ ਲੱਚਰ ਗੀਤ, ਗਾਣੇ, ਸੀਰੀਅਲ, ਹੈ ਨਾ, ਮੋਬਾਈਲ 'ਚ ਗਾਣੇ, ਇਹ ਚੀਜ਼ਾਂ ਬਚਣਾ। ਅੱਜ ਦਾੜੀ ਕੇਸ ਕਟਾਏ ਬੱਚਿਆਂ ਨੇ, ਧਾਗੇ ਤਵੀਜ਼ਾਂ ਪਾਈਆਂ ਹੋਈਆਂ, ਲਓ ਦੇਖੋ, ਇਹਨਾਂ ਚੀਜ਼ਾਂ ਤੋਂ ਸਾਡੇ ਗੁਰੂ ਨਾਨਕ ਸਾਹਿਬ ਨੇ ਕੱਢਿਆ ਸੀ। ਧਾਗੇ ਤਵੀਜ਼ਾਂ ਨਹੀਂ ਪਾਣੀਆਂ, ਕੜਾ ਪਾਓ, ਕਸ਼ਹਿਰਾ ਪਾਓ, ਕਿਰਪਾਨ ਪਾਓ, ਪਰ ਆਪਾਂ ਭੁੱਲ ਗਏ ਹਾਂ ਬੇਟੇ। ਸੋ ਧਾਗੇ ਤਵੀਜ਼ਾਂ ਤੋੜ ਦਿਓ, ਅੱਜ ਹੀ ਤੋੜ ਦਿਓ ਬੇਟੇ, ਨਹੀਂ ਤਾਂ ਫਿਰ ਤਾਂ ਆਪਾਂ ਇਹ ਗੁਰੂ ਦਾ ਕਹਿਣਾ ਨਹੀਂ ਮੰਨ ਰਹੇ ਨਾ। ਫਿਰ ਇੱਛਾ ਕਿੱਥੇ ਪੂਰੀ ਕਰੇਗਾ ਪਰਮਾਤਮਾ? ਪਰਮਾਤਮਾ ਤੇ ਉਹਦੀ ਇੱਛਾ ਪੂਰੀ ਕਰੇਗਾ ਜਿਹੜਾ ਉਹਦਾ ਕਹਿਣਾ ਮੰਨੇਗਾ। ਸੋ ਇਸ ਤਰ੍ਹਾਂ ਜਗਜੋਤ ਕੌਰ ਨੇ ਬੀਟੈਕ ਕੀਤੀ, 94% ਮਾਰਕਸ। ਉਹਨੂੰ ਫਿਰ ਮੈਂ 11 ਲੱਖ ਰੁਪਇਆ ਲਾ ਕੇ ਕੈਨੇਡਾ ਛੱਡ ਕੇ ਆਇਆ, ਮੌਂਟਰੀਅਲ। ਔਰ ਬੱਚੀ ਨੇ 3 ਸਾਲ ਉੱਥੇ ਪੜ੍ਹਾਈ ਕੀਤੀ, ਔਰ ਵੱਡੀ ਪੜ੍ਹਾਈ ਕਰਕੇ, ਮਾਸਟਰਸ ਕਰਕੇ, ਉਹ ਬੱਚੇ ਉੱਥੇ ਫਿਰ ਇੱਕ ਇੰਟਰਨੈਸ਼ਨਲ ਕੰਪਨੀ ਵਿਚਕਾਰ 2.5 ਲੱਖ ਰੁਪਏ ਮਹੀਨੇ ਤੇ ਨੌਕਰੀ ਲੱਗ ਗਈ। ਔਰ ਉਹ ਬੱਚਿਓ, ਉਹਨੇ 3 ਸਾਲਾਂ 'ਚ ਆਪਣੇ ਪਾਪਾ ਨੂੰ, ਜਿਹੜਾ ਕਿ ਨਸ਼ੇੜੀ ਸੀਗਾ, ਪਿਆਰ ਨਾਲ ਸਮਝਾ ਕੇ ਪੂਰਾ ਅੰਮ੍ਰਿਤਧਾਰੀ ਸਿੰਘ ਬਣਾ ਦਿੱਤਾ। ਵੀਰੇ ਦੇ ਕੇਸ ਰਖਾ ਦਿੱਤੇ। ਔਰ ਮੰਮੀ ਵਿਚਾਰੀ, ਜਿਹਨੇ ਕਦੀ ਪੰਜਾਬ ਦੇ ਸ਼ਹਿਰ ਨਹੀਂ ਸੀ ਕੋਈ ਵੇਖਿਆ, ਮਾਫ ਕਰਨਾ, ਉਹਦੀ ਮੰਮੀ ਉਹਦੀ ਗ੍ਰੈਜੂਏਸ਼ਨ ਤੇ ਉੱਥੇ ਕੈਨੇਡਾ ਉਹਦੇ ਕੋਲ ਪਹੁੰਚੀ ਹੋਈ ਸੀ। ਇਹ ਗੁਰੂ ਦੀ ਬਾਣੀ ਦੀ ਸ਼ਕਤੀ ਜੇ ਬੱਚਿਓ, ਜੇ ਇਹ ਬੱਚੀ ਪਹੁੰਚ ਸਕਦੀ ਹੈ, ਇਸ ਤਰ੍ਹਾਂ ਦੇ ਹੋਰ ਕਿੰਨੇ ਬੱਚੇ ਤੁਸੀਂ ਵੇਖ ਚੁੱਕੇ ਹੋ, ਸੁਣ ਚੁੱਕੇ ਹੋ। ਔਰ ਮੇਰੇ ਅਖੀਰਲੇ ਸਵਾਸ ਤੱਕ ਮੈਂ ਇਹ ਸੇਵਾ ਕਰਨੀ ਹੈ ਬੱਚਿਓ। ਗੁਰੂ ਸਾਹਿਬ ਮੇਰੇ ਕੋਲ ਸੇਵਾ ਲੈਣ, ਕਿਉਂਕਿ ਪੈਸਾ ਨਾਲ ਨਹੀਂ ਜਾਣਾ। ਤੇ ਇਹ ਗੁਰੂ ਸਾਹਿਬ ਦੀ ਬਾਣੀ ਸੱਚੀ ਹੈ ਨਾ। ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਹੋ ਵੱਧੋ ਜਾਈ। ਮੈਨੂੰ ਨਹੀਂ ਪਤਾ ਕਿੱਥੋਂ ਮਾਇਆ ਆ ਰਹੀ ਹੈ, ਤੇ ਮੈਂ ਅਖੀਰ ਤੱਕ ਬੱਚਿਆਂ ਉੱਤੇ ਲਾਣੀ ਹੈ, ਇੱਕ ਪੈਸਾ ਬੱਚਿਆਂ ਤੇ ਲਾਣਾ ਹੈ। ਔਰ ਮੈਂ ਸਾਰੀ ਦੁਨੀਆ 'ਚ ਜਾ ਕੇ ਲੋਕਾਂ ਨੂੰ ਬੇਨਤੀ ਕਰਦਾ ਹੁੰਦਾ, ਬਾਈ ਹੁਣ ਹੋਰ ਗੁਰਦੁਆਰਿਆਂ ਦੀ ਲੋੜ ਨਹੀਂ, ਹੋਰ ਲੰਗਰਾਂ ਦੀ ਲੋੜ ਨਹੀਂ,
बड़ी दुनिया कर रही है, लाओ लंगर भी लाओ, गुरुद्वारे भी बनाओ, सोना पत्थर। पर अज लोड़ है बच्चों नूं पढ़ाइयां कराइए पंजाब विच, खास करके पहले पंजाब तो शुरू करिए। घर सुख वसिया बाहर सुख पाया। अज मेरा पंजाब अनपढ़ दा अनपढ़ बैठा है। 50 साल पहले कलकत्ता मद्रास बंगलोर भी अनपढ़ सी ते पंजाब भी अनपढ़ सी। अज कलकत्ता मद्रास बंगलोर दा ते एक मजदूर भी अंग्रेजी बोलदा है ते ये पंजाब क्यों पिछे रह गया। तो ये बच्चों आपां अज पढ़ाई करानी है। अज मेरा 5000 बच्चा 40 लाख रुपया महीना बच्चों के अकाउंट जाता है और असी बच्चों दी फीसां दे के ते गुरसिख डॉक्टर, गुरसिख इंजीनियर, गुरसिख अफसर बनाने हैं। तो बच्चों इस तरह जो मैं उत्थे रिश्वत नहीं सी दी दिल्ली विचकार ते की होया सीगा, मैनूं नौकरी नहीं सी मिली। अगले दिन सवेरे मेरे घर एक चिट्ठी आ गई, देखो परमात्मा किवें तुहाडे काम करदा है। वो अच्छा बच्चा है, ये मेरा कहना मनदा है। मैं चिट्ठी खोली, वो लिखिया होया सी ये सीगा वर्क परमिट, तू चिट्ठी लैके इंग्लैंड आ जा, आके 7000 रुपए महीने नौकरी कर लै। लो बच्चों 700 की नौकरी लैन गया, परमात्मा का कहना मनिया 7000 की चिट्ठी मिल गई। हुण चिट्ठी लैके मैं इंग्लैंड पहुंच गया। हुण इंग्लैंड पहुंचिया तो बाबे ने फिर इम्तिहान लैना है। और ये याद रखना बच्चों, हर इच्छा पूरी करने वास्ते करन तो पहले परमात्मा इम्तिहान लैंदा जे। ये बच्चों इच्छावां नहीं जे खत्म होंदियां, बंदा खत्म हो जाता है, इच्छावां नहीं खत्म होंदियां जे, ये भी याद रखना। सो बेटा जी मैं इंग्लैंड जो आ गया सी ते तुहानूं दस चुका वां कि अंग्रेज मैं नौकरी नहीं दिंदे सी। दर दी ठोकरां खाधियां 3 महीने, दाढ़ी कट के पगड़ी ला के मैं कदी नहीं कटाई। फिर परमात्मा ने क्यों मेरी इच्छा पूरी करती, क्योंकि मैं दाढ़ी केस नहीं कटाए। तो इस तरह ही बेटे हौली हौली बाबा जी ने कृपा की, मैं कारोबार मंगिया, किड्डा वड्डा कारोबार है मेरा। हुण मैं बच्चों अज तो मेरा सन इन लॉ मेरी बेटी कारोबार चला रही है, 105 अंग्रेज काम कर रहे हैं। और बच्चों जो मैं कारोबार छड्डिया सी उदों 40 अंग्रेज काम करते सी। अज मेरे ऑफिस जाके कहंदे आ, कैन आई हैव ए जॉब सर, कैन यू गिव मी जॉब प्लीज। बेटे ये बाणी की शक्ति जे। अज ये गुरु गोबिंद सिंह जी ने बेटे तुसीं बड़े बीबे बच्चे मेरे, तुहाडे मम्मी पापा नूं भी समझाउण दी लोड़ है। ये 4 पुत्तर वारने, सरबंस वारना कोई छोटी जी गल नहीं है। अज कोई करके तो दिखावे बेटे, एक पुत्तर साडियां अखां तो परे हो जाता है ना, हाय मां प्यो की जान निकल जाती है। उन्हें साडे लई वारे सी, साडे लई वार के क्या सी कि दुनिया की बादशाही लै लो, गुरु ग्रंथ साहब दे लड़ लग जाओ। तो बेटे मैं ना हुण अपने हवाई जहाज रखे जे, ना मैं महलां च रहना पसंद करदा, ना मैं 5-5 करोड़ दी कारां चलाना, क्योंकि इस तो उतला सुख मैं माण रहा वां। क्योंकि 2.5 महीने तो मैं कैंप भी बच्चों का देख रहा, मेरे बच्चे कितने वधिया वधिया तैयार हो रहे हैं। और जोड़े वधिया बच्चे तैयार हो रहे हैं, मैं बच्चे नूं पूरा हौसला देना कि बच्चों तुसीं हुण 90-95% मार्क्स लैके आओ, कोई प्रॉब्लम नहीं जे। कि पढ़ लिख के पढ़े लिखे बच्चे जिन्हां कोल गुरमत नाल हैगी है, गुरमत जरूर नाल होनी, सच्ची सुच्ची गुरमत होवे। ते मैं कनेडा, अमरीका, आस्ट्रेलिया, न्यूजीलैंड तुहाडे वास्ते रखिया होया है, जरूर बाहर जाओ। पर अज दे भुल्ले होए माता पिता बच्चे बच्ची नूं भेजदे आ, हाँ किला वेच दो बच्चे नूं या बच्ची दा विआह कर दिओ, मुंडा लभ लो अमीर जा। ना बेटे मैं बच्चिਆਂ ਨੂੰ ਉੱਥੇ ਰੁਲਦੇ ਵੇਖਿਆ ਜੇ। ਇਹ ਬਿਲਕੁਲ ਗਲਤੀਆਂ ਨਾ ਕਰਨਾ, ਕਿੱਲੇ ਵੇਚ ਕੇ ਜਾਂ ਆਨੰਦ ਕਾਰਜ ਕਰਕੇ ਬੱਚੀਆਂ ਜਾਣ ਉੱਥੇ ਰੁਲਦੀਆਂ ਵੇਖੀਆਂ। ਇਹ ਅਮੀਰਾਂ ਦੇ ਮੁੰਡੇ ਜਾ ਕੇ ਬੱਚੀਆਂ ਲੈ ਜਾ ਕੇ ਪੱਕਾ ਤਾਂ ਕਰ ਦਿੰਦੀਆਂ, ਫਿਰ ਉਹ ਮੁੰਡਾ ਉੱਥੇ ਬੱਚੀ ਨੂੰ ਸੁੱਟ ਛੱਡਦਾ ਔਰ ਬੱਚੀਆਂ ਰੁਲਦੀਆਂ। ਮੈਂ ਅੱਖਾਂ ਨਾਲ ਵੇਖ ਕੇ ਆਇਆ, ਮੈਂ ਝੂਠ ਨਹੀਂ ਬੋਲਦਾ। ਔਰ ਉਹ ਬੱਚੀਆਂ ਫਿਰ ਮਾਂ ਪਿਓ ਨੂੰ ਵੀ ਨਹੀਂ ਦੱਸ ਸਕਦੀਆਂ ਕਿ ਕਿੰਨੀਆਂ ਪਰੇਸ਼ਾਨ ਆ। ਔਰ ਫਿਰ ਕੀ ਬਣਦਾ, ਦੁੱਖ ਹੀ ਦੁੱਖ ਆ ਜਾਂਦਾ, ਉਹ ਮੁੰਡੇ ਨਵਾਂ ਆ ਕੇ ਵਿਆਹ ਕਰ ਲੈਂਦੇ ਆ। ਇਹ ਹੋ ਰਿਹਾ, ਆਮ ਹੋ ਰਿਹਾ ਕੈਨੇਡਾ ਕਨੂਡਾ ਚ। ना करना गलतियां बेटे, आओ वाधू पढ़ाइयां करो। और मैं बैठा जब तक जिंदा वहां, मेरे से अरदास करना कि बच्चों मेरे को बहुत पैसा बाबे की कृपा पिछों आ रहा है, मैं नहीं कर रहा क्योंकि लोगों को समझ आ रही है। क्योंकि दसवंध सारे पहले गुरुद्वारे बनाने, लंगर सब छबीला ते सोना पत्थर लाने ते नहीं, अज असीं सोने वर्गे बच्चे तैयार करने हैं, गुरमत वाले बच्चे ते वाधू पढ़ाइयां वाले बच्चे, ताकि वड्डियां वड्डियां सीटां ते 50 साल पहले मैं ए दाढ़ी केस वाले गुरसिख वेखे सी बैठे हुए, अज मैनूं नहीं नजर आंदे बेटे। सो गुरु मेहर करेगा, जिथे मेरी इच्छा है उत्थे मैं लगदा होर भी कई वीर संस्थावां रल के आपां करांगे, मेरे कल्ले दा काम नहीं है। सो इस तरह ही बच्चिओ मेरे नाल बहुत घटनावां हो रही, ताकि मैं समय दे अंदर रहना चाहना वा। तुहानूं मैं दस्सां की होया सी मेरे नाल कि मैं कारोबार एडा वड्डा सीगा ते मैं गुरु साहब दी कृपा नाल बेटे मैं दिल्ली विचकार एक फैक्ट्री खोली सीगी ते मैं जिन्ना भी माल मेरा बनदा सी मैं इहदे नाल की इत्थे इंग्लैंड भेजदा सीगा। और बड़ी मेरे ते कृपा शुरू तो रही है। वो फैक्ट्री 1 एकड़ च पूरी फैक्ट्री सी दिल्ली दे विचकार, चंगी वड्डी फैक्ट्री, 400 विचारे बच्चे बच्चियां उत्थे काम करदे सी। वो सारे स्टूडेंट पढ़ाई करके आए सी, 12वीं उत्ते दे बच्चे सीगे। ये 1993-92 दी गल्लां बच्चिओ। ते मैं वो फैक्ट्री उत्थे खोली, कोका कोला कंपनी वाले, उन्हां दी 3 एकड़ च फैक्ट्री है ते 4था एकड़ उन्हां मेरी फैक्ट्री बनाई हुई सीगी, उन्हां दे नाल मेरी पार्टनरशिप सीगी। ते ओ उत्थे निर्मल सिंह दी कंधारी बड़े वड्डे बंदे जे बेटे, कोका कोला दे मालक तुसीं आपे अंदाजा ला लो। ते ओ बच्चे मैं उत्थे फैक्ट्री जदों महाराज दा प्रकाश भी रखिया होया सी, AC रूम बाबा जी दा रखिया होया,
एक भाई साहब की ड्यूटी लाई सी कि हर संगरांद दे संगरांद आपां सहज पाठ दा भोग पाया करांगे। ते ओह फैक्टरी बेटे मेरी बड़ी कामयाब सी। ओह पहले साल 3 करोड़, फिर 7 करोड़, फिर 13 करोड़, 3-4 सालां ते बच्चों उत्थे फिर आपां हर सहज संगरांद ते भोग पांदे सी। मैं इंग्लैंड तो तकरीबन संगरांद उत्थे पहुंच जांदा सी और उत्थे कीर्तन करके भोग पा के अरदास करके महाराज दे ओट असें फैक्टरी बड़ी चलदी सीगी। हुण मैं जदों इंग्लैंड तो जांदा सीगा ते मैं 400 बच्चा उत्थे काम करदा सी, सिर्फ 1300 महीना सी दिंदे सी उन्हां नूं, मैनूं याद है अजे तक है। बच्चे नौजवान बच्चियां 200 मुंडे होने, 200 बच्चियां होणियां, सारियां साउथ इंडियन सीगे ते मैनूं बड़ा तरस जांदा सी इन्हां ते मैं उन्हां दे फोरमैनां नूं इकट्ठा कर लेना। एक फोरमैन दे अंडर 40 बच्चे हुंदे सी ते मैं उन्हां नूं कहा कि मेरे वीरो फोरमैनो दसो, मैं इंग्लैंड खा रहा कमाई, असली कमाई मैं खा रहा ते असली काम करने वाले ये बच्चे है जिन्होंने 1300 रुपया महीना देने पे है ना। असं कह देने इन्हीं की कृपा के सजे हम है ना। करोड़ा रुपए की कमाई तो असं खा रहे थे ते मेरे अंदर तरस सीगा इन्हां बच्चों वास्ते ते इन्हां नूं कोई चीज़ की लोड़ होवे ते मैनूं दसो। बेटे जून का महीना सीगा ते उस वीर ने मैनूं दस्सिया सीगा, जिहड़े 10 वीर मेरे को इकट्ठे हो गए, 400 बंदियां नूं 10 फोरमैन मेरे को कहंदे जी ये बच्चे कहंदे आ कि भाई साहब ने कहो जून का महीना इत्थे ठंडे पानी का कूलर लगा दिओ, 1 कूलर लवा दिओ, 2 कूलर लवा दिओ। बच्चों मेरे जिस्म दे रोंगटे खड़े हो जाते हैं, मेरे वाल खड़े हो जाते हैं जदों मैनूं ये गल अजे तक याद आती है। ते हुण वो पानी मंगिया उन्होंने, कितनी महान सेवा मैनूं मिल गई, मैनूं बड़ी खुशी हुई सी सुन के। पर उधर कोका कोला वाले मालक जिन्हां दी 3 एकड़ कोका कोला दी फैक्टरी लगी हुई, 18 करोड़ की मशीन लगी, मैं आप देखी है, 1000 बोतल 1 मिनट तैयार उत्थे हुंदी है कोका कोला दी। ते उन्हां नूं मैं कहा वीर जी, क्योंकि हुण उत्थों दे मालक मतलब कि वो मेरे पार्टनर सीगे, मैं कहा वीर जी 2 कूलर लवा दिओ इत्थे। ते उन्हां दा बेटा भी नाल ही खलोता सीगा जिहड़ा कि इंग्लैंड तो पढ़ाई करके गया, पर वो बच्चा एकदम विचकार जंप करके ना छलांग मार के विच आ गया। कहंदा अंकल जी नहीं नहीं असीं कोई कूलर नहीं ला के देने इन्हां नूं, ये तां सानूं खा जाणगे। बच्चों मैं सच बोलदा जे, मैं डर गया, मैं घाबर गया। मैं क्या की गल, असीं इन्हां बच्चों नूं ठंडा पानी नहीं पिया सकदे? नहीं बेटे। मेरे अंदर फिर की होया, मैं क्या नहीं, मैं ओहदे डैडी कोल चला गया, बड़े निर्मल सिंह गंधारी वीर जी मैनूं एक खून पसीने की कमाई नहीं चाहिए इन्हां गरीबां दी। वीर जी बेटे मैं उदों भी विराग च आ गया सीगा, मैनूं विराग आ जांदा है। मैं क्या वीर जी 1 करोड़ 60 लाख उदों बच्चों सिर्फ मेरा लग्या सीगा। वीर जी बड़े ईमानदार बंदे आ, दुनिया के सब तो वधिया बंदे सीगे। वीर जी ये मेरा 1 करोड़ 60 लाख मैनूं पता तुसीं मैनूं दे दोगे, आ लो चाबियां फैक्टरी दियां, तुसीं संभालो फैक्टरी, मैं फैक्टरी नहीं चलानी। मैं चलिया उत्थे। सो बच्चों मैं फैक्टरी छड्ड दित्ती उत्थे। हुण देखो गुरु दी खेड़ देखो बेटे, इधर मेरा कारोबार चंगा वड्डा हो चुका सी ते मेरा जवाई भी इत्थे आ गया सी, मेरा साला भी मेरे नाल काम करदा सीगा। पर असीं बेटे वड्डियां वड्डियां इत्थे दियां हुंदे ने तुहाडे उत्थे जिस तरह खुल गए माल खुल्लिया वड्डियां वड्डियां ते वड्डियां वड्डियां इत्थे इंग्लैंड दियां कंपनियां असीं माल वेचदे सीगे। हुण असीं 3 साल जोर लाया, एक कंपनी साडे कोल माल लैंदी सी, पर इत्थे ते हज़ारां सैकड़ां कंपनियां हैगियां ते दूजी कोई कंपनी साडे कोल माल नहीं लैंदी सी। 3 साल मेरा जवाई सन इन लॉ मेरा जांदा रहा, अपने ऑर्डर ना मिलन, गल ही कमाल हो गया। ते मैं उस जवाई नूं हमेशा पुछदा हुंदा सा, बेटे तू नितनेम करके गया ना, तू किते बेईमानी हेराफेरी नहीं कीती ना, तू फिक्र ना कर, बाबा जी दे घर थोड़ी देर है पर अंधेर नहीं। सो बच्चों की होया, 3 साल सानूं कोई ऑर्डर नहीं मिलते सी वड्डियां वड्डियां कंपनियां दे। पर जदों मैं दिल्ली दी फैक्टरी बंद कीती, मैं वीर जी नूं क्या प्यार नाल, वीर जी चाबियां संभाल लो, मैं एक गलत कमाई मैं नहीं खा सकदा। असीं पानी नहीं पिया सकदे, मेरी अपनी फैक्टरी होंदी ते मैं तां कोका कोले दी टूटियां ला देनी सी उत्थे, पियो जिन्ना कुछ पी सकदे हो। पर ये गुरु दी खेड़ जे बच्चों, ते वो की होया, मेरा जवाई बड़ा हैरान सी कि उस वेले महाराज ने ऐसी विध बनाई कि एक इंडिया दी बड़ी मशहूर कंपनी सी, वो कंपनी बेटे भांडे वेचदी सीगी ते इंग्लैंड दे वड्डे तो वड्डियां कंपनियां नूं वो माल चाहीदा सीगा। पर वो इत्थों दे इंडिया दे ਜਿਹੜੇ माल भेजदे आ ना, उन्हां ते बाहर अंग्रेज नहीं सी करदे, क्योंकि उन्हां बड़े धोखे हो चुके सीगे। ते उन्हां ने कहा सीगा अंग्रेजां ने कि असीं माल तुहाडा जरूर लैना है ते वो माल सानूं इंग्लैंड दी कोई कंपनी देवे जिहड़ी 20-25 साल तो इंग्लैंड च इस्टैबलिश्ड हैगी है, उत्थे सोहना कारोबार करदी है। ते मैनूं 20-25 साल हो चुके सी काम करदिया बेटे उदों। ते वो फिर की होया, वो कंपनी उत्थे साडे कोल आ गई, जिन्ने माल वेचना सीगा उन्हें आके सानूं सोल डिस्ट्रीब्यूशन है ना, इंग्लैंड च असीं माल सारा वेचांगे। ते बेटे जी वो सानूं एजेंसी मिल गई। और फिर उस तो बाद अगले दिन मैं देखा कि अपने जवाई भी मेरा हैरान कि जिन्ना वड्डे तो वड्डे स्टोरां वाले बंदे सी बेटे, साडे स्टोर दे बाहर लाइनां ला के खलोते सी कि भाई ये माल सानूं चाहीदा, ये माल सानूं चाहीदा।
ਇਹ ਗੁਰੂ ਜੇ ਬੱਚਿਓ, ਇਹ ਸੱਚ ਤੇ ਚੱਲਣ ਦੀ ਖੇਡ ਜੇ। ਸੋ ਇਸ ਤਰ੍ਹਾਂ ਪਰਮਾਤਮਾ ਸਾਡੇ ਕੰਮ ਕਰਦਾ ਜੇ ਬੱਚਿਓ। ਬਸ ਮੈਂ ਸੱਚ ਤੇ ਚੱਲਦਾ ਵਾਂ, ਚੱਲਣ ਦੀ ਕੋਸ਼ਿਸ਼ ਕਰਦਾ ਵਾਂ। ਪਰ ਬੱਚਿਆਂ ਨੂੰ ਮੈਂ ਕਹਾਣੀ ਸੁਣਾ ਵੀ ਚੁੱਕਾ ਇੱਕ ਵਾਰੀ ਕਿ 9 ਸਾਲ ਲਈ ਮੈਂ ਭਟਕ ਵੀ ਗਿਆ ਸੀ, ਭੁੱਲ ਵੀ ਗਿਆ ਸੀ। ਪਰ ਅੱਜ ਮੇਰੇ ਕੋਲ ਸਮਾਂ ਨਹੀਂ ਹੋਏਗਾ ਉਹ ਸੁਣਾਉਣ ਵਾਸਤੇ। ਬਹੁਤ ਸਾਰੇ ਬੱਚਿਆਂ ਨੇ ਹੁਣੇ ਪਿੱਛੇ 2 ਹਫ਼ਤੇ ਪਹਿਲੇ ਸੁਣੀ ਸੀ ਉਹ ਕਹਾਣੀ ਮੇਰੀ, ਪਰ ਭੁੱਲਣ ਅੰਦਰ ਸਭ ਕੋ। ਅੱਜ ਬਾਬਾ ਜੀ ਦੀ ਕਿਰਪਾ ਮੇਰੇ ਤੇ। ਸੋ ਇਸ ਤਰ੍ਹਾਂ ਹੀ ਬੇਟੇ ਮੈਂ ਵੀ ਤੁਹਾਡੇ ਕੋਲ ਸਿੱਖਦਾ ਰਿਹਾ ਨਾ। ਜਦੋਂ ਨਵਾਂ ਇੰਗਲੈਂਡ ਪਹੁੰਚਿਆ ਸੀਗਾ ਤੇ ਬੱਚਿਓ ਫਿਰ ਕੀ ਹੋਇਆ, ਮੈਂ ਅਜੇ ਨੌਕਰੀ ਨਹੀਂ ਸੀ ਮਿਲਦੀ ਪਈ ਮੈਨੂੰ, ਤੇ ਮੈਂ ਫਿਰ ਐਤਵਾਰ ਨੂੰ ਗੁਰਦੁਆਰੇ ਜਾ ਕੇ ਬਹਿ ਜਾਂਦਾ ਸੀ। ਲੰਡਨ ਦਾ ਸਭ ਤੋਂ ਵੱਡਾ ਗੁਰਦੁਆਰਾ, ਉੱਥੇ ਜਾ ਕੇ ਬੈਠੇ ਹੋਣਾ ਮੇਰੇ ਭੂਆ ਜੀ ਦਾ ਬੇਟਾ ਮੇਰੇ ਨਾਲ। ਔਰ ਬੱਚਿਓ ਮੈਂ ਕੀਰਤਨ ਸੁਣ ਰਿਹਾ ਬੜੇ ਧਿਆਨ ਨਾਲ। ਹੁਣ ਤੁਸੀਂ ਵੀ ਦੇਖਣਾ ਮੈਂ ਸ਼ਬਦ ਦੀ ਪੰਕਤੀ ਬੋਲਣ ਲੱਗਾ ਵਾਂ, ਹੈ ਨਾ, ਪਰ ਸਾਨੂੰ ਵਿਸ਼ਵਾਸ ਨਹੀਂ ਹੈਗਾ, ਹੈ ਨਾ। ਪੜ੍ਹ ਜਾਂਦੇ ਹਾਂ ਪਰ ਅਸੀਂ ਵਿਸ਼ਵਾਸ ਨਹੀਂ ਕਰਦੇ, ਹੈ ਨਾ। ਔਰ ਉੱਥੇ ਮੇਰਾ ਸ਼ਬਦ ਚੱਲ ਰਿਹਾ ਸੀ ਔਰ ਇਹ ਸ਼ਬਦ ਹੀ ਰੋਜ਼ ਪੜ੍ਹਦੇ ਹਾਂ। ਮੇਰਾ ਮੁਝ में कुछ नहीं, जो कुछ है सो तेरा, तेरा तुझको सौंपते क्या लागे मेरा। ਕਿਉਂਕਿ ਬੇਟੇ ਜੋ ਕੁਝ ਸਾਡੇ ਕੋਲ ਹੈ ਦਿੱਤਾ ਤਾਂ ਪਰਮਾਤਮਾ ਨਹੀਂ ਹੈ, ਤੇ ਜੇ ਪਰਮਾਤਮਾ ਲੈ ਲਵੇ ਤੇ ਫਿਰ ਸਾਡਾ ਤੇ ਕੁਝ ਜਾਂਦਾ ਹੀ ਨਹੀਂ, ਹੈ ਨਾ। ਇਹ ਸੱਚ ਹੈ। ਤੇ ਫਿਰ ਅਸੀਂ ਤੇ ਕਹਿੰਦੇ ਨਹੀਂ, ਸ਼ਬਦ ਪੜ੍ਹੀ ਜਾ ਰਹੇ ਹਾਂ, ਪੜ੍ਹੀ ਜਾ ਰਹੇ ਹਾਂ। ਜੋ ਦੇਣ ਦੀ ਵਾਰੀ ਆਉਂਦੀ ਹੈ, ਮੇਰਾ ਹੀ ਮੇਰਾ, ਸਭ ਕੁਝ ਮੇਰਾ ਹੀ ਮੇਰਾ, ਮੈਂ ਕੀਤਾ ਮੈਂ ਬਣਾਇਆ। ਨਹੀਂ ਬੇਟੇ। ਸੋ ਕੀ ਹੋਇਆ ਬੇਟੇ, ਮੈਂ ਸ਼ਬਦ ਚੱਲ ਰਿਹਾ ਸੀਗਾ, ਮੈਨੂੰ ਯਾਦ ਹੈ, ਬਹੁਤ ਪੁਰਾਣੀ ਗੱਲ ਹੈ, 1969 ਦੀ ਗੱਲ ਹੈ। ਮੈਂ ਨਵਾਂ ਇੰਗਲੈਂਡ ਪਹੁੰਚਿਆ ਸੀ ਉਦੋਂ, 68 69 ਪਹੁੰਚਿਆ ਸੀ। ਤੇ ਉੱਥੇ ਨਾ ਮੇਰੇ ਭੂਆ ਦੇ ਬੇਟੇ ਨੇ ਨਾ ਉੱਠ ਕੇ ਰਾਗੀ ਸਿੰਘ ਆ ਕੇ 500 ਰੁਪਏ ਦਾ ਨੋਟ ਰੱਖ ਦਿੱਤਾ। ਬੱਚਿਓ ਮੈਂ ਤਾਂ ਅਜੇ ਪਹੁੰਚੇ ਸੀ, ਮੇਰੇ ਕੋਲ ਤਾਂ ਗੋਲੀ ਠਾਫੀ ਖਾਣ ਦੇ ਪੈਸੇ ਨਹੀਂ ਸੀ, ਅਜੇ ਇੰਗਲੈਂਡ ਆਇਆ ਹੀ ਸੀ। 500 ਰੁਪਏ ਦਾ ਨੋਟ ਵੇਖਿਆ ਮੈਂ, ਵਾਹਿਗੁਰੂ, ਮੇਰੇ ਮੂੰਹ ਨਿਕਲਿਆ ਇੱਕਦਮ, ਕਦੀ ਤੁਹਾਡੇ ਅੱਗੇ 500 ਰੁਪਇਆ ਰੱਖਣ ਜੋਗਾ ਮੈਂ ਹੋਵਾਂਗਾ। ਹਾਏ ਬੇਟੇ, ਅਸੀਂ ਬਾਬਾ ਜੀ ਨੂੰ ਕੀ ਦੇ ਸਕਦੇ ਹਾਂ, ਹੈ ਨਾ। ਉਹ ਕੋਡੀ ਦਾ, ਸ਼ਰਧਾ ਦੀ ਕੋਡੀ ਦਾ ਭੁੱਖਾ ਹੈ ਮੇਰਾ ਬਾਬਾ। ਬਸ ਉੱਠ ਕੇ ਬੇਟੇ ਮੈਂ ਫਿਰ ਜਿਹੜੀ ਪੈਨੀ 2 ਪੈਨੀ ਪੈਸੇ 2 ਪੈਸੇ ਮੈਂ ਰੱਖੇ ਬਾਬਾ ਜੀ ਅੱਗੇ। ਤੇ ਬਸ ਬੇਟੇ ਜੀ ਫਿਰ ਉਸ ਤੋਂ ਬਾਅਦ ਮੈਂ ਸੱਚ ਤੇ ਚੱਲਦਾ ਰਿਹਾ, ਗੁਰੂ ਸਾਹਿਬ ਦਾ ਕਹਿਣਾ ਮੰਨ ਕੇ ਜੀਵਨ ਚਲਾਉਂਦਾ ਰਿਹਾ, ਕਾਰੋਬਾਰ ਕਰਦਾ ਰਿਹਾ। ਐਗਜ਼ੈਕਟਲੀ 20 ਸਾਲ ਦੇ ਬਾਅਦ 1988 ਵਿਚਕਾਰ ਫਿਰ ਬਾਬਾ ਜੀ ਨੇ ਕੀ ਕੀਤਾ, ਇਹ ਬੜਾ ਝੂਮਦਾ ਸੀ ਉੱਥੇ ਬੈਠਾ ਗੁਰਦੁਆਰੇ। ਮੇਰਾ ਮੁਝ में कुछ नहीं, जो कुछ है सो तेरा, तेरा तुझको सौंपते क्या लागे मेरा। ਫਿਰ ਬਾਬਾ ਜੀ ਨੇ ਇੱਕ ਦਿਨ ਮੇਰਾ ਇਮਤਿਹਾਨ ਲਿਆ ਬੱਚਿਓ। ਇਹ ਤੁਹਾਨੂੰ ਦੱਸ ਕੇ ਹੈਰਾਨ ਹੋਵੋਗੇ ਤੁਸੀਂ ਕਿਵੇਂ ਲਿਆ। 5 ਗੁਰਸਿੱਖ ਆ ਗਏ ਇੱਥੋਂ 150 ਮੀਲ ਦੂਰ, ਜਿੱਥੇ ਮੈਂ ਇਸ ਵੇਲੇ ਹੈਗਾ ਵਾਂ, ਮਾਨਚੈਸਟਰ, ਇੰਗਲੈਂਡ ਦੇ ਸੈਂਟਰ ਵਿੱਚ ਹੈਗਾ ਮਾਨਚੈਸਟਰ ਬੇਟੇ। ਸੋ ਉੱਥੋਂ 100 ਨਿਊਕਾਸਲ ਸ਼ਹਿਰ ਹੈ, ਉੱਥੋਂ 5 ਪਿਆਰੇ ਵਰਗੇ ਬਣ ਕੇ 5 ਗੁਰਸਿੱਖ ਵੀਰ ਆ ਗਏ। ਵੀਰ ਖਾਲਸਾ ਜੀ, ਤੁਸੀਂ 20 ਸਾਲਾਂ ਵਿਚਕਾਰ ਮੈਂ ਦੇਖਿਆ ਬੜੀਆਂ ਬਿਲਡਿੰਗਾਂ ਬਣਾਈਆਂ, ਆਪਣਾ ਮਹਿਲ ਵਰਗਾ ਘਰ ਬਣਾਇਆ, ਇੰਨੀਆਂ ਫੈਕਟਰੀਆਂ ਬਣਾਈਆਂ, ਤੇ ਤੁਹਾਡੇ ਕੋਲ ਬੜਾ ਤਜਰਬਾ ਹੈ। ਤੇ ਸਾਡੇ ਉੱਥੇ ਨਿਊਕਾਸਲ ਗੁਰਦੁਆਰਾ ਸਾਹਿਬ ਕੋਈ ਨਹੀਂ ਹੈਗਾ, ਤੇ ਅਸੀਂ ਸਾਡੇ ਕੋਲ ਜ਼ਮੀਨ ਹੈਗੀ ਹੈ, ਤੇ ਅਸੀਂ ਨਾ ਉੱਥੇ ਸਲਾਹਾਂ ਕਰਦੇ ਕਰਦੇ ਜਿੰਨੇ ਕੁ ਸਾਡੇ ਕੋਲ ਪੈਸੇ, ਅੱਧੇ ਪੈਸੇ ਤੇ ਸਾਡੇ ਆਰਕੀਟੈਕਟ ਤੇ ਉਹ ਕੰਸਲਟੇਸ਼ਨ ਫੀ ਹੀ ਲੱਗ ਗਈ। ਸਾਡੇ ਕੋਲ ਤਾਂ ਬਣ ਨਹੀਂ ਪਾਣਾ, ਤੇ ਸਾਡੀ ਮਦਦ ਕਰੋ। ਮੈਂ ਕਿਹਾ ਵੀਰੋ ਗੱਲ ਹੀ ਕੋਈ ਨਹੀਂ, ਸਵੇਰੇ ਤੁਹਾਨੂੰ ਮੈਂ ਆਪਣਾ ਆਰਕੀਟੈਕਟ ਭੇਜ ਦਿੰਦਾ, ਸਵੇਰੇ ਤੁਹਾਨੂੰ ਆਪਣਾ ਬਿਲਡਰ ਭੇਜ ਦਿੰਦਾ, ਤੇ ਗੁਰਦੁਆਰਾ ਸਾਹਿਬ ਬਣ ਜਾਏਗਾ। ਪਤਾ ਬੱਚਿਓ ਉਹਨਾਂ ਨੇ ਕੀ ਕਿਹਾ, ਕਹਿੰਦੇ ਨਹੀਂ ਵੀਰ, ਸਾਨੂੰ ਇੱਕ 50 ਲੱਖ ਰੁਪਈਆ ਵੀ ਚਾਹੀਦਾ ਹੈ। ਲਓ ਬੱਚਿਓ 50 ਲੱਖ ਰੁਪਈਆ, ਵਾਹਿਗੁਰੂ, ਕੌਣ ਦਿੰਦਾ 50 ਲੱਖ ਰੁਪਈਆ। ਹੁਣ ਬਾਬਾ ਜੀ ਨੇ ਅੰਦਰੋਂ ਮੇਰੇ ਆਵਾਜ਼ ਮਾਰੀ, ਤੂੰ ਕਹਿੰਦਾ ਸੀ ਨਾ ਕਿ ਮੇਰਾ ਮੁਝ में कुछ नहीं, जो कुछ है सो तेरा, ਹਵਾਈ ਜਹਾਜ਼ ਤੇਰੇ ਕੋਲ, ਮਹਿਲ ਵਰਗਾ ਘਰ ਤੇਰੇ ਕੋਲ, ਕਿਉਂਕਿ 20 ਸਾਲਾਂ 'ਚ ਮੇਰੇ ਕੋਲ ਸਭ ਕੁਝ ਆ ਗਿਆ ਸੀ। 5 ਕਰੋੜ ਦੀ ਕਾਰ ਤੂੰ ਚਲਾਨਾ ਹੈ, 17 ਗੱਡੀਆਂ ਤੇਰੇ ਘਰ ਖਲੋਤੀਆਂ, ਔਰ ਤੂੰ ਭਿਖਾਰੀ ਤੋਂ ਰਾਜਾ ਬਣ ਚੁੱਕਾ ਹੈ, ਔਰ ਤੂੰ ਕਹਿੰਦਾ ਮੇਰਾ ਮੁਝ में कुछ नहीं। ਖਲੋਤੇ ਨਹੀਂ 5 ਸਿੰਘ, ਦੇ ਇਹਨਾਂ ਨੂੰ 50 ਲੱਖ ਰੁਪਈਆ। ਬੱਚਿਓ 2 ਮਿੰਟ ਕਸ਼ਮਕਸ਼ ਹੋਈ, ਪਰ ਮੈਂ ਸੱਚ ਜਾਣਿਓ ਬਾਬਾ ਜੀ ਆਪੇ ਸ਼ਕਤੀ ਦਿੰਦੇ ਆ। ਮੈਂ ਉਹ ਮੇਰੇ ਕੋਲ ਅੰਗਰੇਜ਼ ਕੁੜੀ ਹੁੰਦੀ ਸੀ, ਮੈਂ ਕਿਹਾ ਲਿਆ ਚੈੱਕ ਬੁੱਕ ਲਿਆ, ਮੈਂ 50 ਲੱਖ ਰੁਪਏ ਚੈੱਕ ਦੇ ਕੇ, ਇੰਗਲੈਂਡ ਦੀ ਧਰਤੀ ਤੇ ਨੂੰ 50,000 ਪਾਉਂਡ ਕਹਿੰਦੇ ਸੀ, ਮੈਂ ਚੈੱਕ ਲਿਖ ਕੇ ਦੇਤਾ ਵੀਰਾਂ ਨੂੰ। ਵੀਰ ਧੰਨਵਾਦ ਕਰਕੇ ਚਲੇ ਗਏ। ਫਿਰ ਬੇਟੇ 10 ਮਹੀਨੇ ਬਾਅਦ ਗੁਰਦੁਆਰਾ ਸਾਹਿਬ ਬਣ ਗਿਆ, ਮੇਰਾ ਆਰਕੀਟੈਕਟ ਵੀ ਗਿਆ, ਬਿਲਡਰ ਵੀ ਗਏ, ਔਰ ਜਦੋਂ ਅਖੰਡ ਪਾਠ ਸਾਹਿਬ ਦਾ ਭੋਗ ਉਹਨਾਂ ਨੇ ਪਾਣਾ ਸੀਗਾ, ਗੁਰਦੁਆਰਾ ਸਾਹਿਬ ਬਣ ਗਿਆ, ਉਹਨਾਂ ਨੇ ਮੈਨੂੰ ਸੱਦਾ ਦਿੱਤਾ। ਉਹ ਕਹਿੰਦੇ ਵੀਰ ਮੇਰੇ ਕਹਿੰਦੇ ਆ ਕਿ ਅੰਕਲ ਜੀ, ਵੀਰ ਜੀ ਤੁਸੀਂ ਜ਼ਰੂਰ ਆਣਾ, ਕਿਉਂਕਿ ਅਸੀਂ ਤੁਹਾਨੂੰ ਸਰੋਪਾ ਦੇਣਾ। ਮੈਂ ਕਿਹਾ ਸਰੋਪਾ ਨਹੀਂ ਬਾਈ, ਮੈਨੂੰ ਸਰੋਪਾ ਨਹੀਂ ਚਾਹੀਦਾ, ਮੈਂ ਤਾਂ ਆਪਣਾ ਫਰਜ਼ ਨਿਭਾਇਆ ਬਾਈ, ਮੈਂ ਕੋਈ ਇਹਦਾ ਨਾ ਕੀ ਇਹਸਾਨ ਤੇ ਕੀਤਾ ਨਹੀਂ ਹੈ, ਕਿਉਂਕਿ ਮੇਰਾ ਮੁਝ में कुछ नहीं, जो कुछ है सो तेरा, तेरा तुझको सौंपते क्या लागे मेरा। ਨਹੀਂ ਨਹੀਂ ਤੁਸੀਂ ਜ਼ਰੂਰ ਆਣਾ, ਮੈਂ ਜਾਵਾਂਗਾ, ਤੁਸੀਂ ਮੈਨੂੰ ਪਿਆਰ ਕਰਦੇ ਹੋ। ਬੱਚਿਓ ਮੈਂ ਉੱਥੇ ਗਿਆ, ਭਰਿਆ ਹੋਇਆ ਗੁਰਦੁਆਰਾ ਸਾਹਿਬ, ਬੜੀ ਸੋਹਣੀ ਬਿਲਡਿੰਗ, ਵਧੀਆ, ਤੇ 300 ਤਕਰੀਬਨ ਪਰਿਵਾਰ ਉੱਥੇ ਬੈਠੇ ਸੁਣਦੇ ਪਏ ਸੀ। ਅਖੀਰ 'ਚ ਉਹਨਾਂ ਨੇ ਕੀਰਤਨ ਤੋਂ ਬਾਅਦ ਮੇਰਾ ਧੰਨਵਾਦ ਕਰਦੇ ਹੋਏ, ਵਾਕਈ ਉਹਨਾਂ ਫਿਰ ਮੈਨੂੰ ਸਰੋਪਾ ਦਿੱਤਾ। ਇਹ ਫਿਰ ਸਰੋਪੇ ਤੋਂ ਬਾਅਦ ਉਹਨੇ ਦੱਸਿਆ ਉੱਥੇ ਸੰਗਤ ਨੂੰ, ਸਾਧ ਸੰਗਤ ਜੀ ਤੁਸੀਂ ਨਾ ਇਹ ਵੀਰ ਜਿਹੜਾ ਹੈ, ਦੇਖੋ ਇਸ ਵੀਰ ਨੇ ਸਾਨੂੰ ਨਾ 50 ਲੱਖ ਰੁਪਏ ਦੀ ਮਦਦ ਕੀਤੀ ਸੀ, ਕਿਉਂਕਿ ਸਾਡੇ ਕੋਲ ਗੁਰਦੁਆਰੇ ਜੋਗੇ ਪੈਸੇ ਨਹੀਂ ਸੀ।
ਪਰ ਜਦੋਂ ਅਸੀਂ ਨੀਹਾਂ ਖੋਦੀਆਂ ਤੇ ਇਹ ਵੀਰ ਨੇ ਸਾਡੀ ਮਦਦ ਕੀਤੀ ਹੋਈ ਸੀਗੀ। ਪਰ ਤੁਸੀਂ ਸਾਧ ਸੰਗਤ ਜੀ ਤੁਸੀਂ ਇੰਨਾ ਪੈਸਾ ਮੈਨੂੰ ਦੇਣਾ ਸ਼ੁਰੂ ਕਰਤਾ ਗੁਰਦੁਆਰੇ ਵੱਲ, ਨੀਹਾਂ ਖੋਦੀਆਂ ਸੀ ਤੇ ਇੰਨਾ ਪੈਸਾ ਆਉਣਾ ਸ਼ੁਰੂ ਹੋ ਗਿਆ ਤੇ ਗੁਰਦੁਆਰੇ ਉੱਤੇ ਤਕਰੀਬਨ 1.5 ਗੁਣਾ ਪੈਸਾ ਲੱਗ ਗਿਆ ਤੇ ਅੱਜੇ ਵੀ ਇਸ ਵੀਰ ਦੇ ਪੈਸੇ ਦੀ ਲੋੜ ਨਹੀਂ ਪਈ। ਤੇ ਉਹ ਚੈੱਕ ਬੱਚਿਓ ਮੈਨੂੰ ਸ਼ਾਲ ਦੇ ਉੱਤੇ ਰੱਖ ਕੇ ਮੈਨੂੰ ਸ਼ਾਲ ਵੀ ਭੇਟਾ ਕੀਤੀ ਉਹਨਾਂ ਨੇ ਤੇ 50 ਲੱਖ ਦਾ ਚੈੱਕ ਵੀ ਉਹਦੇ ਉੱਤੇ ਪਿਆ ਸੀਗਾ ਤੇ ਉਹਨਾਂ ਵੀਰਾਂ ਨੇ ਮੈਨੂੰ ਚੈੱਕ ਵਾਪਸ ਮੋੜਤਾ। ਸੋ ਬੱਚਿਓ ਆਸ ਪਰਮਾਤਮਾ ਦਾ ਕਹਿਣਾ ਮੰਨੋ, ਉਹ ਤਾਂ ਇਮਤਿਹਾਨ ਵੀ ਲੈਂਦਾ ਤੇ ਪਾਸ ਵੀ ਆਪੇ ਕਰਦਾ ਜੇ ਬੱਚਿਓ। ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਸਮਝ ਆਉਂਦੀ ਹੋਏਗੀ ਔਰ ਤੁਸੀਂ ਅੱਜ ਹੋਰ ਸਟਰੋਂਗ ਬਣਦੇ ਪਏ ਹੋਣੇ ਹੋ, ਕਿਉਂਕਿ ਇਹ ਗੁਰਬਾਣੀ ਸਾਨੂੰ ਬੜੀ ਸਟਰੋਂਗ ਬਣਾਉਂਦੀ ਜੇ ਬੱਚਿਓ। ਬਸ ਇਹ ਗੱਲ ਹੈ ਕਿ ਦੇਖੋ ਮੈਂ ਦੁਨੀਆ ਫਿਰ ਆ ਗਿਆ, ਫਿਰ क्या आ गया, दाढ़ी केस नहीं कटाए। आज अंग्रेज बच्चे दाढ़ी केस रखी जा रहे हैं, 7.5 ਲੱਖ अंग्रेज अमरीकन है ना, क्योंकि ਅਸੀਂ ਭੁੱਲੇ ਹੋਏ ਹਾਂ ਤੇ ਆਓ ਰਲ ਕੇ ਆਪਾਂ, ਮੈਂ ਕਿਉਂ ਤੁਹਾਨੂੰ ਤਿਆਰ ਕਰ ਰਿਹਾ ਕਿਉਂਕਿ ਮੇਰਾ ਤਾਂ ਸਮਾਂ ਪਤਾ ਨਹੀਂ ਕੱਲ ਹੈ ਕਿ ਨਹੀਂ ਮੈਂ, ਪਰ ਤੁਸੀਂ ਸਾਰੇ ਬੱਚਿਆਂ ਨੇ ਵਾਧੂ ਪੜ੍ਹਾਈਆਂ ਕਰਕੇ ਬੇਟੇ ਜਿੱਥੇ ਆਪਣੇ ਘਰ ਸੈੱਟ ਕਰਨੇ ਆ ਉੱਥੇ ਹੋਰਾਂ ਬੱਚਿਆਂ ਦੀ ਮਦਦ ਕਰਨੀ ਹੈ, ਕਿਉਂਕਿ ਉਹ ਬੱਚੀ ਜਿਹੜੀ ਹੈ ਜਗਜੋਤ ਕੌਰ ਹੁਣ ਆਪਣੇ ਪਿੰਡ ਦੇ ਬੱਚਿਆਂ ਨੂੰ ਪੜ੍ਹਾਈਆਂ ਵੀ ਕਰਾ ਰਹੀ ਹੈ, ਜਿਹੜੀ 2.5 ਲੱਖ ਮਹੀਨਾ ਕਮਾ ਰਹੀ ਹੈ। ਸੋ ਆਪਾਂ ਏਦਾਂ ਦੇ ਬੱਚੇ ਤਿਆਰ ਕਰਕੇ ਛੱਡ ਦੇਣੇ ਆ, ਕਿਉਂਕਿ ਦਸਵੰਧ ਤਾਂ ਗੁਰੂ ਦਾ, ਆਪਾਂ ਦਸਵੰਧ ਸਾਰਿਆਂ ਨੇ ਦੇਣਾ ਹੈ। ਸੋ ਮਹਾਰਾਜ ਮਿਹਰ ਕਰਨ। ਮੈਂ ਸਮੇਂ ਦਾ ਦਸਵੰਧ ਸੰਗਤਾਂ ਨੂੰ ਮੰਗਦਾ ਹੁੰਦਾ ਵਾਂ, ਜਿੱਥੇ ਆਪਾਂ ਇਹ ਕਰਦੇ ਪਏ ਉੱਥੇ 100 ਸਕੂਲ ਵੀ ਖੋਲਣੇ ਆ, ਕਿਉਂਕਿ ਅੱਜ ਮੈਨੂੰ ਬੜਾ ਦੁੱਖ ਲੱਗਦਾ ਕਿਉਂਕਿ ਇੰਨੇ ਜ਼ਿਆਦਾ ਉੱਥੇ ਈਸਾਈਆਂ ਨੇ ਆ ਕੇ ਸਕੂਲ ਖੋਲ ਦਿੱਤੇ ਆ। ਖੋਲਣ ਕੋਈ ਗੱਲ ਨਹੀਂ, ਪਰ ਅਸੀਂ ਫ੍ਰੀ ਸਕੂਲ ਖੋਲ ਰਹੇ ਹਾਂ, ਕੋਈ ਪੈਸਾ ਨਹੀਂ ਲੈਣਾ ਔਰ ਬੱਚਿਆਂ ਨੂੰ ਕਾਨਵੈਂਟ ਸਕੂਲ ਦੀ ਪੜ੍ਹਾਈ ਮਹਿੰਗੀ ਤੋਂ ਮਹਿੰਗੀ ਪੜ੍ਹਾਈ ਕਰਾਣੀ ਹੈ। तो एक स्कूल साडा दुनिया फेमस भी हो चुका है। सो इस तरह बच्चों मैं जिंदगी विचकार हुण अखीले स्वास तक खुशियां लैणियां, मेरे को समय की घाट है, मैं फिर भी तुहानू ना बच्चों विश्वास दिवाना चाहना, तुसी जरूर इहदा ना की विश्वास करना। कुछ पंक्तियां जिहड़ियां कि मैं इहदा ना की तुहानू दसदा वां, गुरु ग्रंथ साहब लिखियां ने कि भाई ये बिल्कुल सच न बेटे। देखो दुख रोग संताप उतरे सुनी सच्ची बाणी। मैं अगे भी तुहानू दस चुका वां कि मैं बड़ा बच्चों फिजिकली फिट सीगा। मैं 70 साल की उम्र तक तो बिल्कुल मैं पता ही नहीं सी कि मैनू दुख ते बीमारी ते प्रॉब्लम की होंदी है, पर मैं 70 साल की उम्र तो पहले तक मैं रोज गुरुद्वारे आना जाना पाठ करना। पर 2006 जो वीर जी जसवीर सिंह खालसा खन्ने वाले मेरे घर आए सीगे ते मेरी पत्नी नूं कहा कि इहदा की एक सहज पाठ आरंभ करना है, ते मेरी पत्नी नूं कहंदे बेटा कड़ाह प्रशाद देग तैयार करके लिया। मेरी पत्नी कड़ाह प्रशाद देग तैयार करके लैके आ गई और बच्चों उस वेले फिर वीर जी ने कहा कि सहज पाठ आरंभ करके ते मेरी वाइफ पाठ करया करेगी, तू काम तो घर आके ना रोज 40 मिनट पाठ सुनिया करना है। सो बेटे मैं इस तरह करना शुरू कर दिता। ये 2006 की गल है। ते ओ की होया, मैं 40 मिनट रोज का पाठ सुनन जांदा सी, घर जांदा सी। स्पैशली मेरी पत्नी बड़े ध्यान नाल मोबाइल शोबाइल बंद करके पाठ सुनदा सीगा ते मेरी वाइफ करदी सी। 6 महीने बाद 4 संग ते पहुंचे सीगे। मेरे पेट सख्त तकलीफ हुई। आज तक मैनू उदों तक मैनू कदी तकलीफ नहीं सी हुई बच्चों। ते की होया, मैं अपनी बेटी नूं बुला लिया। मेरी बच्ची अखंड पाठी भी है, कीर्तन भी कर लैंदी है। ते मैं उन्हें कहा बेटे चल चलिए चैकअप कराइए, पता नहीं किन्ने स्वास बाकी है, पता नहीं मेरे नाल दे कई उदों मैं 58 साल का सीगा, कई चले गए तुर गए ते कोई सीरियस गल ना होवे। तो बच्चों मैं जदों उत्थे डॉक्टर कोल गया, उन्हें मेरा पूरा MRI पूरा जिन्होंने चैकअप करना कीता। ते फिर मेरी बेटी अंग्रेजी चंगी बोलती है, उत्थे जंपल है, अंग्रेज डॉक्टर नाल गल्लां कर रही है। ते मैं दूरों दी देखिया और रोंदी पई है, बड़ी उच्चा उच्चा रो रही सी। मैं समझ गया कि डॉक्टर ने उन्होंने कह दिता कुछ ना कुछ, किसी दा पापा दी हुण बहुती देर उम्र नहीं हैगी है, ये तां ही रो पई होनी है, नहीं तो बड़ी स्ट्रोंग है। ते ओ फिर मैं दूरों आवाज मार के उन्हें कहा पुत्र तू रोंदी क्यों पई है? ओ बेटे तेनू तां मैं असली पिता दे लड़ ला दिता है ना, असली पिता जिन्हों तुसीं रोज बच्चों कहंदे हो तू मेरा पिता, तू है मेरा माता। खाली कहना नहीं है, असीं मनना भी है। असली माता पिता यही जे, सदा रहने वाला माता पिता जे। जिन्ने माता पिता भेजे ये सब चले जाने एक दिन, ये तो परमात्मा ने भेजे है। जाओ आप ही नाम जपो, अपने बच्चों नूं जपाओ ते दुनिया की बादशाही लै लो। पर माता पिता भुल गए। तो वो मेरी बच्ची क्यों रोंदी पई सी बच्चियों, मैं वो क्योंकि डॉक्टर ने उन्होंने कह दिता अंग्रेजी च क्या, यू गॉट 30 days टू लिव, 30 दिनों च तू मर जाना है। बेटे सच जे है। मैनू इन्नी सख्त कैंसर सीगी, पैंक्रियास कैंसर। 2006 40 दिन बाद अंग्रेज डॉक्टर घर आ गया, ये तो मरिया कोई नहीं, की गल है, अंग्रेजी मैनू बोलनी आंदी है। तो फिर दुख रोग संताप उतरे सुनी सच्ची बाणी। मैं उन्हें एक्सप्लेन करके दसिया बेटियो, ओ 7.5 लाख अंग्रेज अमरीकन आज गुरबाणी जुड़ चुके जे, दाढ़ी केस रख लिया उन्होंने, ਇਹਦਾ विश्वास बन गया। ਅੱਜ ਚਰਚਾ खाली ਪਈਆਂ ਤੇ ਅਸੀਂ खाली गुरुद्वारे बना रहे हैं बच्चों। ਇੱਥੇ इंग्लैंड ਚ ਚਰਚਾ खाली हो गई सारियां, हर शराब खाने भरे पे जे बच्चों। माफ करना, ये परमात्मा ਜਿਹੜਾ ਦਿੰਦਾ ਜੇ ਨਾ, ਉਹ ਲੈਣਾ ਵੀ ਜਾਂਦਾ ਹੈ।
ਭਿਖਾਰੀ ਤੋਂ ਰਾਜਾ, ਰਾਜਾ ਤੋਂ ਭਿਖਾਰੀ, ਇਹ ਕੌਮ ਦੁਨੀਆ ਤੇ ਰਾਜ ਕਰਦੀ, ਅੰਗਰੇਜ਼ਾਂ ਨੇ ਕਿੱਥੋਂ ਰਾਜ ਪ੍ਰਭਾਤ ਕੀਤਾ। ਇਹ ਬੇਟੇ ਚਰਚਾਂ ਵਿੱਚੋਂ ਹੀ ਇੱਥੇ ਸਾਰੇ ਹੀ ਪਰਮਾਤਮਾ ਨੂੰ ਮੰਨਦੇ ਸੀ, ਪਰਮਾਤਮਾ ਦੀ ਗੱਲ ਨੂੰ ਮੰਨਦੇ ਸੀਗੇ। ਪਰ ਹੁਣ ਇੱਕ ਤੁਹਾਡੇ ਪੰਜਾਬ 'ਚ ਮੈਂ ਬੱਚਿਆਂ ਨੂੰ ਜਾ ਕੇ ਦੱਸਦਿਆਂ ਨਾ ਤਾਂ ਕਿ ਬੱਚਿਆਂ ਦਾ ਵਿਸ਼ਵਾਸ ਬਣ ਜਾਵੇ। ਮਾਫ ਕਰਨਾ ਬੱਚਿਓ, ਥੋੜਾ ਜਿਹਾ ਕਿ ਬੱਚਿਆਂ ਨੂੰ ਵਿਸ਼ਵਾਸ ਬਣਾਉਣ ਵਾਸਤੇ ਕਿ ਮੈਂ ਪੰਜਾਬ ਵਿੱਚ ਇੱਕ ਰਾਜੇ ਨੂੰ ਭਿਖਾਰੀ ਤੋਂ ਹੁੰਦਾ ਦੇਖਿਆ, ਪਰ ਰਾਜੇ ਤੋਂ ਵੱਡਾ ਸਮਝਦਾ ਸੀ ਆਪਣੇ ਆਪ ਨੂੰ। ਬੱਚਿਆਂ ਨੂੰ ਮੈਂ ਦੱਸ ਦਿੰਦਾ, ਮੈਂ ਨਾਂ ਲੈਂਦੇ ਸੰਕੋਚ ਵੀ ਨਹੀਂ ਕਰਦਾ, ਸੱਚ ਹੈ, ਮੈਂ ਸੱਚ ਬੋਲਦਾ ਵਾਂ। ਬੱਚਿਓ ਥੋੜਾ ਮਾਫ ਕਰਨਾ, ਮੈਨੂੰ ਥੋੜਾ ਐਕਸਾਈਟਿਡ ਹੋ ਜਾਂਦਾ ਕਿਉਂਕਿ ਮੈਨੂੰ ਆਂਦਾ ਹੁੰਦਾ ਕੋਈ ਨਹੀਂ ਬੋਲਣਾ। ਸੋ ਬੱਚਿਓ, ਮੈਂ ਬੱਚਿਆਂ ਨੂੰ ਕਹਿੰਦਾ ਵਾ, ਇੱਕ ਰਾਜਾ ਤੁਹਾਡਾ ਰਾਜਿਆਂ ਤੋਂ ਵੱਡਾ ਸੀਗਾ ਪੰਜਾਬ ਵਿੱਚ, ਆਪਣੇ ਆਪ ਨੂੰ ਰਾਜਿਆਂ ਤੋਂ ਬੜੇ, ਪਰ ਕਹਿਣਾ ਨਹੀਂ ਸੀ ਮੰਨਦਾ ਰਾਜੇ ਦਾ ਇੱਕ ਵੀ, ਪਰਮਾਤਮਾ ਦਾ। ਸਾਰੇ ਪੁੱਠੇ ਕੰਮ ਕਰਦਾ ਸੀ, ਸਾਰੇ ਗਲਤ ਕੰਮ ਕਰਦਾ ਸੀ। ਤੇ ਫਿਰ ਮੈਂ ਜਦੋਂ ਬੱਚਿਆਂ ਨੂੰ ਲੈਕਚਰ ਦੇ ਰਿਹਾ ਹੁੰਦਾ, ਹੌਲੀ ਹੌਲੀ ਬੱਚਿਆਂ ਨੂੰ ਦੱਸਦਾ, ਮੈਂ ਕਿਹਾ ਬੱਚਿਓ ਤੁਸੀਂ ਜਾਣਦੇ ਹੋ ਉਹਨੂੰ, ਹੈ ਨਾ, ਦੱਸੋ ਫਿਰ ਕਿੱਥੇ ਸੁੱਟਿਆ ਪਰਮਾਤਮਾ ਨੇ ਉਹਨੂੰ। 16 ਅਗਸਤ 1925 25 ਅਗਸਤ 1916 ਚ 25 ਅਗਸਤ 1916 ਚ ਪਰਮਾਤਮਾ ਨੇ ਉਹਨੂੰ ਜੇਲ੍ਹ ਵਿੱਚ ਸੁੱਟਿਆ, 20 ਸਾਲ ਦੀ ਜੇਲ੍ਹ। ਫਿਰ ਸਮਝ ਗਏ ਬੱਚੇ ਸਾਰੇ ਕਿਹਨੂੰ ਸੁੱਟਿਆ, ਆਪਣੇ ਆਪ ਰਾਜਿਆਂ ਤੋਂ ਵੱਡਾ ਕਹਿੰਦਾ ਸੀ। ਇਹ ਜੇ ਪਰਮਾਤਮਾ ਦੀ ਸ਼ਕਤੀ। ਸੋ ਬੱਚਿਓ ਵਾਪਸ ਆਵਾਂ, ਅੱਜ 13 ਸਾਲ ਹੋ ਗਏ, 14 ਸਾਲ ਹੋ ਗਏ, ਮੈਂ ਤਾਂ ਮਰਿਆ ਨਹੀਂ। ਇਹ ਬਾਣੀ ਦੀ ਸ਼ਕਤੀ ਜੇ। ਸੋ ਮੈਂ ਸਿਰਫ ਬੱਚਿਆਂ ਨੂੰ ਸੱਚ ਦੱਸਾਂ ਵਾਂ, ਮੈਂ ਇੱਕ ਰੋਲ ਮਾਡਲ ਬਣ ਕੇ ਨਿਕਲਿਆ। ਸੰਤ ਬਾਬਾ ਕੋਈ ਨਹੀਂ, ਮੈਂ ਅਜੇ ਸਿੱਖਦਾ ਪਿਆ ਵਾਂ, ਪਰ ਇਹ ਸਿੱਖਣ ਚ ਮੈਨੂੰ ਜਿੰਨਾ ਆਨੰਦ ਮਿਲਦਾ ਜਾਂ ਸੁੱਖ ਮਿਲਦਾ ਹੈ ਨਾ, ਕਿਉਂਕਿ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ। ਦੁਨੀਆ ਦਾ ਕੋਈ ਮੁਲਕ ਨਹੀਂ ਹੋਣਾ ਜਿਹੜਾ ਮੈਂ ਨਹੀਂ ਫਿਰ ਕੇ ਆਇਆ। ਡਿੱਠਾ ਸਭ ਸੰਸਾਰ ਤੇ ਸੁੱਖ ਨਾ ਨਾਮ ਬਿਨ। ਤੇ ਜੋ ਨਾਮ ਦੇ ਨਾਲ ਜੁੜ ਕੇ ਗੁਰੂ ਸਾਹਿਬ ਅਜੇ ਮੇਰੇ ਕੋਲ ਬਾਣੀ ਪਾਠ ਕਰਾਉਂਦੇ ਕਰਦੇ ਆ, ਔਰ ਮੈਂ ਮਹਾਰਾਜ ਦੀ ਬਖਸ਼ਿਸ਼ ਹੈ ਤੇ ਚਾਹਨਾ ਅਖੀਲੇ ਸਵਾਸ ਤੱਕ ਮੈਂ ਸੇਵਾ ਕਰਾਂ, ਕਿਉਂਕਿ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨ ਲਈਏ। ਸੋ ਇਹ ਬੇਟਿਓ ਤੁਸੀਂ ਰੋਜ਼ ਪੜ੍ਹ ਜਾਂਦੇ ਹੋ, ਪਰ ਅਸੀਂ ਉਹਨੂੰ ਕਦੀ ਅਮਲ ਨਹੀਂ ਕੀਤਾ। ਜੇ ਤੁਸੀਂ ਇਹਨਾਂ ਗੱਲਾਂ ਨੂੰ ਅਮਲ ਕਰਨਾ ਸ਼ੁਰੂ ਕਰ ਦਿਓ ਨਾ, ਮੈਂ ਵਿਸ਼ਵਾਸ ਦੇਣਾ ਵਾ, ਹੈ ਨਾ, ਰੋਜ਼ ਪੜ੍ਹਦੇ ਹੋ ਤੁਸੀਂ। ਖਾਸ ਕਰਕੇ ਮੈਂ ਆਪਣੀਆਂ ਬੱਚੀਆਂ ਨੂੰ ਤਾਂ ਜ਼ਰੂਰ ਕਵਾਂਗਾ, ਕਿਉਂਕਿ ਮੈਂ ਫਿਰ ਹੁਣ ਲੰਬਾ ਸਮਾਂ ਨਹੀਂ ਕਰਨਾ, ਸਮਾਂ ਹੋਣ ਵਾਲਾ। ਮੇਰੀ ਦੋਤੀ ਆ ਗ੍ਰੈਂਡ ਡਾਟਰ ਸੁਖਮਨੀ ਕੌਰ, ਆਪਣੀ ਮਾਮਾ ਦੇ ਪੇਟ ਸੀਗੀ ਤੇ ਇੱਕ ਸੁਖਮਨੀ ਸਾਹਿਬ ਪਾਠ ਰੋਜ਼ ਸੁਣਦੀ ਸੀ। 60-70 ਸਾਲ ਪਹਿਲੇ ਦਾਦੀਆਂ ਨਾਨੀਆਂ ਇਹ ਗੁਰਤੀਆਂ ਦਿੰਦੀਆਂ ਸੀ ਆਪਣੀਆਂ ਬੱਚੀਆਂ ਨੂੰ। ਮੇਰੀ ਦੋਤੀ ਦਾ ਜਨਮ ਹੋਇਆ ਤੇ ਮੇਰੀ ਵੋਟੀ ਕਹਿੰਦੀ ਇਹਦਾ ਨਾਂ ਨਾ ਗੋਰਾ ਅੰਗਰੇਜ਼ਾਂ ਦਾ ਰੱਖਦੇ ਹਾਂ, ਸੁਖਮਨੀ ਕੌਰ ਦੀ ਬਜਾਏ ਨਾ ਮੈਂ ਜਿਹੜਾ ਚਾਹੁੰਦਾ ਸੀ ਇਹਦਾ ਨਾਂ ਹੋਣਾ ਚਾਹੀਦਾ, ਕਿਉਂਕਿ ਉਹਨੇ ਸੁਖਮਨੀ ਸਾਹਿਬ ਪਾਠ ਸੁਣਿਆ, ਉਹ ਕਹਿੰਦੀ ਇਹਦਾ ਨਾਂ ਜੂਲੀ ਕੌਰ ਰੱਖਣੇ ਆ। ਮੇਰੀ ਕੁੜਮਣੀ ਜਿਹੜੀ ਉਹਦੇ ਸੁਖਮਨੀ ਦੇ ਡੈਡੀ ਦੀ ਮੰਮੀ ਸੀਗੀ, ਉਹ ਕਹਿੰਦੀ ਹੈ ਨਹੀਂ ਇਹਦਾ ਨਾਂ ਸੂਜ਼ਨ ਕੌਰ ਰੱਖਣੇ ਆ, ਸੂਜ਼ਨ ਕੌਰ ਤੇ ਜੂਲੀ ਕੌਰ। ਮੈਂ ਕਹਿੰਦਾ ਨਹੀਂ ਬਾਬਾ ਜੀ ਅੱਗੇ ਅਰਦਾਸ ਕੀਤੀ, ਬਾਬਾ ਜੀ ਅਰਦਾਸ ਸੁਣਦੇ ਆ ਬੱਚਿਓ, ਬਾਬਾ ਜੀ ਇਹਦਾ ਨਾਂ ਸੁਖਮਨੀ ਕੌਰ ਕਰ ਦਿਓ। ਇਹਨੇ 9 ਮਹੀਨੇ ਸੁਖਮਨੀ ਸਾਹਿਬ ਪਾਠ ਸੁਣਿਆ ਤੇ ਬੱਚਿਓ ਉਹਦਾ ਨਾਂ ਸੁਖਮਨੀ ਕੌਰ ਪੈ ਗਿਆ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਅੱਖਰ ਅੱਖਰ ਸੱਚ ਜੇ ਬੱਚਿਓ ਗੁਰੂ ਗ੍ਰੰਥ ਸਾਹਿਬ ਲਿਖਿਆ ਹੋਇਆ, ਵਿਸ਼ਵਾਸ ਕਰਨਾ। ਸੋ ਬੱਚਿਓ ਉਹ ਸੁਖਮਨੀ ਕੌਰ 11 ਸਾਲ ਦੀ ਨੂੰ ਸੁਖਮਨੀ ਸਾਹਿਬ ਦਾ ਪਾਠ ਮੂਜਬਾਨੀ ਯਾਦ। ਤੇ ਮੈਂ ਬੱਚਿਆਂ ਨੂੰ ਕਹਿੰਦਾ ਜਿੱਥੇ ਤੁਹਾਨੂੰ ਅਸੀਂ ਗੁਰਬਾਣੀ ਨਾਲ ਜੋੜਦੇ ਪਏ ਆ ਨਾ, ਤੇ ਫਿਰ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਇਹ ਦੇਖ ਲਓ ਤੁਹਾਡੇ ਸਾਹਮਣੇ ਆ, ਨਾ ਮੈਨੂੰ ਕਾਰ ਦੀ ਭੁੱਖ, ਨਾ ਮੈਨੂੰ ਹਵਾਈ ਜਹਾਜ਼ ਦੀ ਭੁੱਖ, ਨਾ ਮੈਨੂੰ ਦੁਨੀਆ ਫਿਰਨ ਦੀ ਭੁੱਖ, ਨਾ ਮੈਨੂੰ ਠੀਕ ਹੈ ਦਾਲ ਫੁਲਕਾ ਮਿਲ ਜਾਂਦਾ ਬੜੀ, ਕੱਪੜੇ ਵੀ ਕੋਈ ਨਹੀਂ ਮੈਨੂੰ ਭੁੱਖ। ਮੇਰਾ ਵੱਡਾ ਛੋਟਾ ਵੀਰ ਮੈਨੂੰ ਕੱਪੜੇ ਦੇ ਛੱਡਦਾ, ਮੈਂ ਪਾ ਲੈਣਾ। ਕਈ ਵਾਰੀ ਮੈਂ ਪੁਰਾਣੇ ਕੱਪੜੇ, ਇੱਥੇ ਬੜੇ ਵਧੀਆ ਕੱਪੜੇ ਬੱਚੇ ਲਾ ਆਉਂਦੇ, ਇੱਥੇ ਮਹਿੰਗੇ ਮਹਿੰਗੇ ਕੱਪੜੇ, ਉਹ ਮੈਂ ਲੈ ਕੇ ਜਾਣਾ ਨਾ, ਤੇ ਉਹਨਾਂ ਚ ਕਈ ਬੱਚੇ ਆਪਣੇ ਵਾਸਤੇ ਵੀ ਚੁਣ ਲੈਣਾ, ਤੇ ਮੈਨੂੰ ਬੜਾ ਚੰਗਾ ਲੱਗਦਾ, ਮੈਂ ਵੀ ਉਹ ਲੱਥੇ ਬੱਥੇ ਪਾ ਲੈਣਾ। ਪਰ ਨਹੀਂ ਤੇ ਗੁਰੂ ਸਾਹਿਬ ਨੇ ਬੇਟੇ ਮੈਨੂੰ ਸਭ ਕੁਝ ਦਿਖਾਇਆ। ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਜੇ। ਇਹ ਗੁਰੂ ਸਾਹਿਬ ਕਿੱਥੋਂ ਸਿੱਖਿਆ ਦਿੱਤੀ ਮੈਨੂੰ, ਸੱਚ ਨਾਮ ਆਧਾਰ ਮੇਰਾ, ਸੱਚੇ ਨਾਮ ਦਾ ਆਧਾਰ ਬਣਾ ਲਿੱਤਾ। ਤੇ ਫਿਰ ਬੇਟੇ ਜਦੋਂ ਆਧਾਰ ਬਣ ਜਾਂਦਾ ਨਾ, ਸਾਰੀਆਂ ਭੁੱਖਾਂ ਵੀ ਉਤਰ ਜਾਂਦੀਆਂ, ਤੇ ਫਿਰ ਦੇਂਦਾ ਦੇ ਲੈਂਦੇ, ਥੱਕ ਪਾਏ। ਇਹ ਦੇਣਵਾ ਨਹੀਂ ਥੱਕਦਾ ਜੇ। ਸੋ ਮੈਂ ਬੱਚੀਆਂ ਨੂੰ ਕਹਿ ਰਿਹਾ ਕਿ ਇੱਕ ਅਸ਼ਪਦੀ ਪੜ੍ਹ ਲਿਆ ਕਰੋ ਬੇਟੇ, 24 ਅਸ਼ਪਦੀਆਂ ਹੈਗੀਆਂ ਨਾ, ਹੈ ਓਹੋ ਅੱਖਰ ਅੱਖਰ ਸੱਚ ਜੇ ਗੁਰੂ ਗ੍ਰੰਥ ਸਾਹਿਬ ਦਾ। ਇੱਕਦਮ ਪਹਿਲੀ ਅਸ਼ਪਦੀ ਦੀ, ਬਲਕਿ ਪਹਿਲੀ ਹੀ ਅਸ਼ਪਦੀ ਤੁਸੀਂ ਪੜ੍ਹੋਗੇ ਤੇ ਕਿੰਨਾ ਕੁਝ ਪਰਮਾਤਮਾ ਦੇਣ ਨੂੰ ਤਿਆਰ ਬੈਠੇ ਆ। ਤੇ ਇਹ ਵਿਸ਼ਵਾਸ ਬਣਾਓ, ਸੱਚ ਹੈ। ਸੋ ਐਨੀਵੇ ਇੱਕ ਸੁਖਮਨੀ ਸਾਹਿਬ ਯੂਜ਼ ਸ਼ੁਰੂ ਕਰ ਦਿਓ, ਇੱਕ ਇੱਕ ਪੰਕਤੀ ਅੱਜ ਤੋਂ ਬਾਅਦ, ਕਿਉਂਕਿ ਮੇਰੇ ਬੜੇ ਉਦਾਹਰਣ ਮੇਰੇ ਕੋਲ ਹੈਗੇ ਆ ਜਿਨ੍ਹਾਂ ਨੂੰ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਨ ਨੂੰ ਕਿਹਾ, ਉਹ ਬੱਚੇ ਆਪ ਮਿਲਦੇ ਆ ਮੈਨੂੰ ਤੇ ਉਹਨਾਂ ਦੀ ਇੱਛਾਵਾਂ ਪੂਰੀਆਂ ਹੋ ਰਹੀਆਂ, ਬਖਸ਼ੀਆਂ ਹੋ ਰਹੀਆਂ। ਸੋ ਇਸ ਤਰ੍ਹਾਂ ਹੀ ਬੇਟੇ ਵੱਡਾ ਆਨੰਦ ਸਾਹਿਬ, ਅਸਲੀ ਜੀਵਨ ਦੀ ਜਾਂਚ ਉੱਥੇ ਹੈ। ਰੋਜ਼ ਪੜ੍ਹਨਾ ਸਾਨੂੰ ਜ਼ਰੂਰੀ ਹੈ। ਨੇਤਰੋ ਮੇਰਿਓ ਹੱਥ, ਇਹ ਸਾਰੀ ਗੱਲਾਂ ਬੱਚੇ ਸਿੱਖ ਚੁੱਕੇ ਆ। ਕੰਨਾਂ ਨੇ ਕੀ ਕਰਨਾ, ਜ਼ਬਾਨ ਨੇ ਕੀ ਕਰਨਾ, ਅੱਖਾਂ ਨੇ ਕੀ ਕਰਨਾ। ਸੋ ਇਸ ਤਰ੍ਹਾਂ ਬੇਟੇ ਇਹ ਸਾਰਾ ਕੁਝ ਜਦੋਂ ਪੜਾਂਗੇ ਨਾ, ਵਿਚਾਰ ਕੇ ਪੜਾਂਗੇ, ਸਭ ਸਮਝ ਆ ਜਾਂਦੀ ਆ ਸਾਨੂੰ। ਸੋ ਗੁਰੂ ਮਿਹਰ ਕਰੇ। ਸੋ ਮੈਨੂੰ ਬਿਲਕੁਲ ਬੱਚਿਓ ਅਖੀਰ ਤੱਕ ਮੈਂ ਇਹੀ ਸਵਾਦ, ਅਖੀਰ ਤੱਕ ਮੈਂ ਚਾਹੁੰਦਾ ਵਾਂ ਕਿ ਅਸੀਂ ਗੱਲ ਜ਼ਰੂਰ ਨੋਟ ਕਰ ਲਓ ਜਾਂਦੇ ਜਾਂਦੇ ਮੇਰੀ, ਕਿ ਅਸੀਂ ਗੁਰੂ ਨੂੰ ਮੰਨਦੇ ਆ
ਪਰ ਗੁਰੂ ਦੀ ਗੱਲ ਨਹੀਂ ਮੰਨਦੇ। ਸੋ ਅਸੀਂ ਗੁਰੂ ਨੂੰ ਖਾਲੀ ਮੱਥੇ ਨਹੀਂ ਟੇਕਣੇ, ਧਾਗੇ ਤਵੀਜਾ ਛੱਡ ਦਿਓ ਬੱਚਿਓ, ਅਗਰਬੱਤੀਆਂ ਖਾਲੀ ਨਹੀਂ ਚੜਾਉਣੀਆਂ, ਹੈ ਨਾ। ਅਸੀਂ ਬੇਟੇ ਗੁਰੂ ਸਾਹਿਬ ਦਾ ਕਹਿਣਾ ਮੰਨਣਾ। ਸੋ ਆਓ ਰਲ ਕੇ ਆਪਾਂ ਸੇਵਾ ਕਰੀਏ, ਸੇਵਾ ਸ਼ਾਮਲ ਹੋਈਏ, ਕਿਉਂਕਿ ਮੇਰੇ ਕੋਲ ਬਾਬਾ ਜੀ ਦੀ ਕਿਰਪਾ ਨਾਲ ਬੇਟੇ ਬਹੁਤ ਐਗਜ਼ਾਮਪਲ ਹੈਗੇ ਆ। ਜੇ ਮੈਨੂੰ ਗੁਰੂ ਸਾਹਿਬ ਨੇ ਅਲਾਉ ਕੀਤਾ ਤੇ ਥੋੜਾ ਚਿਰ ਲਾ ਕੇ ਮੈਂ ਇੱਥੋਂ ਆਵਾਂਗਾ ਜਦੋਂ, ਤੇ ਹੁਣ ਅਖੀਰਲੇ ਸਵਾਸ ਮੈਂ ਉੱਥੇ ਹੀ ਬੱਚਿਓ ਆਪਣੇ ਨਿਭਾਣੇ ਆ, ਕਿਉਂਕਿ ਮੇਰੇ ਅੰਦਰ ਤਾਂਘ ਹੈ। ਮੈਂ ਵੱਧ ਤੋਂ ਵੱਧ ਬੱਚੇ ਤਿਆਰ ਕਰਕੇ ਚਲੇ ਜਾਵਾਂ, ਵੱਧ ਤੋਂ ਵੱਧ ਬੱਚਿਆਂ ਨੂੰ ਗੁਰੂ ਨਾਲ ਜੋੜ ਲਵਾਂ, ਤੇ ਵਧੀਆ ਪੜ੍ਹਾਈਆਂ ਵਾਲੇ ਬੱਚਿਆਂ ਨੂੰ ਮੈਂ ਜੇ ਹੋ ਸਕਦਾ ਮੈਂ ਬਾਹਰ ਕੱਢਾਂਗਾ, ਬੱਚੇ ਜਿੰਨੇ ਮਰਜ਼ੀ ਬਾਹਰ, ਕਿਉਂਕਿ ਮੈਂ ਬਹੁਤ ਸਾਰੇ ਗੁਰੂ ਸਾਹਿਬ ਦੀ ਕਿਰਪਾ ਨਾਲ ਬੇਟੇ ਕੱਢ ਚੁੱਕਾ ਵਾਂ। ਲਓ ਬਾਣੀ ਦੀਆਂ ਕੁਝ ਤੁੱਕਾਂ ਜਿਹੜੀਆਂ ਮੈਂ ਨੋਟ ਕਦੀ ਕਦੀ ਕਰ ਲੈਣਾ ਆਪਣੇ ਵਾਸਤੇ ਵੀ, ਜਿਵੇਂ ਤੁਸੀਂ ਆਪਣੀ ਗਿਆਨ ਗੋਲਕ ਚ ਪਾਉਂਦੇ ਹੋ ਨਾ, ਸਿਮਰ ਸਿਮਰ ਨਾਮ ਬਾਰੰਬਾਰ, ਹਾਂਜੀ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ। ਜੇ ਹੁਣ ਸਮਝ ਆ ਜਾਵੇ ਜੀਵਨ ਦੇ ਲਈ ਆਧਾਰ ਕਿਹੜਾ ਹੈ? ਸਿਮਰਨ। ਬਸ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੇ। ਉੱਠਦਿਆਂ ਬਹਿੰਦਿਆਂ ਸਾਈਕਲ ਚਲਾਉਂਦੇ ਆ, ਮੱਖਣ ਕੱਢਨੇ ਆ, ਹਨਾ, ਰਿੜਕਦੇ ਆ ਵਾਹਿਗੁਰੂ ਵਾਹਿਗੁਰੂ, ਤੇ ਹੋਰ ਕੋਈ ਦੁੱਧ ਚੋ ਰਹੇ ਆ, ਮੱਝ ਚੋ ਰਹੇ ਆ, ਵਾਹਿਗੁਰੂ। ਕੰਮ ਕਰਦੇ ਹੱਥ ਪਾਂਵ ਕਾਮ ਕਰ ਸ਼ੀਤ ਨਿਰੰਜਨ ਨਾਲ। ਬੇਟੇ ਇਹ ਗੱਲਾਂ ਸੱਚ ਜੇ ਅਸੀਂ ਕਰ ਸਕਦੇ ਆ, ਇਹ ਗੁਰੂ ਸਾਹਿਬ ਕਰਨਗੇ। ਤੇ ਬੇਟੇ ਫਿਰ ਤੁਸੀਂ ਦੇਖੋ ਰੋਜ਼ ਪੜ੍ਹ ਜਾਂਦੇ ਹੋ, ਹੈ ਨਾ, ਜਿਹੜੇ ਬੱਚੇ ਨਾ ਉਹ ਮਾਰੇ ਨਾ ਠਾਗੇ ਜਾਏ, ਨਾ ਉਹ ਮਾਰੇ ਨਾ ਠਾਗੇ ਜਾਏ, ਜਿਨਕੇ ਰਾਮ ਵਸੇ ਮਨ ਮਾਹੇ। ਨਾ ਉਹ ਠੱਗੇ ਜਾ ਸਕਦੇ ਨਾ ਉਹ ਕਦੀ ਮਰਦੇ ਜੇ ਬੇਟੇ, ਸੱਚ ਹੈ ਨਾ, ਜਿਨ੍ਹਾਂ ਦੇ ਅੰਦਰ ਹਿਰਦੇ ਚ ਨਾਮ ਵਸ ਜਾਂਦਾ ਹੈ। ਸੋ ਬੱਚਿਓ ਬਹੁਤ ਕੁਝ, ਸੋ ਮੈਂ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਚੱਲ ਰਿਹਾ ਵਾਂ, ਕੁਛ ਆਂਦਾ ਜਾਂਦਾ ਨਹੀਂ। ਸੇਵਕ ਕੋ ਸੇਵਾ ਬਨਿਆਈ, ਹੁਕਮ ਬੂਝ ਪਰਮ ਪਦ ਪਾਈ। ਇਹ ਗੁਰੂ ਦੀ ਕਿਰਪਾ ਬੇਟੇ। ਸੋ ਬੇਟੇ ਇਸ ਤਰ੍ਹਾਂ ਹੀ ਜੇ ਲੋੜੇ ਸਦਾ ਸੁਖ ਭਾਈ, ਸਾਧੂ ਸੰਗਤ ਗੁਰੇ ਬਤਾਈ, ਹੈ ਨਾ। ਕਿਉਂਕਿ ਦੇਖੋ ਹੁਣ ਸੁਖਮਨੀ ਸਾਹਿਬ ਦਾ ਪਾਠ ਬੱਚੇ ਕਰਦੀਆਂ, ਮੇਰੀਆਂ ਬੱਚੀਆਂ ਕਰਦੀਆਂ, ਮੇਰੀ ਵਾਈਫ 5 ਪਾਠ ਕਰਦੀ ਸੀ। ਲਓ ਸੁਣ ਲਓ ਤੇ ਮੈਂ ਸਮਾਪਤੀ ਕਰਨ ਲੱਗਾ ਜੇ, ਹੈ ਨਾ। ਤੇ 5 ਬਾਣੀ ਪਾਠ ਤੇ ਕਰ ਲਿੱਤੇ, ਪਰ ਅੰਦਰ ਨਾ ਗਿਆ ਤੇ ਫਿਰ ਕੀ ਫਾਇਦਾ ਹੈ। ਕਿਉਂਕਿ ਜਦੋਂ ਬੱਚੇ ਉਹ ਦਿਨਾਂ ਕੀ, ਮੈਨੂੰ ਪਤਨੀ ਮੇਰੀ ਇੱਕ ਦਿਨ ਕਹਿੰਦੀ ਹੈ, ਅੱਜ ਨਾ ਚਲੀਏ ਬੜੀ ਵੱਡੀ ਪਾਰਟੀ ਹੈ, ਉੱਥੇ ਬੜੇ ਬੱਕਰੇ ਬੁਕਰੇ ਤੇ ਮੁਰਗੇ ਤੇ ਸ਼ਰਾਬ ਤੇ ਨੱਚਣ ਗੀਤ, ਬੜੇ ਲੱਚਰ, ਬੜਾ ਕਮਾਲ ਹੈ, ਤੇ ਚਲੀਏ। ਮੈਂ ਕਿਹਾ ਇਹ ਹੁਣੇ ਤਾਂ ਸੁਖਮਨੀ ਸਾਹਿਬ ਪਾਠ ਨੂੰ ਪੜਿਆ, ਤੇ ਪੜਿਆ ਉਹਦੇ ਲਿਖਿਆ ਸੀਗਾ ਸੁੱਖ ਕਿੱਥੇ ਮਿਲਦਾ, ਜਿਸ ਸੁੱਖ ਕੋ ਨਿਤ ਬਾਛੈ ਮੀਤ, ਹੈ ਜੀ। ਇਹ ਬਾਬਾ ਜੀ ਨੇ ਲਿਖਿਆ, ਗੁਰੂ ਅਰਜਨ ਸਾਹਿਬ ਨੇ ਬਾਣੀ ਦੇਖੋ ਸਾਡੀ, ਇਹ ਬਾਬਾ ਜੀ ਕਹਿ ਰਹੇ ਤੁਹਾਨੂੰ ਮੈਨੂੰ ਸਾਰਿਆਂ ਨੇ ਅਸਲ ਲਿਖਿਆ, ਜਿਸ ਸੁੱਖ ਕੋ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਸਾਧੂ ਦੀ ਸੰਗਤ ਨਾਲ ਪਿਆਰ ਪਾ ਲੈ, ਤੈਨੂੰ ਸੁੱਖ ਦੇ ਦਿਆਂਗਾ, ਸੁੱਖ ਮਿਲ ਜਾਏਗਾ। ਸੋ ਬੱਚਿਓ ਸਾਧੂ ਸੰਗਤ ਕਿੱਥੇ ਹੈ? ਜਿੱਥੇ ਸੰਗਤ ਹੁੰਦੀ ਹੈ, ਜਿੱਥੇ ਹੁਣ ਸ਼ਰਾਬ ਖਾਨੇ ਥੋੜਾ ਮਿਲੇਗੀ, ਜਿੱਥੇ ਲੱਚਰ ਗੀਤ ਗਾਣੇ ਥੋੜਾ ਹੋਏਗੀ। ਸੋ ਇਹ ਬੱਚੇ ਮੇਰੇ ਬੀਬੇ ਆ, ਸਭ ਸਮਝਦੇ ਆ। ਸੋ ਆਪਾਂ ਉੱਥੇ ਚਲੀਏ ਤੇ ਸੁੱਖ ਮਿਲਦਾ। ਸੋ ਬੱਚੇ ਇਸੇ ਤਰ੍ਹਾਂ ਹੀ ਬਾਬਾ ਜੀ ਨੇ ਬੰਕਤੀਆਂ ਲਿਖੀਆਂ ਹੋਈਆਂ, ਤੁਸੀਂ ਦੇਖੋ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸਨ ਲਾਗੇ ਦੁੱਖ। ਇਹ ਅੱਖਰ ਅੱਖਰ ਸੱਚ ਜੇ, ਇਹ ਪਰਮਾਤਮਾ ਦੁੱਖ ਨਹੀਂ ਆਉਣ ਦਿੰਦਾ। ਗੁਰੂ ਨਾਨਕ ਗਰੰਟੀ ਕਰ ਰਿਹਾ, ਤੁਹਾਨੂੰ ਦੁੱਖ ਨਹੀਂ ਆਉਣ ਦਿਆਂਗਾ। ਰੱਬ ਦੀ ਭੁੱਖ ਲਾ ਲੈ। ਹੁਣ ਉੱਠਦੇ ਸਾਰ ਕਈ ਵਾਰੀ ਸਾਨੂੰ ਪਤਾ ਨਹੀਂ ਕਿਸ ਚੀਜ਼ ਦੀ ਭੁੱਖ ਲੱਗ ਜਾਂਦੀ ਹੈ, ਉੱਠਦੇ ਸਾਰ ਮੋਬਾਈਲ ਦੇਖੀਏ ਪਹਿਲੇ, ਜਾਂ ਆਪਾਂ ਉੱਤੇ ਕਈ ਗੀਤ ਗਾਣੇ ਲਾ ਲੈਂਦੇ ਆ, ਜਾਂ ਰੋਟੀ ਦੀ ਭੁੱਖ, ਕੱਪੜਿਆਂ ਦੀ ਭੁੱਖ, ਬੱਚਿਆਂ ਦੀ ਭੁੱਖ, ਧੀਆਂ ਭੱਜਣ ਦੀ ਭੁੱਖ, ਆਏ ਕੰਮ ਤੇ ਪਾਉਣਾ। ਨਹੀਂ ਬੇਟੇ, ਅਸੀਂ ਰੱਬ ਦੀ ਭੁੱਖ ਲਾ ਲਈਏ, ਵਿਸ਼ਵਾਸ ਕਰਨਾ ਬੱਚਿਓ, ਇਹ ਪਰਮਾਤਮਾ ਸਾਡੀਆਂ ਸਾਰੀਆਂ ਭੁੱਖਾਂ ਦੂਰ ਕਰ ਸਕਦਾ ਜੇ। ਬੱਚਿਓ ਮੈਂ ਇਸ ਕਰਕੇ ਤੁਹਾਡੀ ਬਹੁਤਾ ਟਾਈਮ ਨਹੀਂ ਛੱਡਿਆ ਕਿ ਸਵਾਲ ਜਵਾਬ ਕਰਨੇ ਆ, ਕਿਉਂਕਿ ਮੈਂ ਦੇਖਦਾ ਤੁਸੀਂ ਬੱਚੇ ਬੜੇ ਇੰਟੈਲੀਜੈਂਟ ਹੋ ਚੁੱਕੇ ਹੋ, ਕਿਧਰੇ ਇਹੋ ਜਿਹਾ ਸਵਾਲ ਨਾ ਕਰ ਦੇਣਾ ਮੈਨੂੰ ਜਿਹੜਾ ਮੈਨੂੰ ਜਵਾਬ ਨਾ ਦੇਣਾ ਆਵੇ। ਪਰ ਦੀਦੀ ਜਸਪ੍ਰੀਤ ਕੌਰ ਤੁਹਾਡੀ ਮੇਰੇ ਤੋਂ ਜ਼ਿਆਦਾ ਸਿਆਣੀ ਬੈਠੀ ਉੱਥੇ, ਉਹ ਮੈਨੂੰ ਹੈਲਪ ਕਰ ਦੇਗੀ। ਸੋ ਮੈਂ ਇਸ ਤੋਂ ਜ਼ਿਆਦਾ ਹੋਰ ਅੱਗੇ ਸਮਾਂ ਨਹੀਂ ਲੈਣਾ ਚਾਹੁੰਦਾ, ਤੇ ਮੈਂ ਪੂਰੀ ਉਮੀਦ ਹੈ ਕਿ ਅੱਜ ਬੱਚਿਆਂ ਦਾ ਹੋਰ ਵਿਸ਼ਵਾਸ ਬਣਿਆ ਹੋਣਾ ਹੈ, ਤੇ ਕੈਂਪ ਵਿੱਚ ਡਟੇ ਰਹੋ। ਘੱਟੋ ਘੱਟ ਮੇਰੇ ਤੇ ਇੱਕ ਕਿਰਪਾ ਕਰੋ ਬੇਟੇ, ਮੇਰਾ ਸਮਾਂ ਬਹੁਤ ਥੋੜਾ ਰਹਿ ਗਿਆ, ਪਤਾ ਨਹੀਂ ਕਿੰਨੇ ਸਵਾਸ ਹੈ ਬਾਕੀ, ਤੇ ਤੁਸੀਂ ਬੱਚਿਓ ਤਗੜੇ ਹੋ ਜਾਓ, ਸਟਰੋਂਗ ਹੋ ਜਾਓ। ਇਹਨਾਂ ਬਸ ਤਰੀਕਿਆਂ ਤੇ ਚੱਲੋ। ਇਹ ਮਾਇਆ ਪਿੱਛੇ ਪਿੱਛੇ ਆਏਗੀ, ਜੇ ਮਾਇਆ ਦੇ ਬਿਨਾਂ ਗੱਲ ਨਹੀਂ ਹੈ ਬੇਟੇ, ਹੈ ਨਾ। ਮਾਇਆ ਸਾਨੂੰ ਚਾਹੀਦੀ ਹੈ, ਮਾਇਆ ਦੇ ਬਿਨਾਂ ਮਾਇਆ ਦਾ ਕਿੱਦਾਂ ਤਰੀਕਾ ਹੈ, ਜਿਸ ਤਰੀਕੇ ਮੈਨੂੰ ਬਾਪੂ ਨੇ ਦਿੱਤੀ ਹੈ, ਪਰਮਾਤਮਾ ਦਿੱਤੀ ਹੈ। ਸੋ ਆਪ ਵੀ ਸਾਰੇ ਰਲ ਕੇ ਪੈਰਾਂ ਤੇ ਖੜੇ ਹੋ, ਆਪਣੇ ਪਰਿਵਾਰ ਨੂੰ ਖੜਾ ਕਰੋ, ਆਪਣੇ ਪਿੰਡਾਂ ਨੂੰ ਤਿਆਰ ਕਰੀਏ ਆਪਾਂ, ਔਰ ਆਪਣੀ ਕੌਮ ਨੂੰ ਤਿਆਰ ਕਰੀਏ। ਦੁਨੀਆ ਤੇ ਰਾਜ ਕਰਨ ਵਾਲੀ ਕੌਮ ਹੈ ਬੱਚਿਓ। ਅੱਜ ਦੇਖ ਲਓ ਅਮਰੀਕਾ, ਕੈਨੇਡਾ, ਹਰ ਪਾਸੇ ਸਿੱਖਾਂ ਨੂੰ ਕਿੰਨੀ ਬਖਸ਼ਿਸ਼ ਹੋਈ ਜਾ ਰਹੀ ਹੈ, ਪਰ ਅੱਜ ਅਸੀਂ ਉੱਥੇ ਫੇਲ ਆ, ਮਾਫ ਕਰਨਾ, ਕਿਉਂਕਿ ਉੱਥੇ ਸੱਚ ਨਹੀਂ ਚੱਲ ਪਾਉਂਦਾ। ਪਰ ਗੁਰੂ ਮਿਹਰ ਕਰੇਗਾ, ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿਣਾ, ਅਸੀਂ ਆਪਣਾ ਕੰਮ ਕਰੀ ਚਲੀਏ। ਸੋ ਮੇਰੇ ਵਾਸਤੇ ਅਰਦਾਸ ਕਰਨਾ ਬੱਚਿਓ, ਔਰ ਤੁਸੀਂ ਸਾਰੇ ਤਿਆਰ ਹੋਵੋ। ਜਿੰਨੀਆਂ ਤੁਹਾਨੂੰ ਪੜ੍ਹਾਈ ਵਾਸਤੇ ਪੈਸੇ ਚਾਹੀਦੇ ਆ, ਜਿੰਨਾ ਤੁਹਾਨੂੰ ਗੁਰਮਤ ਵਾਸਤੇ ਕੁਝ ਚਾਹੀਦਾ, ਇਹ ਮੈਂ ਸੇਵਾ ਇੱਥੇ ਭੇਜਾਂਗਾ ਗੁਰੂ ਸਾਹਿਬ ਦੀ ਕਿਰਪਾ ਨਾਲ। ਪਰ ਸੱਚ ਰੱਖਣਾ, ਸੱਚ, ਜਿੱਥੇ ਸੱਚ ਹੈ ਉੱਥੇ ਪਰਮਾਤਮਾ ਹੈ ਬੇਟੇ। ਝੂਠ ਬੇਈਮਾਨੀ ਨਹੀਂ ਕਰਨੀ ਆਪਾਂ ਮੇਰੇ ਬੱਚਿਓ।
ਸੱਚ ਨਾਲ ਮੈਂ ਤੁਹਾਡੇ ਤੁਰਾਂਗਾ। ਪਰਮਾਤਮਾ ਆਪ ਨਹੀਂ ਚੱਲਦਾ, ਪਰਮਾਤਮਾ ਨੇ ਮੇਰੀ ਡਿਊਟੀ ਲਾਈ ਆ, ਉਹ ਮੇਰੇ ਜੇਬ ਪਾ ਦਿੰਦਾ, ਮੈਂ ਤੁਹਾਨੂੰ ਵੰਡੀ ਜਾਣਾ ਅੱਗੋਂ, ਪਰ ਅਖੀਰਲੇ ਸਵਾਸ ਤੱਕ ਕਰਾਂਗਾ। ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਹਿਲੇ ਤਾਂ ਆਪਣੀ ਸਾਰੀ ਟੀਮ ਦਾ, क्योंकि अज जसप्रीत दीदी कह लो बच्ची मेरी और कुलवंत मैम जिन्हें इंग्लिश तो सिखा रही है, जरूर सीखो इंग्लिश, इंग्लिश इंटरनेशनल लैंग्वेज है, पर पंजाबी नूं नहीं छड्डना बेटे, बच्चे पंजाबी नहीं छड्डनी आपां। तो इस तरह बेटे आपां सारे दा धन्नवाद करदा, मैं सारे बच्चों दा धन्नवाद करदा, पर एक एक बच्चा मेरा घट्टो घट 5-5 4-4 होर जोड़े, कोशिश करिए कि भुलिया उन्होंने वापस लैके आइए आपां, परमात्मा जोड़िए, गुरबाणी की शक्ति दसीए बेटे, ते ये तुहाडे ते बख्शिश होएगी, क्योंकि नानक धूड़ मंगे ते गुरसिख की जो आप जपै अवरा नाम जपावै। सो मैं इत्थे ही फतेह बुलाना वा मेरी भैन सुंदर कौर दा और मेरी सारी टीम दा, बड़े बड़े प्यारे वीर सारे मेरे नाल जुड़े होए आ। तो मैं खिमा चाहना वा, मेरे को बोलदे कोई गलती भुल हो गई होवे ते मैं तुहानूं पहले कहा सी हां मूरे कारे लाया, तो गड्डी पिछे भी मैं मोटा मोटा लिख लाया, ते आप जी मेरे लिए अरदास करना कि गुरु मूर्ख नूं सोझी समत बख्श के अखीरले स्वास तक मैं सेवा कर सका। तो फतेह बुलाइए बच्चों सारे। वाहिगुरू जी का खालसा, वाहिगुरू जी की फतेह। बोले सो निहाल, सत श्री अकाल। बबाणियां कहानियां पुत सपुत करेन, ਜਦੋਂ ਸਾਡੀਆਂ ਵੀ ਦਾਦੀਆਂ ਨਾਨੀਆਂ ਸਾਖੀਆਂ ਸੁਣਾਉਂਦੀਆਂ, ਕਹਾਣੀਆਂ ਸੁਣਾਉਂਦੀਆਂ, ਤਾਂ ਉਹ ਕਹਿੰਦੀਆਂ ਹੁੰਦੀਆਂ ਸੀ ਹੱਡ ਬੀਤੀ ਸੁਣਨੀ ਹੈ ਕਿ ਜੱਗ ਬੀਤੀ ਸੁਣਨੀ ਹੈ। ਤਾਂ ਜੱਗ ਬੀਤੀ ਜੋ ਸੰਸਾਰ ਦੇ ਵਿੱਚ ਕਿਸੇ ਨਾਲ ਬੀਤੀ ਹੁੰਦੀ ਤੇ ਕਿਸੇ ਨੇ ਸੁਣਾਉਣੀ ਹੁੰਦੀ, ਤੇ ਹੱਡ ਬੀਤੀ ਜਿਹੜੀ ਆਪਣੇ ਨਾਲ ਬੀਤੀ ਹੁੰਦੀ ਹੈ, ਆਪਣੀ ਸਟੋਰੀ ਆਪਣੇ ਨਾਲ ਬੀਤੀ ਹੋਈ। ਤਾਂ ਅੱਜ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੇ ਆਪਣੀ ਹੱਡ ਬੀਤੀ ਸੁਣਾਈ ਹੈ, ਤੇ ਆਪਣੀ ਹੱਡ ਬੀਤੀ ਸੁਣਦਿਆਂ ਸਾਡੇ ਮਨ ਦੇ ਵਿੱਚ ਉਹ ਵਾਹਿਗੁਰੂ ਪ੍ਰਤੀ ਪਿਆਰ ਵਿਸ਼ਵਾਸ ਬਣਦਾ ਹੈ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਅੱਜ ਮੇਰਾ ਵੀ ਨੈਟ ਦੀ ਪ੍ਰੋਬਲਮ ਹੋਣ ਕਰਕੇ ਥੋੜਾ ਹੋ ਗਿਆ, ਤੇ ਜਦੋਂ ਮੈਂ ਬਾਅਦ ਵਿੱਚ ਜੁਆਇਨ ਕਰਨ ਲੱਗੀ ਤੇ 500 ਜਿਹੜੇ ਬੱਚੇ ਪੂਰੇ ਹੋਏ ਪਏ ਸੀ, ਮੈਨੂੰ ਜੁਆਇਨ ਕਰਨ ਦਾ ਮੌਕਾ ਨਹੀਂ ਮਿਲਿਆ ਥੋੜੀ ਦੇਰ, ਕਿਉਂਕਿ ਕੱਲ ਵੀ ਅਨਾਉਂਸਮੈਂਟ ਕੀਤੀ, ਅਸੀਂ ਸਾਰਿਆਂ ਨੇ ਦੱਸਿਆ ਕਿ ਭਾਈ ਸਾਹਿਬ ਕੱਲ ਨੂੰ ਆਉਣਗੇ। ਤਾਂ ਅੱਜ ਬਹੁਤ ਬੱਚਿਆਂ ਦਾ ਧੰਨਵਾਦ ਜੀ ਕਿ ਜਿਨ੍ਹਾਂ ਨੇ ਅੱਗੇ ਦੀ ਅੱਗੇ ਹੋਰ ਆਪਣੇ ਰਿਸ਼ਤੇਦਾਰਾਂ ਨੂੰ, ਪਰਿਵਾਰ ਨੂੰ, ਹੋਰ ਮਿੱਤਰਾਂ ਦੋਸਤਾਂ ਨੂੰ ਦੱਸਿਆ ਕਿ ਅੱਜ ਅਸੀਂ ਕੈਂਪ ਜਿਹੜਾ ਕੰਪਲਸਰੀ ਹੈ ਸਾਰਿਆਂ ਨੂੰ ਜੁਆਇਨ ਕਰਨਾ। ਤੇ ਅੱਜ ਜਿਹੜੇ ਬੱਚੇ ਆ 500 ਤੋਂ ਉੱਪਰ ਲਾਈਵ ਵੀ ਚੱਲ ਰਿਹਾ, ਦੇਖ ਰਹੇ ਨੇ। ਸੋ ਬਹੁਤ ਬਹੁਤ ਧੰਨਵਾਦ ਜੀ। ਹੁਣ ਭੈਣ ਜੀ ਜਸਪ੍ਰੀਤ ਕੌਰ ਜੀ ਨੂੰ ਬੇਨਤੀ ਜੀ, ਕੋਈ ਅਨਾਉਂਸਮੈਂਟ ਜਾਂ ਆਪਾਂ ਬੱਚੇ ਲੈਣੇ ਕਿੱਦਾਂ ਕਰਨਾ ਹੈ ਜੀ? ਹਾਂਜੀ ਭੈਣ ਜੀ, ਬੱਚੇ ਲੈ ਸਕਦੇ ਅਗਰ ਕੋਈ ਬੱਚਾ ਕਿਸੇ ਨੇ ਕੋਈ ਪ੍ਰੋਮਿਸ ਕੀਤਾ ਉਹ ਕਹਿਣਾ ਚਾਹੁੰਦਾ ਹੈ, ਤੇ ਜਾਂ ਫਿਰ ਕੋਈ ਸਵਾਲ ਹੋਵੇ ਜੀ। ਹਾਂਜੀ ਬੱਚਿਆਂ ਨੂੰ ਬੇਨਤੀ ਜੀ, ਕੋਈ ਅੰਕਲ ਜੀ ਦਾ ਲੈਕਚਰ ਸੁਣ ਕੇ ਕੋਈ ਪ੍ਰੋਮਿਸ ਕਰਨਾ ਚਾਹੁੰਦਾ, ਕੋਈ ਵਾਅਦਾ ਕਰਨਾ ਚਾਹੁੰਦਾ ਵੀ ਅੱਜ ਤੋਂ ਬਾਅਦ ਮੈਂ ਏਦਾਂ ਕਰਾਂਗਾ, ਤਾਂ ਜਾਂ ਕੋਈ ਸਵਾਲ ਪੁੱਛਣਾ ਚਾਹੁੰਦੇ ਆ ਤਾਂ ਉਹ ਬੱਚੇ ਆਪਣਾ ਹੈਂਡ ਰੇਜ਼ ਕਰ ਸਕਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਤੇ ਅੰਕਲ ਜੀ ਦਾ ਬਹੁਤ ਹੀ ਥੈਂਕਸ ਕਰਨਾ ਚਾਹਾਂਗੀ, ਬਹੁਤ ਜ਼ਿਆਦਾ ਥੈਂਕ ਯੂ ਕਰਨਾ ਚਾਹਾਂਗੀ ਕਿ ਉਹਨਾਂ ਨੇ ਇੱਕ ਤਾਂ ਸਾਨੂੰ ਪੜ੍ਹਾ ਰਹੇ ਨੇ, ਗੁਰਬਾਣੀ ਨਾਲ ਵੀ ਜੋੜ ਰਹੇ ਨੇ, ਤੇ ਦੂਸਰਾ ਉਹਨਾਂ ਨੇ ਜਿਵੇਂ ਕਿ ਸਾਡੇ ਇੱਥੇ ਨੈਟ ਦੀ ਪ੍ਰੋਬਲਮ ਸੀ, ਇੱਕ ਫੋਨ ਤੇ ਨਹੀਂ ਸੀ ਸਾਰੀਆਂ ਕਲਾਸਿਸ ਲੱਗ ਪਾਉਂਦੀਆਂ, ਉਹਨਾਂ ਨੇ ਮੈਨੂੰ ਫੋਨ ਵੀ ਦਿੱਤਾ ਤੇ ਹਾਰਮੋਨੀਅਮ ਕੀਰਤਨ ਸਿੱਖਣ ਦੇ ਲਈ ਹਾਰਮੋਨੀਅਮ ਵੀ ਦਿੱਤਾ। ਮੈਂ ਉਹਨਾਂ ਦਾ ਬਹੁਤ ਬਹੁਤ ਥੈਂਕਸ ਕਰਨਾ ਚਾਹਾਂਗੀ ਤੇ ਸਾਨੂੰ ਜੋ ਹਰ ਰੋਜ਼ ਦੀ ਤਰ੍ਹਾਂ ਗੁਰਬਾਣੀ ਨਾਲ ਵੀ ਜੋੜ ਰਹੇ ਨੇ ਤੇ ਸਾਡੀਆਂ ਪੜ੍ਹਾਈਆਂ ਵੀ ਕਰਵਾ ਰਹੇ ਨੇ। ਮੈਂ ਸਿਰਫ ਥੈਂਕਸ ਹੀ ਕਰਨਾ ਚਾਹਾਂਗੀ। ਤੇ ਮੈਂ ਆਪਣੀ ਭੂਆ ਜੀ ਦੀ ਬੇਟੀ ਨੂੰ ਵੀ ਇਸ ਕੈਂਪ ਦੇ ਵਿੱਚ ਜੋੜਿਆ। ਉਹ ਜਿੰਨੀਆਂ ਵੀ ਕਲਾਸਿਸ ਮੈਂ ਲਗਾ ਰਹੀ ਹਾਂ ਉਹ ਸਾਰੀਆਂ ਲਗਾਉਂਦੀ ਹੈ ਤੇ ਉਸਦੀ ਮੇਰੀ ਭੂਆ ਜੀ ਦੀ ਬੇਟੀ ਦੀ ਅੱਗੋਂ 2 ਫਰੈਂਡਸ ਨੇ ਹੋਰ, ਉਹ ਵੀ ਇਹ ਕਲਾਸਿਸ ਅਟੈਂਡ ਕਰ ਰਹੀਆਂ ਨੇ ਸਾਰੀਆਂ। ਮੈਂ ਬਹੁਤ ਬਹੁਤ ਥੈਂਕਸ ਕਰਨਾ ਚਾਹਾਂਗੀ। ਸਾਰਿਆਂ ਨੂੰ ਪਰਮਾਤਮਾ ਦੀ ਲੰਮੀਆਂ ਉਮਰਾਂ ਬਖਸ਼ਣ ਤੇ ਇਸੇ ਤਰ੍ਹਾਂ ਸੇਵਾ ਕਰਦੇ ਹਨ। ਮੇਰਾ ਪ੍ਰੋਮਿਸ ਇਹ ਹੈ ਕਿ ਮੈਂ ਆਪਣੀ ਪੜ੍ਹਾਈ ਪੂਰੀ ਕਰਕੇ, ਮੈਂ ਜਿਵੇਂ ਸਾਰੇ ਦਸਵੰਧ ਕੱਢ ਕੇ ਬੱਚਿਆਂ ਨੂੰ ਪੜ੍ਹਾ ਰਹੇ ਨੇ, ਮੈਂ ਵੀ ਬੱਚਿਆਂ ਨੂੰ, ਜੇ ਮੈਂ ਕਿਸੇ ਨੂੰ ਟਿਊਸ਼ਨ ਵੀ ਪੜ੍ਹਾਵਾਂਗੀ ਨਾ ਘਰ ਦੇ ਵਿੱਚ, ਮੈਂ ਉਸ ਦੇ ਵਿੱਚ ਵੀ ਕੋਈ ਉਹਨਾਂ ਤੋਂ ਪੈਸਾ ਨਹੀਂ ਲਵਾਂਗੀ, ਉਹ ਵੀ ਫ੍ਰੀ ਪੜ੍ਹਾਵਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਬਹੁਤ ਵਧੀਆ ਬੱਚਾ ਜੀ, ਬਹੁਤ ਵਧੀਆ ਜੀ। ਬੇਟੀ ਮਨਦੀਪ ਕੌਰ, ਵਾਹਿਗੁਰੂ ਜੀ ਤੁਹਾਡਾ ਪ੍ਰੋਮਿਸ ਪੂਰਾ ਕਰਨ ਦੇ ਲਈ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਜੀ। ਜੋ ਤੁਸੀਂ ਪ੍ਰੋਮਿਸ ਕੀਤਾ ਹੋਣਾ ਵਾਹਿਗੁਰੂ ਦੀ ਕਿਰਪਾ ਨਾਲ ਹੈ। ਹਾਂਜੀ ਬੇਟਾ ਜੀ।
ਅਮਰਿੰਦਰ ਸਿੰਘ ਅਨਮਿਊਟ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿ ਫਤਿਹ ਬੇਟੇ ਜੀ। ਅੰਕਲ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਣਾ ਕਿ ਗੁਰੂ ਸਾਹਿਬ ਮੈਂ ਪਹਿਲਾਂ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੁੰਦਾ ਸੀਗਾ ਤੇ ਮੇਰੇ ਮਾਂ-ਬਾਪ ਕੋਲ ਇੰਨੇ ਪੈਸੇ ਨਹੀਂ ਸੀ ਹੁੰਦੇ ਕਿ ਮੈਨੂੰ ਕਿਸੇ ਵਧੀਆ ਸਕੂਲ 'ਚ ਪੜ੍ਹਾ ਸਕਣ। ਮੇਰਾ ਵੀ ਇੱਕ ਸੁਪਨਾ ਹੁੰਦਾ ਸੀਗਾ ਵੀ ਮੈਂ ਕਿਸੇ ਵਧੀਆ ਸਕੂਲ 'ਚ ਪੜ੍ਹਾਂ, ਪ੍ਰਾਈਵੇਟ ਸਕੂਲ 'ਚ ਪੜ੍ਹਾਂ, ਅੰਗਰੇਜ਼ੀ ਸਿੱਖਾਂ। ਤੇ ਮੈਂ ਬਹੁਤ ਧੰਨਵਾਦ ਕਰਦਾ ਅੰਕਲ ਜੀ ਦਾ ਤੇ ਬਹੁਤ ਧੰਨਵਾਦ ਕਰਦਾ ਐਜੂਕੇਟ ਪੰਜਾਬ ਪ੍ਰੋਜੈਕਟ ਦਾ, ਜਿਨ੍ਹਾਂ ਨੇ ਮੈਨੂੰ ਪੜ੍ਹਨ ਦਾ ਇਹ ਮੌਕਾ ਦਿੱਤਾ, ਮੇਰੀ ਫੀਸ ਭਰ ਰਹੇ ਨੇ। ਤੇ ਹੁਣ ਮੈਂ ਵੀ ਕੀਰਤਨ ਸਿੱਖ ਰਿਹਾ ਸੀਗਾ, ਮੈਨੂੰ ਵੀ ਇੱਕ ਹਾਰਮੋਨੀਅਮ ਦੀ ਲੋੜ ਸੀਗੀ ਤੇ ਅੰਕਲ ਜੀ ਨੂੰ ਕਿਹਾ, ਅੰਕਲ ਜੀ ਨੇ ਮੇਰੀ ਮਦਦ ਕੀਤੀ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਮੈਂ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਬਹੁਤ ਵਧੀਆ ਸਿੱਖਿਆ ਦਿੱਤੀ। ਮੈਂ ਅੱਜ ਦਾ ਕੈਂਪ ਸੁਣ ਕੇ ਇਹ ਪ੍ਰਣ ਕੀਤਾ ਹੈ ਕਿ ਮੈਂ ਹਮੇਸ਼ਾ ਸੇਵਾ ਕਰਾਂਗੀ ਅਤੇ ਸੱਚ ਬੋਲਾਂਗੀ, ਕਦੇ ਵੀ ਬੇਈਮਾਨੀ ਨਹੀਂ ਕਰਾਂਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਫਤਿਹ। ਵਧੀਆ, ਬਹੁਤ ਵਧੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਮੈਂ ਸਰ ਹਾਂਜੀ। ਦਾ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੀ ਤੇ ਮੈਂ ਸਰ ਇਹ ਦੱਸਣਾ ਚਾਹਾਂਗੀ ਕਿ ਜਿਹੜੇ ਰੋਜ਼ ਅਸੀਂ ਕੈਂਪ ਲਗਾਉਂਦੇ ਹਾਂ 4 ਵਜੇ ਤੋਂ 5 ਵਾਲਾ, ਇਸ ਤੋਂ ਪ੍ਰੇਰਿਤ ਹੋ ਕੇ ਨਾ ਮੇਰੇ ਪਾਪਾ ਜੀ ਨੇ ਮਤਲਬ ਕੇਸ ਰੱਖ ਲਏ, ਕੇਸ ਤੇ ਦਾੜੀ ਉਹਨਾਂ ਨੇ ਦੋਨੇ ਰੱਖ ਲਏ ਤੇ ਮੈਂ ਇਹ ਪ੍ਰੋਮਿਸ ਕਰ ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਤੇ ਮੈਂ ਇਹ ਪ੍ਰੋਮਿਸ ਕਰਦੀ ਹਾਂ ਕਿ ਮੈਂ ਵੀ ਜਦੋਂ ਮੈਂ ਵੀ ਤੁਹਾਡੇ ਵਾਂਗ ਵੀ ਇੰਨੀ ਮੈਂ ਵੀ ਬਹੁਤ ਗਰੀਬ ਫੈਮਿਲੀ 'ਚ ਹੀ ਹਾਂ, ਮਤਲਬ ਇੰਨੀ ਮਿਡਲ ਕਲਾਸ ਫੈਮਿਲੀ 'ਚ ਹੀ ਹਾਂ ਤੇ ਮੈਂ ਵੀ ਤੁਹਾਡੀ ਜਿਹੜੀਆਂ ਥੋੜੀ ਸਟੋਰੀਆਂ ਦੇਖ ਕੇ ਕਿ ਤੁਹਾਨੂੰ ਸੁਣ ਕੇ ਮੈਨੂੰ ਵੀ ਐਂ ਲੱਗਦਾ ਹੈ ਵੀ ਮੈਂ ਵੀ ਮਤਲਬ ਤੁਹਾਡੇ ਵਾਂਗੂ ਬਣਾ, ਤੁਹਾਡੇ ਵਾਂਗੂ ਹੈਲਪ ਕਰਾਂ ਸਟੂਡੈਂਟਸ ਦੀ, ਜਿਵੇਂ ਤੁਸੀਂ ਮੇਰੀ ਕਰ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਟਾ ਜੀ, ਮੈਂ ਤੁਹਾਡੇ ਘਰ ਮੈਸੇਜ ਭੇਜਿਆ ਸੀਗਾ, ਬਸ ਪੜ੍ਹਾਈ ਕਰੋ, ਵਾਧੂ ਪੜ੍ਹਾਈ ਕਰੋ ਤੇ ਗੁਰੂ ਨਾਲ ਜੁੜੋ। ਔਰ ਤੁਹਾਨੂੰ ਅਸੀਂ ਕੈਨੇਡਾ ਭੇਜਣਾ, ਜ਼ਰੂਰ ਭੇਜਣਾ ਬੇਟੇ, ਫਿਕਰ ਨਾ ਕਰੋ। ਮੈਂ ਲੱਗ ਰਿਹਾ ਬੱਚੇ ਮੇਰੇ ਕੋਲ ਹੈਗੇ, ਚੁਣੇ ਹੋਏ ਬੱਚੇ, ਮੈਂ ਜ਼ਰੂਰ ਭੇਜਣਾ ਬੇਟੇ, ਕਿਉਂਕਿ ਨਾ ਪੈਸਾ ਸਭ ਕੁਝ ਨਹੀਂ ਹੈ, ਪੈਸੇ ਬਿਨਾਂ ਵੀ ਗੱਲ ਨਹੀਂ ਹੈ। ਅੱਜ ਮੈਨੂੰ वाहिगुरु जी का खालसा वाहिगुरु जी की फतेह। ਵਾਹਿਗੁਰੂ ਜੀ ਕੀ ਫਤਿਹ ਜੀ। मैं अंकल जी की बहुत ज्यादा थैंकफुल हूँ। मैं ये बात बोलूंगी कि जब मैं भी इंडिपेंडेंट हो जाऊंगी, मैं भी जैसे अंकल किसी की हेल्प कर रहे हैं, बच्चों की हेल्प कर रहे हैं, मैं भी बाकी बच्चों की हेल्प किया करूंगी। और जैसे कि अंकल जी बोला कि मैं रंग से राजा बना हूँ, तो मुझे सर की अंकल जी की बात देख के ये लग रहा है कि जैसे अगर सपने बोलने के लिए सपने नहीं होते, हम सपने देखेंगे तो एक दिन वो जरूर पूरा होंगे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਸਾਰੇ ਐਜੂਕੇਟ ਪੰਜਾਬ ਪ੍ਰੋਜੈਕਟ ਤੇ ਅੰਕਲ ਜੀ ਦਾ ਬਹੁਤ ਬਹੁਤ ਧੰਨਵਾਦ ਹਨਾ, ਜੋ ਸਾਰੇ ਬੱਚਿਆਂ ਦੀ ਹੈਲਪ ਕਰ ਰਹੇ ਨੇ। ਜਿਵੇਂ ਅੰਕਲ ਜੀ ਨੇ ਦੱਸਿਆ, ਸਾਨੂੰ ਰੱਬ ਤੇ ਵਿਸ਼ਵਾਸ ਰੱਖਣਾ ਚਾਹੀਦਾ ਹਨਾ, ਤੇ ਪਰਮਾਤਮਾ ਤੇ ਜੇ ਭਰੋਸਾ ਕਰਾਂਗੇ ਤੇ ਪਰਮਾਤਮਾ ਸਾਨੂੰ ਸਾਰਾ ਕੁਝ ਦਿੰਦਾ। ਦਾਤਾ ਇਹ ਹੈ ਸਭ ਕੋ ਦੇਵਨਹਾਰ ਹਨਾ, ਤੇ ਦਿੰਦੇ ਤੋਟ ਨਾ ਆਵਈਏ ਗੰਤ ਭਰੇ ਭੰਡਾਰ। ਪਰਮਾਤਮਾ ਦਾ ਭੰਡਾਰ ਭਰੇ ਪਏ ਨੇ, ਆਪਾਂ ਨੂੰ ਲੈਣ ਵਾਲੇ ਬਣਨਾ ਚਾਹੀਦਾ। ਮੈਂ ਅੱਜ ਤੋਂ ਪ੍ਰਣ ਕਰਦੀ ਹਾਂ, ਆਈ ਵਾਂਟ ਟੂ ਬਿਕਮ ਐਨ IAS ਆਫਿਸਰ। ਮੈਂ ਕਦੇ ਕਿਸੇ ਤੋਂ ਰਿਸ਼ਵਤ ਨਹੀਂ ਲਵਾਂਗੀ, ਕਦੇ ਕਿਸੇ ਤੋਂ ਬਰਾਈਬ ਵੀ ਲਵਾਂਗੀ, ਤੇ ਮੈਂ ਪੂਰੀ ਇਮਾਨਦਾਰੀ ਨਾਲ ਕੰਮ ਕਰਾਂਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਫਤਿਹ। ਵਧੀਆ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਆਪਣੇ ਨਾਲ ਅੱਜ ਤੋਂ ਹੀ ਕਰਦੀ ਹਾਂ ਕਿ ਮੈਂ ਵੀ ਵੱਡੀ ਹੋ ਕੇ ਅੰਕਲ ਜੀ ਵਾਂਗ ਬਣਾਂਗੀ। ਮੈਂ ਸਾਰੇ ਬੱਚਿਆਂ ਦੀ ਹੈਲਪ ਕਰਾਂਗੀ, ਜਿਹੜੇ ਮੇਰੇ ਵਾਂਗ ਨੇ, ਹੈਲਪ ਕਰਾਂਗੀ ਸਾਰਿਆਂ ਦੀ। ਤੇ ਮੈਂ ਬਾਣੀ ਤੋਂ ਕਦੇ ਵੀ ਨਹੀਂ ਟੁੱਟਾਂਗੀ, ਮੈਂ ਹਰ ਰੋਜ਼ ਬਾਣੀ ਪੜਾਂਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਅਭਿਜੋਤ ਸਿੰਘ ਹੈ। ਮੈਂ 3 ਕਲਾਸ ਵਿੱਚ ਪੜ੍ਹਦਾ ਹਾਂ। ਮੇਰਾ APP ਨੰਬਰ 15329 ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰੋਮਿਸ ਕਰਦਾ ਹਾਂ ਕਿ ਮੈਂ ਹਮੇਸ਼ਾ ਗੁਰਬਾਣੀ ਨਾਲ ਜੁੜਾ ਰਹਾਂਗਾ, ਕਿ ਮੈਂ ਮਿਹਨਤ ਹੀ ਕਰਾਂਗਾ। ਮੈਂ ਜਸਵੀਰ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਮੈਂ ਸਭ ਦੀ ਹੈਲਪ ਕਰਾਂਗਾ। ਮੈਂ ਆਪਣੇ ਦੋਸਤਾਂ ਨੂੰ ਗੁਰਬਾਣੀ ਪਾਠ ਪੜ੍ਹਾਵਾਂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਅੰਕਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਅੰਕਲ ਜੀ ਨੇ ਸਾਨੂੰ ਇੰਨਾ ਵਧੀਆ ਸਭ ਕੁਝ ਦੱਸਿਆ ਹੈ। ਤੇ ਮੈਂ ਇਹ ਕਹਿਣ ਡਈ ਹਾਂ ਕਿ ਸਾਨੂੰ ਇੰਨਾ ਆਨੰਦ ਆਇਆ ਕਿ ਜਿੱਦਾਂ ਅਸੀਂ ਵਾਹਿਗੁਰੂ ਜੀ ਦੀ ਗੋਦ ਵਿੱਚ ਬਹਿ ਕੇ ਸਭ ਕੁਝ ਸੁਣਿਆ ਹੁੰਦਾ ਹੈ। ਅੰਕਲ ਜੀ ਨੇ ਇੰਨਾ ਵਧੀਆ ਦੱਸਿਆ ਕਿ ਇੱਕ ਵਾਰੀ ਫਿਰ ਤੋਂ ਬਾਬਾ ਜੀ ਤੇ ਭਰੋਸਾ ਪੂਰਾ ਵਾਲਾ ਪੱਕਾ ਵਾਲਾ ਵੱਧ ਚੁੱਕਾ ਹੈ।
ਤੇ ਮੈਂ ਇਹ ਪ੍ਰੋਮਿਸ ਕਰਦੀ ਹਾਂ ਕਿ ਮੈਂ ਅੰਕਲ ਜੀ ਤੋਂ ਇੰਸਪਾਇਰ ਹੋ ਕੇ ਕਦੀ ਵੀ ਆਪਣੇ ਕੇਸ ਕਤਲ ਨਹੀਂ ਕਰਵਾਵਾਂਗੀ ਤੇ ਦੂਜਿਆਂ ਨੂੰ ਵੀ ਇੰਸਪਾਇਰ ਕਰਾਂਗੀ। ਕਦੀ ਵੀ ਵਾਹਿਗੁਰੂ ਜੀ ਤੋਂ ਭਰੋਸਾ ਨਹੀਂ ਟੁੱਟਣ ਦੇਵਾਂਗੀ। ਹਮੇਸ਼ਾ ਉਹਨਾਂ ਤੇ ਭਰੋਸਾ ਰੱਖਾਂਗੀ ਤੇ ਵਾਹਿਗੁਰੂ ਜੀ ਦਾ ਵੀ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਕਿ ਉਹਨਾਂ ਨੇ ਅੰਕਲ ਜੀ ਵਰਗਿਆਂ ਦੀ ਸੰਗਤ ਸਾਨੂੰ ਬਖਸ਼ਿਸ਼ ਕੀਤੀ ਹੈ। ਬਹੁਤ ਹੀ ਵੱਡੇ ਭਾਗਾਂ ਨਾਲ ਜੋ ਇਹ ਮਿਲਦੀ ਆ। ਤੇ ਅੰਕਲ ਜੀ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ। ਇੰਨੀ ਸੇਵਾ ਮੈਂ ਮਤਲਬ ਅੱਜ ਕੱਲ੍ਹ ਦੀ ਦੁਨੀਆ ਵਿੱਚ ਕੋਈ 10 ਰੁਪਏ ਵੀ ਨਹੀਂ ਦਿੰਦਾ ਤੇ ਮੈਂ ਇੰਨੀ ਸੇਵਾ ਪਹਿਲੀ ਵਾਰ ਵੇਖੀ ਆ ਅੰਕਲ ਜੀ ਤੋਂ। ਮੈਂ ਬਹੁਤ ਹੀ ਥੈਂਕ ਯੂ ਕਰਦੀ ਹਾਂ ਅੰਕਲ ਜੀ ਦਾ ਤੇ ਵਾਹਿਗੁਰੂ ਜੀ ਦਾ ਵੀ, ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਦਾ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਮੈਮ ਮੈਂ ਅੰਕਲ ਜੀ ਨਾਲ ਪ੍ਰਣ ਕਰਦੀ ਹਾਂ ਕਿ ਮੈਂ ਰੋਜ਼ਾਨਾ ਅਤੇ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਹੈ ਉਹ ਅਰਥਾਂ ਸਹਿਤ ਕਰਾਂਗੀ ਤੇ ਅੰਕਲ ਜੀ ਵਾਂਗ ਹੋਰਨਾਂ ਬੱਚਿਆਂ ਦੀ ਵੀ ਮਦਦ ਕਰਾਂਗੀ। ਮੈਮ ਮੇਰਾ ਇੱਕ ਕੁਐਸਚਨ ਹੈ ਅੰਕਲ ਜੀ ਨੂੰ। ਜਿਹੜੇ ਮੇਰੇ ਪਾਪਾ ਹੈ ਉਹ ਕੇਸ ਕਤਲ ਨਹੀਂ ਰੱਖ ਰਹੇ ਤੇ ਮੈਂ ਉਹਨਾਂ ਨੂੰ ਕਿਵੇਂ ਕਵਾਂਗੀ ਕਿ ਜਿਹੜੇ ਉਹ ਕੇਸ ਕਤਲ ਰੱਖ ਲੈਣ? ਪਹਿਲੀ ਗੱਲ, ਕੇਸ ਕਤਲ ਦਾ ਮਤਲਬ ਹੁੰਦਾ ਕੇਸ ਕੱਟੇ ਹੋਏ, ਠੀਕ ਹੈ ਜੀ। ਤੇ ਅਸੀਂ ਕਹਿੰਦੇ ਵੀ ਉਹਨਾਂ ਦੇ ਕੇਸ ਕਤਲ ਨੇ ਤੇ ਆਪਾਂ ਉਹਨਾਂ ਨੂੰ ਕੇਸ ਰੱਖਣ ਲਈ ਪ੍ਰੇਰਨਾ ਹੈ। ਤੇ ਮੈਂ ਬੇਨਤੀ ਕਰਾਂਗੀ ਜੀ ਅੰਕਲ ਜੀ ਅਗਰ ਇਹਦਾ ਆਨਸਰ ਕਰ ਸਕਣ। ਕਿਆ ਬੇਟੇ ਤੁਸੀਂ ਇਹਦਾ ਨਾ ਕਿ ਪਾਠ ਆਪਣਾ ਕਰੀ ਚਲੋ, ਆਪਣਾ ਕੰਮ ਕਰੀ ਚਲੋ। ਤੁਸੀਂ ਗੁਰੂ ਨਾਨਕ ਦੇ ਪੂਰਨਿਆਂ ਤੇ ਚੱਲੀ ਚੱਲੋ ਬੇਟੇ, ਔਰ ਤੁਸੀਂ ਦੇਖਣਾ ਆਪੇ ਪਾਪਾ ਰੱਖ ਲੈਣਗੇ ਇੱਕ ਦਿਨ, ਆਪੇ ਹੋ ਜਾਏਗਾ, ਹੈ ਨਾ। ਤੁਸੀਂ ਕਰੀ ਚੱਲੋ ਬੇਟੇ, ਉਹਨਾਂ ਨੂੰ ਬਾਰ-ਬਾਰ ਨਾ ਕਹੋ ਔਰ ਦੇਖਣਾ ਆਪੇ ਪਾਪਾ ਜੀ ਦੇ ਪਾਪਾ ਦੇ ਮਨ ਚ ਆ ਜਾਏਗਾ। ਪਾਪਾ ਨੂੰ ਸ਼ਰਮ ਆ ਜਾਏਗੀ, ਮੇਰੀ ਨਿੱਕੀ ਜੀ ਬੱਚੀ ਹੈ ਇੰਨਾ ਪਾਠ ਵੀ ਕਰ ਲੈਂਦੀ ਔਰ ਇੰਨਾ ਸੋਹਣਾ ਸਭ ਕਰਦੀ ਹੈ ਤੇ ਬੇਟੇ ਆਪੇ ਬਖਸ਼ਿਸ਼ ਹੋ ਜਾਏਗੀ। ਤੁਸੀਂ ਅਰਦਾਸ ਕਰਨੀ ਹੈ, ਅਸੀਂ ਵੀ ਕਰਾਂਗੇ ਬੇਟੇ। ਓਕੇ, ਠੀਕ ਹੈ ਬੇਟੇ, ਇਹੀ ਰਸਤਾ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਮੈਂ ਤਰਲੀਨ ਬੋਲਦੀ ਹਾਂ। ਸਰ ਮੈਂ ਗੁਰੂ ਨਾਨਕ ਦੇਵ ਜੀ ਇੰਸਟੀਚਿਊਟ ਫਾਊਂਡੇਸ਼ਨ ਦੇ ਸਕੂਲ ਵਿੱਚ ਪੜ੍ਹਦੀ ਹਾਂ। ਸੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਚਾਹੁੰਦੀ ਹਾਂ। ਤੁਸੀਂ ਉਹ ਸਕੂਲ ਵਧੀਆ ਥੈਂਕ ਯੂ ਕਰਨਾ ਚਾਹੁੰਦੀ ਹਾਂ ਸਰ। ਥੈਂਕ ਯੂ ਬੇਟੇ, ਬਾਬਾ ਜੀ ਦਾ ਥੈਂਕ ਯੂ, ਬਹੁਤ ਵਧੀਆ। ਤਰਲੀਨ ਕੌਰ ਹੈ ਨਾ, ਕੌਰ ਨਹੀਂ ਮਿਸ ਕਰਨਾ ਬੇਟੇ, ਹੈ ਨਾ। ਖਾਲੀ ਤਰਲੀਨ ਨਹੀਂ ਕਹਿਣਾ, ਨਾ ਪੂਰਾ ਬੋਲੀਏ। ਸਿੰਘ ਵਾਲੇ ਸਿੰਘ ਤੇ ਕੌਰ ਵਾਲੇ ਕੌਰ। ਹੁਣ ਇੱਕ ਗਲਤੀ ਨਾ ਕਰਨਾ, ਸਾਰੀ ਜ਼ਿੰਦਗੀ ਨਾ ਕਰਨਾ, ਠੀਕ ਹੈ ਬੇਟੇ। ਗੁੱਡ ਬੱਚੇ, ਓਕੇ ਜੀ, ਕੈਰੀ ਔਨ। ਵਾਹਿ ਖਾਲਸਾ, ਵਾਹਿ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਹਰਦੀਪ ਕੌਰ ਹੈ। ਮੇਰੇ EPP ਨੰਬਰ 15629 ਹੈ। ਵਾਹਿਗੁਰੂ ਜੀ, ਮੇਰਾ ਵੀ ਛੋਟੇ ਹੁੰਦੇ ਸੁਪਨਾ ਸੀ ਕਿ ਮੈਂ ਵੀ ਵੱਡੀ ਹੋ ਕੇ ਵਿਦੇਸ਼ ਜਾਵਾਂ, ਪਰ ਮੈਨੂੰ ਅੰਕਲ ਜੀ ਤੋਂ ਬਹੁਤ ਹੌਸਲਾ ਮਿਲਦਾ ਹੈ ਕਿ ਮੈਂ ਵੀ ਪੜ੍ਹਾਈ ਕਰਕੇ ਗੁਰਬਾਣੀ ਪੜਾਂਗੀ ਅਤੇ ਵਾਹਿਗੁਰੂ ਜੀ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਵਾਹਿਗੁਰੂ ਜੀ ਵੀ ਫਿਰ ਮੇਰੀ ਵਿਸ਼ ਜ਼ਰੂਰ ਪੂਰੀ ਕਰਨਗੇ। ਮੈਂ ਪ੍ਰਣ ਕਰਦੀ ਹਾਂ ਕਿ ਮੈਂ ਗੁਰਬਾਣੀ ਵਿਚਾਰ ਕੇ ਪੜਾਂਗੀ ਅਤੇ ਮੈਂ ਵੀ ਵੱਡੀ ਹੋ ਕੇ ਬੱਚਿਆਂ ਦੀ ਸੇਵਾ ਕਰਾਂਗੀ, ਦਸਵੰਧ ਕੱਢਾਂਗੀ ਅਤੇ ਮੈਂ ਅੰਕਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ। ਅਤੇ ਮੈਂ ਐਜੂਕੇਟ ਪੰਜਾਬ ਪ੍ਰੋਜੈਕਟ ਪੂਰੀ ਟੀਮ ਦਾ ਧੰਨਵਾਦ ਕਰਦੀ ਹਾਂ ਜੀ। ਅਤੇ ਮੇਰਾ ਇੱਕ ਹੋਰ ਕੁਐਸਚਨ ਸੀ। ਮੇਰਾ ਕੁਐਸਚਨ ਸੀਗਾ ਜੀ ਵੀ ਮੇਰੇ ਮੰਮਾ ਨੂੰ ਨਾ ਜੀ ਥਾਇਰਾਇਡ ਹੈ ਜੀ ਤੇ ਉਹ ਵੀ ਤੇ ਗਠੀਆ ਜੀ ਤੇ ਜੀ ਉਹ ਨਾ ਵੀ ਹਰ ਰੋਜ਼ ਨਾਮ ਵੀ ਜਪਦੇ ਨੇ, ਗੁਰਦੁਆਰੇ ਵੀ ਜਾਂਦੇ ਨੇ ਤੇ ਉਹ ਮੇਰੇ ਕੋਲ ਬੈਠ ਕੇ ਸਹਿਜ ਪਾਠ ਵੀ ਸੁਣਦੇ ਨੇ। ਪਰ ਜੀ ਉਹਨਾਂ ਦਾ ਵੀ ਠੀਕ ਨਹੀਂ ਹੁੰਦਾ ਹੈਗਾ। ਉਹਨਾਂ ਨੂੰ 10 ਸਾਲ ਹੋ ਚੱਲੇ ਨੇ ਜੀ ਇਸ ਬਿਮਾਰੀ ਤੋਂ। ਬੇਟੇ ਤੁਸੀਂ ਮੇਰੀ ਬਿਮਾਰੀ ਵੀ ਸੁਣ ਚੁੱਕੇ ਹੋ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਤਾਂ ਬੇਟੇ ਇਹੀ ਇੱਕੋ ਵਧੀਆ ਤਰੀਕਾ ਤੇ ਰਸਤਾ ਹੈਗਾ, ਹੋਰ ਕੁਛ ਨਹੀਂ ਹੈਗਾ। ਪੂਰੀ ਕੋਸ਼ਿਸ਼ ਕਰੋ ਇਲਾਜ ਕਰਾਉਣ ਦੀ, ਵਧੀਆ ਤੇ ਵਧੀਆ ਡਾਕਟਰ ਕੋਲ ਜ਼ਰੂਰ ਕਰਾਓ। ਪਰ ਬੇਟੇ ਜੀ, ਪਰ ਬਾਣੀ 'ਚ ਬੜੀ ਸ਼ਕਤੀ ਹੈ ਤੇ ਕਿਤੇ ਨਾ ਕਿਤੇ ਸਾਡੇ ਕੋਲ ਕੋਈ ਭੁੱਲਾਂ ਗਲਤੀਆਂ ਹੋ ਜਾਂਦੀਆਂ ਬੇਟੇ, ਫਿਰ ਵੀ ਹੋ ਜਾਂਦੀਆਂ, ਮੈਨੂੰ ਪਤਾ ਹੈ ਨਾ। ਹੁਣ ਮੈਂ ਨਹੀਂ ਚੁਣ ਸਕਦਾ, ਮੈਨੂੰ ਨਹੀਂ ਪਤਾ ਕਿਹੜੀਆਂ ਗਲਤੀਆਂ ਕਰਦੇ ਆ, ਹੈ ਨਾ। ਸਾਡੇ ਕੋਲ ਬੜੀਆਂ ਗਲਤੀਆਂ ਹੁੰਦੀਆਂ ਬੇਟੇ, ਤੇ ਉਹ ਗਲਤੀਆਂ ਕਰਨ ਤੋਂ ਅਸੀਂ ਨਾ ਗੁਰੇਜ਼ ਕਰਨਾ। ਉਹ ਗੁਰਬਾਣੀ ਸਮਝ ਕੇ ਉਹ ਪੜਾਂਗੇ ਨਾ ਤੇ ਫਿਰ ਉਹ ਗਲਤੀਆਂ ਨਹੀਂ ਕਰਾਂਗੇ ਤੇ ਛੇਤੀ ਇਹਦੇ ਨਾਲ ਕੀ ਬੇਟੇ ਸਾਰੇ ਕਾਰਜ ਸਫਲ ਲੱਗ ਪੈਂਦੇ ਆ। ਜਿੰਨਾ ਕਿ ਮੈਨੂੰ ਸਮਝ ਹੈ ਬੇਟੇ, ਇਹ ਬਿਲਕੁਲ ਬਾਣੀ ਹੀ ਕਰ ਸਕਦੀ ਹੈ ਸਭ ਕੁਛ। ਇਹ ਚੀਜ਼ ਅੱਜ ਅੰਗਰੇਜ਼ਾਂ ਨੂੰ ਵੀ ਸਮਝ ਆ ਗਈ ਹੈ ਬੇਟੇ, ਕਿਉਂ ਅੰਗਰੇਜ਼ 7.5 ਲੱਖ ਅੰਗਰੇਜ਼ 2 4 5 ਨਹੀਂ 7.5 ਲੱਖ ਅੰਗਰੇਜ਼ ਅੱਜ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਕਰ ਰਹੇ ਆ ਬੇਟੇ। ਹੋ ਜਾਏਗਾ ਬੇਟੇ, ਠੀਕ ਹੋ ਜਾਏਗਾ। ਅਸੀਂ ਵੀ ਅਰਦਾਸ ਕਰਾਂਗੇ ਬੇਟੇ। ਬਹੁਤ ਵਧੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।
ਨਾਮ ਜਸ਼ਨਦੀਪ ਸਿੰਘ, APP ਨੰਬਰ 12536। ਮੈਂ ਸਰ ਆਪ ਜੀ ਨਾਲ ਵਚਨ ਕਰਦਾ ਹਾਂ ਕਿ ਮੈਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਆਪ ਜੀ ਜੋ ਕਾਰਜ ਕਰ ਰਹੇ ਹਾਂ, ਮੈਂ ਇਸ ਵਿੱਚ ਆਪ ਜੀ ਦੀ ਵੱਡਾ ਹੋ ਕੇ ਦਸਵੰਧ ਕੱਢ ਕੇ ਆਪ ਜੀ ਦੀ ਜ਼ਰੂਰ ਮਦਦ ਕਰਾਂਗਾ। ਤੇ ਮੈਂ ਅਰਦਾਸ ਕਰਦਾ ਕਿ ਵਾਹਿਗੁਰੂ ਜੀ ਆਪ ਜੀ ਨੂੰ ਲੰਬੀ ਉਮਰ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਬੇਟੇ ਜੀ। ਵਾਹਿ ਖਾਲਸਾ ਵਾਹਿ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਮੈਂ ਅੰਕਲ ਜੀ ਫਤਿਹ। ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਮੈਂ ਜਦੋਂ ਵੀ ਅੰਕਲ ਜੀ ਦੀਆਂ ਗੱਲਾਂ ਸੁਣਦੀ ਹਾਂ ਤੇ ਮੈਨੂੰ ਤੋਂ ਬਹੁਤ ਸਿੱਖਿਆ ਮਿਲਦੀ ਹੈ ਤੇ ਮੈਂ ਵੀ ਪੜ੍ਹ ਲਿਖ ਕੇ ਲੋੜਵੰਦਾਂ ਦੀ ਮਦਦ ਕਰਾਂਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਫਤਿਹ। ਜੀ ਮੇਰਾ ਨੇਮ ਚਰਨਜੀਤ ਕੌਰ ਹੈ। ਮੈਂ ਡਿਸਟ੍ਰਿਕਟ ਮਾਨਸਾ ਫਰੋਮ ਫੱਤਾ ਮਾਲੂਕਾ। ਮੈਂ ਇਹ ਪ੍ਰਣ ਕਰਦੀ ਹਾਂ ਕਿ ਮੈਂ ਹੋਰਾਂ ਨੂੰ ਵੀ ਸਿੱਖੀ ਨਾਲ ਜੋੜਾਂਗੀ ਅਤੇ ਮੈਂ ਰੋਜ਼ਾਨਾ ਪਾਠ ਕਰਾਂਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਬੇਟੇ। ਮੈਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਧੰਨਵਾਦ ਕਰਦੀ ਹਾਂ ਤੇ ਅੰਕਲ ਜਸਵਿੰਦਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਆਪਣਾ ਲਾਈਫ ਐਕਸਪੀਰੀਅੰਸ ਸ਼ੇਅਰ ਕੀਤਾ। ਮੈਨੂੰ ਅੰਕਲ ਜੀ ਦੇ ਐਕਸਪੀਰੀਅੰਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਬੇਟੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਫਤਿਹ ਬੇਟੇ। ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਤੁਹਾਡੇ ਖਾਤੇ ਅਸੀਂ ਪੜ੍ਹਾਈ ਕਰਦੇ ਹਾਂ। ਜੋ ਗੁਰੂ ਦਾ ਧੰਨਵਾਦ, ਉਹਨੇ ਸਾਨੂੰ ਤੁਹਾਡੇ ਨਾਲ ਜੋੜਿਆ। ਇਹ ਕਿ ਤੁਸੀਂ ਤਾਂ ਸਾਡੇ ਲਈ ਇੱਕ ਰੋਲ ਮਾਡਲ ਦੀ ਤਰ੍ਹਾਂ, ਅਸੀਂ ਤੁਹਾਡੇ ਤੋਂ ਕਿੰਨੇ ਗੁਣ ਲੈ ਸਕਦੇ ਹਾਂ। ਪਰ ਮੈਂ ਅੱਜ ਪ੍ਰਣ ਕਰਦੀ ਹਾਂ ਕਿ ਮੈਂ ਕਦੇ ਵੀ ਕੇਸ ਕਤਲ ਨਹੀਂ ਕਰਾਵਾਂਗੀ। ਜੋ ਕੈਂਪ ਵਿੱਚ ਸਾਨੂੰ ਸਿੱਖਿਆ ਦਿੱਤੀ ਜਾਂਦੀ ਹੈ ਉਸ ਤੇ ਅਮਲ ਕਰਾਂਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੇਟੇ, ਬਹੁਤ ਵਧੀਆ ਬੇਟੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਸਰ ਮੈਂ ਪ੍ਰਣ ਕਰਦੀ ਹਾਂ ਕਿ ਹਮੇਸ਼ਾ ਗੁਰਬਾਣੀ ਸਮਝ ਕੇ, ਵਿਚਾਰ ਕੇ ਤੇ ਪਿਆਰ ਨਾਲ ਪੜਾਂਗੀ। ਕਦੇ ਵੀ ਕਾਹਲੀ ਨਹੀਂ ਕਰਾਂਗੇ ਤੇ ਇਹਨਾਂ ਕੈਂਪਾਂ ਦੇ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਮੈਂ ਹਮੇਸ਼ਾ ਹੀ ਦੂਸਰੇ ਬੱਚਿਆਂ ਨੂੰ ਵੀ ਗੁਰਬਾਣੀ ਪੜ੍ਹਨ ਦੇ ਲਈ ਪ੍ਰੇਰਾਂਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੇਟੇ, ਵੈਰੀ ਗੁੱਡ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੋਲੋ ਬੇਟੇ। ਮੇਰਾ ਕੁਐਸਚਨ ਇਹ ਸੀਗਾ ਕਿ ਸਾਨੂੰ ਪਤਾ ਕਿਵੇਂ ਲੱਗੇਗਾ ਕਿ ਗੁਰੂ ਜੀ ਸਾਡਾ ਇਮਤਿਹਾਨ ਲੈ ਰਹੇ ਨੇ? ਜਦੋਂ ਬੇਟੇ ਕੋਈ ਇੱਛਾ ਨਹੀਂ ਪੂਰੀ ਹੁੰਦੀ ਨਾ ਤੇ ਬੇਟੇ ਜ਼ਰੂਰ ਕੋਈ ਨਾ ਕੋਈ ਸਾਡੇ ਵਿਚਕਾਰ ਕੋਈ ਕਮੀ ਹੈ ਜਿਸ ਕਰਕੇ ਕਿ ਇੱਛਾ ਪੂਰੀ ਨਹੀਂ ਹੋ ਰਹੀ ਤੇ ਬੇਟੇ ਜੀ ਫਿਰ ਉਹ ਇਮਤਿਹਾਨ ਹੀ ਹੈ। ਪਰ ਜੇ ਤੁਸੀਂ ਇਹਦਾ ਨਾ ਕਿ ਪੂਰੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਜੀਵਨ ਜੀ ਰਹੇ ਹੋ, ਹੈ ਨਾ, ਕਹਿਣਾ ਮੰਨ ਰਹੇ ਹੋ। ਹੁਣ ਬੱਚਿਆਂ ਨੂੰ ਨਹੀਂ ਪਤਾ ਨਾ, ਜੇ ਤੁਸੀਂ ਛੋਟੇ ਹੋ ਬੇਟੇ ਤੇ ਪਰ ਗਲਤੀਆਂ ਸਾਡੇ ਕੋਲ ਹੋ ਜਾਂਦੀਆਂ ਜਿਸ ਕਰਕੇ ਫਿਰ ਨਹੀਂ ਪਤਾ ਲੱਗਦਾ ਤੁਹਾਨੂੰ, ਅਜੇ ਉਹ ਕਾਰਜ ਨਹੀਂ ਪੂਰਾ ਹੁੰਦਾ ਤੁਹਾਡਾ। ਪਰ ਬੇਟੇ ਮੈਂ ਵੀ ਇੱਦਾਂ ਹੀ ਸਿੱਖਿਆ ਵਾਂ ਤੇ ਗੁਰੂ ਮਹਾਰਾਜ ਬਿਲਕੁਲ ਕਾਰਜ ਪੂਰੇ ਕਰਦੇ ਆ, ਸਾਰੀਆਂ ਇੱਛਾਵਾਂ ਪੂਰੀਆਂ ਕਰਦੀਆਂ। ਪਰ ਇਹ ਇਮਤਿਹਾਨ ਲੈਂਦੇ ਹੀ ਲੈਂਦੇ ਆ ਕਿ ਅਸੀਂ ਕਹਿਣਾ ਮੰਨਦੇ ਆ ਕਿ ਨਹੀਂ ਮੰਨਦੇ ਆ। ਇਹ ਜੋ ਤੁਸੀਂ ਬਾਣੀ ਪੜ੍ਹੋਗੇ, ਜਿੰਨੀ ਜ਼ਿਆਦਾ ਪੜ੍ਹੋਗੇ ਬੇਟੇ, ਜਿੰਨੀ ਜ਼ਿਆਦਾ ਸਮਝ ਕੇ ਪੜ੍ਹੋਗੇ ਤੁਹਾਨੂੰ ਸਮਝ ਆਏਗਾ ਔਰ ਬਿਲਕੁਲ ਤੁਹਾਨੂੰ ਆਪੇ ਹੀ ਪਤਾ ਲੱਗ ਜਾਏਗਾ ਕਿ ਕਿਹੜੇ ਕਿਹੜੇ ਇਮਤਿਹਾਨ ਹੋਏ ਤੁਹਾਡੇ, ਕਿਹੜੇ ਕਿਹੜੇ ਇਮਤਿਹਾਨਾਂ ਚੋਂ ਮੈਂ ਵੀ ਕਿਵੇਂ ਪਾਸ ਹੋਇਆ। ਜਿਵੇਂ ਤੁਸੀਂ ਜੇ ਬਾਈ ਚਾਂਸ ਕੋਈ ਤੁਹਾਡੀ ਇੱਛਾ ਨਹੀਂ ਪੂਰੀ ਹੁੰਦੀ ਬੇਟੇ ਤੇ ਉਹਦੇ ਵਿੱਚ ਵੀ ਬੱਚੇ ਬਾਬਾ ਜੀ ਫਿਰ ਕੀ ਕਰਦੇ ਆ ਕਿ ਸ਼ਾਇਦ ਤੁਹਾਡੇ ਫਾਇਦੇ ਵਾਸਤੇ ਉਹ ਇੱਛਾ ਪੂਰੀ ਨਹੀਂ ਕਰਦੇ। ਦੁੱਖ ਦਾਰੂ ਸੁੱਖ ਰੋਗ ਪਿਆ। ਸੋ ਬੇਟੇ ਇਹ ਤੁਹਾਨੂੰ ਗਿਆਨ ਮਿਲੇਗਾ, ਪੜ੍ਹ ਕੇ ਮਿਲੇਗਾ ਜ਼ਰੂਰ ਬੇਟੇ। ਇਹ ਤੁਹਾਨੂੰ ਹੋਰ ਜ਼ਿਆਦਾ ਸਮਝਾ ਸਕਣਗੇ ਤੁਹਾਨੂੰ ਜਿਹੜੇ ਦੀਦੀਆਂ ਤੁਹਾਡੀਆਂ ਸਾਰੀਆਂ ਜਾਂ ਜਿੰਨੇ ਹੋਰ ਕਈ ਆਉਂਦੇ ਆ ਪ੍ਰਚਾਰਕ। ਬਸ ਮੈਨੂੰ ਤੇ ਇੰਨਾ ਕੀ ਸਮਝ ਹੈ ਬੇਟੇ ਕਿ ਕਰਨਾ ਬਾਬਾ ਹੀ ਨਹੀਂ ਹੈ ਸਭ ਕੁਛ, ਕਿਉਂਕਿ ਇਮਤਿਹਾਨ ਜ਼ਰੂਰ ਲੈਂਦੇ ਆ। ਸਾਡੇ ਕੋਲ ਗਲਤੀਆਂ ਹੁੰਦੀਆਂ। ਮੈਨੂੰ ਹੁਣ ਵੀ ਪਿੱਛੇ ਮੈਨੂੰ ਯਾਦ ਆਇਆ ਜਦੋਂ ਲੋਕਡਾਊਨ ਦੇ ਵਿਚਕਾਰ ਮੈਂ ਇੱਕ ਇੰਨੀ ਵੱਡੀ ਗਲਤੀ ਕਰਦਾ ਰਿਹਾ ਸਾਰੀ ਜ਼ਿੰਦਗੀ, ਜਿਹੜੀ ਕਿ ਮੈਨੂੰ ਹੁਣੇ ਸਮਝ ਆਈ ਜਾ ਕੇ ਪਾਠ ਕਰਕੇ ਵਿਚਾਰ ਕੇ ਪੜ੍ਹਿਆ ਸੀਗਾ। ਕਿੰਨੇ ਪਾਠ ਕਰ ਲਏ, ਕਿੰਨੇ ਕਰ ਲਏ ਤੇ ਮੈਂ ਕਿਸੇ ਨਾਲ 19 ਸਾਲ ਬੋਲਦਾ ਹੀ ਨਹੀਂ ਸੀਗਾ ਤੇ ਮੈਂ ਉਹਨੂੰ ਘਰ ਬੁਲਾ ਕੇ ਮਾਫੀ ਮੰਗੀ ਉਹਦੇ ਕੋਲੋਂ। ਏਦਾਂ ਦੀਆਂ ਗੱਲਾਂ ਬੇਟੇ ਆ ਜਾਏਗਾ ਤੁਹਾਨੂੰ ਬੇਟੇ, ਬਾਣੀ ਚ ਲੱਭੇਗਾ ਸਭ ਕੁਝ। ਕਰੀ ਚੱਲੋ ਬੇਟੇ, ਪੜ੍ਹੀ ਚੱਲੋ, ਮਹਾਰਾਜ ਮਿਹਰ ਕਰਨਗੇ। ਵਾਹਿ ਖਾਲਸਾ ਵਾਹਿ ਫਤਿਹ ਬੇਟੇ। ਅੱਜ ਦਾ ਕੈਂਪ ਲਗਾ ਕੇ ਸੱਚਮੁੱਚ ਬਹੁਤ ਹੀ ਬੱਚਿਆਂ ਨੂੰ ਹੀ ਨਹੀਂ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਤੇ ਨਾਲ ਮੋਟੀਵੇਸ਼ਨ ਵੀ ਮਿਲਦੀ ਹੈ ਕਿ ਅਸੀਂ ਵੀ ਕੁਝ ਕਰੀਏ। ਵਾਹਿਗੁਰੂ ਜੀ ਕਿਰਪਾ ਕਰਕੇ ਆਪ ਹੀ ਸਭ ਸੇਵਾ ਲੈਂਦੇ ਆ ਤੇ ਲੈਂਦੇ ਰਹਿਣਗੇ। ਸੋ ਇੰਨਾ ਕੁ ਅਰਦਾਸ ਜ਼ਰੂਰ ਕਰਦੇ ਆ ਕਿ ਵਾਹਿਗੁਰੂ ਜੀ ਇਸ ਤਰ੍ਹਾਂ ਦੀ ਸੇਵਾ ਜਿਹੜੀ ਲੈ ਰਹੇ ਆ ਉਹ ਵਾਹਿਗੁਰੂ ਜੀ ਬਖਸ਼ਿਸ਼ ਕਰਨ ਤੇ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਹਨਾ, ਕਿ ਅਸੀਂ ਸਾਰੇ ਹੀ ਰਲ ਮਿਲ ਕੇ ਇਸੇ ਤਰ੍ਹਾਂ ਇਸ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਜੋ ਬੱਚਿਆਂ ਨੂੰ ਸੁਣਦੇ ਆ ਤੇ ਬੱਚਿਆਂ ਨੂੰ ਸੁਣ ਕੇ ਸਾਨੂੰ ਖੁਸ਼ੀ ਹੁੰਦੀ ਹੈ। ਇਸੇ ਤਰ੍ਹਾਂ ਦੇ ਬੱਚਿਆਂ ਦਾ ਜਿਹੜਾ ਵਾਹਿਗੁਰੂ ਜੀ ਆਪ ਹੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਲੈਂਦੇ ਰਹਿਣ ਸੇਵਾ ਜੀ। ਸੋ ਅੱਜ ਦਾ ਕੈਂਪ ਬਹੁਤ ਵਧੀਆ ਲੱਗਿਆ ਜੀ
ਤੇ ਹੁਣ ਇੱਥੇ ਹੀ ਸਮਾਪਤੀ ਹੈ ਜੀ। ਤੇ ਭੁੱਲਾਂ ਚੁੱਕਾਂ ਜੀਵਾ ਜੀ ਬੁਲਾਓ। ਵਾਹਿਗੁਰੂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਫਤਿਹ ਜੀ, ਫਤਿਹ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ